ਸਾਹਿਬ ਜੀ। ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰਾਂ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਗੁਰੂ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੁ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ, ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਮ ਦਦ ਬਿਖੈ ਘ੍ਰਿਤ ਮਿਲ ਰਹੈ, ਕਰਹਿ ਮਥਨ ਨੀਕੇ ਸ਼ੁਭ ਲਹੈ। ਤਿਮ ਜਗ ਮਹਿ ਕਰ ਬਾਦ ਬਿਬਾਦੂ, ਗੁਰ ਜਸ ਸੰਚੋ ਦੇ ਅਹਲਾਦੂ। ਜਿਮ ਦਦ ਬਿਖੈ ਘ੍ਰਿਤ ਮਿਲ ਰਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਸਾਗਰ, ਜਾਗਦੀ ਜੋਤ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ
ਇਹ ਪਵਿੱਤਰ ਸਤ ਸੰਗਤ ਦੀਆਂ ਘੜੀਆਂ ਆਪਾਂ ਨੂੰ ਸਵਾਸਾਂ ਦੇ ਸਫਲ ਕਰਨ ਲਈ ਪ੍ਰਾਪਤ ਹੋਈਆਂ ਹਨ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜਸ ਦੀ ਕਥਾ ਜੋ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਕਵਿਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਰਚਿਆ ਹੈ ਅਤੇ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਜੀਵਨ ਇਤਿਹਾਸ, ਥੋੜ੍ਹਾ ਜਿਹਾ ਖਾਲਸੇ ਦਾ ਇਤਿਹਾਸ ਵੀ ਆਪ ਨੇ ਕਥਨ ਕੀਤਾ ਹੈ। ਇਸ ਪਵਿੱਤਰ ਗ੍ਰੰਥ ਦੀ ਕਥਾ ਦਾ ਸਰੋਤ ਕਿਵੇਂ ਬਣਿਆ, ਉਹ ਕਵਿਰਾਜ ਜੀ ਨੇ ਆਪਣੀ ਲਿਖਤ ਵਿੱਚ ਜਿਵੇਂ ਦੱਸਿਆ, ਆਪਾਂ ਸਰਵਣ ਕਰਦੇ ਆ ਰਹੇ ਹਾਂ। ਅੱਜ ਸ਼ਹੀਦੀ ਸਾਕਾ ਪੰਜਾ ਸਾਹਿਬ ਜੀ ਦਾ ਜੋ ਦਿਹਾੜਾ ਹੈ, ਅੱਜ ਦੇ ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚਰਨ ਪਾਏ, ਪੰਜਾ ਸਾਹਿਬ ਦੀ ਪਾਵਨ ਧਰਤੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪੈਦਾ ਕੀਤਾ ਹੋਇਆ ਖਾਲਸਾ, ਮਹਾਰਾਜ ਦੇ ਦਿੱਤੇ ਹੋਏ ਅਨੋਖੇ ਅਸੂਲ ਕਿ ਭੁੱਖਿਆਂ ਨੂੰ ਲੰਗਰ ਛਕਾਉਣ ਵਾਸਤੇ ਵੀ ਆਪਣਾ ਖੂਨ ਵਹਾ ਦਿੱਤਾ। ਉਸ ਟ੍ਰੇਨ ਨੂੰ ਰੁਕਣਾ ਪਿਆ ਆਪਣੀ ਸ਼ਹਾਦਤ ਦੇ ਕਰਕੇ। ਫਿਰ ਉੱਥੇ ਲੰਗਰ ਵਰਤਾਇਆ। ਅੰਗਰੇਜ਼ ਵੀ ਵੇਖ ਕਰਕੇ ਹੈਰਾਨ ਸੀਗਾ ਕਿ ਜਿਨ੍ਹਾਂ ਨੇ ਭੁੱਖਿਆਂ ਨੂੰ ਲੰਗਰ ਛਕਾਉਣ ਵਾਸਤੇ ਵੀ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰੀਆਂ ਕਰ ਲਈਆਂ, ਅਤੇ ਉਸ ਰੇਲਵੇ ਟਰੈਕ ਦੇ ਉੱਤੇ ਸਾਡੀਆਂ ਮਾਤਾਵਾਂ ਵੀ ਆਪਣੇ ਬੱਚਿਆਂ ਨੂੰ ਲੈ ਕਰਕੇ ਬੈਠ ਗਈਆਂ ਸਨ। ਐਸਾ ਉਹ ਪਵਿੱਤਰ ਦਿਹਾੜਾ ਹੈ ਅੱਜ ਪੰਜਾ ਸਾਹਿਬ ਦਾ ਸ਼ਹੀਦੀ ਸਾਕਾ। ਸ਼ਹੀਦਾਂ ਨੇ ਆਪਣਾ ਖੂਨ ਡੋਲ ਕਰਕੇ ਇਹ ਵਿਲੱਖਣ ਇਤਿਹਾਸ ਸਿਰਜਿਆ ਕਿ ਪਰਉਪਕਾਰ ਲਈ ਵੀ ਕੁਰਬਾਨੀ ਕਰਨੀ ਪਵੇ ਤੇ ਪਿੱਛੇ ਨਹੀਂ ਹਟਣਾ ਚਾਹੀਦਾ। ਕਵਿਰਾਜ ਜੀ ਦਾ ਜੋ ਪਵਿੱਤਰ ਜੀਵਨ ਆਪਾਂ ਸੰਖੇਪ ਮਾਤਰ ਸੁਣਦੇ ਆ ਰਹੇ ਹਾਂ। ਕਵੀ ਭਾਈ ਸੰਤੋਖ ਸਿੰਘ ਜੀ ਨੇ ਕਿਵੇਂ ਇਸ ਕਥਾ ਨੂੰ ਸੰਗ੍ਰਹਿ ਕੀਤਾ ਹੈ, ਇਸ ਪਵਿੱਤਰ ਕਥਾ ਦੇ ਸਰੋਤ ਕਿਹਨਾਂ ਗ੍ਰੰਥਾਂ ਤੋਂ ਲਏ ਹੈ, ਕਵਿਰਾਜ ਜੀ ਨੇ ਆਪਣੀ ਲਿਖਤ ਵਿੱਚ ਦੱਸਿਆ ਹੈ। ਜਿਵੇਂ ਆਪਾਂ ਕੱਲ੍ਹ ਸਰਵਣ ਕੀਤਾ ਸੀਗਾ ਕਿ ਕਵਿਰਾਜ ਜੀ ਨੇ ਸਭ ਤੋਂ ਪਹਿਲਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਇਸ ਇਤਿਹਾਸ ਦੀ ਕਥਾ ਦਾ ਸਰੋਤ ਹੈ। ਸੱਚੇ ਪਾਤਸ਼ਾਹ ਨੇ ਜੋ ਸਿੱਖ ਨੂੰ ਸਿੱਖਿਆ ਸਿਖਾਈ ਹੈ ਕਿ ਨਾਮ ਤੋਂ ਬਿਨਾਂ ਜੀਵਨ ਅਧੂਰਾ ਏ, ਖਾਲੀ ਹੈ, ਥੋਥਾ ਏ। ਇਵੇਂ ਕਵਿਰਾਜ ਨੇ ਇਤਿਹਾਸ ਵਿੱਚ ਦਰਸਾਇਆ ਹੈ ਕਿ ਗੁਰੂ ਸਾਹਿਬ ਜੀ ਦੇ ਨਾਮ ਤੋਂ ਬਿਨਾਂ ਪ੍ਰਾਣੀ ਦੀ ਕਲਿਆਣ ਨਹੀਂ ਹੁੰਦੀ। ਫਿਰ ਸ੍ਰੀ ਦਸਮ ਗ੍ਰੰਥ ਜੀ ਦਾ ਸਰੋਤ ਕਵੀ ਜੀ ਦੀਆਂ ਕਵਿਤਾਵਾਂ ਤੋਂ ਝਲਕਾਰੇ ਪੈਂਦੇ ਹੈ ਕਿ ਕਿਵੇਂ ਆਪ ਨੇ ਉੱਥੋਂ ਯੁੱਧਮਈ ਬਾਣੀ ਦੇ ਜਿਹੜੇ ਸੀ ਪ੍ਰਕਰਨ ਲੈ ਕਰਕੇ ਤੇ ਬਹੁਤ ਸੁੰਦਰ ਢੰਗ ਦੇ ਨਾਲ ਸਤਿਗੁਰਾਂ ਜੀ ਦਾ ਇਤਿਹਾਸ ਜਿਹੜਾ ਸੀ, ਜਿਵੇਂ ਭੰਗਾਣੀ ਦੇ ਯੁੱਧ ਦਾ ਹੀ ਜ਼ਿਕਰ ਹੈ, ਕੱਲ ਟੂਕ ਮਾਤਰ ਆਇਆ ਸੀ, ਉਹ ਕਵਿਰਾਜ ਨੇ ਵਿਸਥਾਰ ਦੇ ਸਹਿਤ ਉੱਥੇ ਲਿਖਣਾ ਕੀਤਾ। ਮਹਾਰਾਜ ਜੀ ਨੇ ਤਾਂ ਕੇਵਲ ਇਸ਼ਾਰਾ ਮਾਤਰ ਹੀ ਦੱਸਿਆ ਕਿ ਕਿਵੇਂ ਕਿਰਪਾਲ ਦਾਸ ਉਦਾਸੀ ਨੇ, ਜਿਹੜੇ ਮਹੰਤ ਸਨ, ਉਹ ਹਯਾਤ ਖਾਨ ਦੇ ਸਿਰ ਵਿੱਚ ਕੁਦਕਾ ਮਾਰਿਆ ਸੀ। ਤੋ ਮਹੰਤ ਕਿਰਪਾਲ ਦਾਸ ਜੀ ਨੇ ਜਦੋਂ ਇਹ ਕੁਦਕਾ ਮਾਰਿਆ, ਮਹਾਰਾਜ ਜੀ ਨੇ ਆਪਣੀ ਕਲਮ ਨਾਲ ਲਿਖਿਆ ਕਿ ਉਠੀ ਛਿਛ ਇੱਛੰ ਕੜਾ ਮੇਜ ਜੋਰੰਗ। ਮਹਾਰਾਜ ਕਹਿੰਦੇ ਇਉਂ ਜ਼ੋਰ ਦੇ ਨਾਲ ਕੁਦਕਾ ਮਾਰਿਆ ਕਿ ਮਿੱਝ ਦੀਆਂ ਛਿਟਾਂ ਜਿਹੜੀਆਂ ਸੀ ਬਾਹਰ ਨੂੰ ਉੱਡ ਕੇ ਗਈਆਂ। ਅਤੇ ਕਵਿਰਾਜ ਜੀ ਨੇ ਉਹ ਸਾਰੇ ਦਾ ਸਾਰਾ ਪ੍ਰਸੰਗ ਹੀ ਉਸ ਪੰਕਤੀ ਤੋਂ ਜਿਹੜਾ ਹੈ ਲੈਣਾ ਕੀਤਾ। ਕਿਵੇਂ ਮਹੰਤ ਜੀ ਨੇ ਘੋੜੇ 'ਤੇ ਸਵਾਰ ਹੋ ਕਰਕੇ ਉਸ ਹਯਾਤ ਖਾਨ ਦਾ ਸੀਰਸ ਜਿਹੜਾ ਸੀ, ਸਿਰ ਜਿਹੜਾ ਸੀ, ਕੁਦਕੇ ਨਾਲ ਤੋੜਿਆ। ਇਉਂ ਕਵਿਰਾਜ ਜੀ ਨੇ ਸਰੋਤ ਦੱਸੇ ਕਿ ਇਸ ਪਾਵਨ ਕਥਾ ਦੇ ਸਰੋਤ ਕਿਹੜੇ ਹਨ। ਫਿਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਗਵਾਹੀ ਦਿੱਤੀ
ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਦਾ ਹਾਲ ਲਿਖਿਆ। ਗੁਰੂ ਸਾਹਿਬ ਦਾ ਅਵਤਾਰ ਹੋਣਾ, ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਗਤ ਜਲੰਦੇ ਦਾ ਉਧਾਰ ਕਰਨਾ, ਸੁਲਤਾਨਪੁਰ ਲੋਧੀ ਵਿਖੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹ ਭਾਈ ਗੁਰਦਾਸ ਸਾਹਿਬ ਜੀ ਨੇ ਸਾਰੇ ਹਾਲਾਤ ਲਿਖੇ ਹੈ ਕਿ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਸੱਚੇ ਪਾਤਸ਼ਾਹ ਨੇ ਜਦੋਂ ਧਿਆਨ ਟਿਕਾ ਕੇ ਵੇਖਿਆ, ਸਾਰੀ ਸੜਦੀ ਬਲਦੀ ਸ੍ਰਿਸ਼ਟੀ ਦਿਖੀ। ਉਸ ਇੱਕ ਪੰਕਤੀ ਤੋਂ ਹੀ ਕਵੀਰਾਜ ਜੀ ਨੇ ਉਸ ਸ੍ਰਿਸ਼ਟੀ ਦਾ ਹਾਲ ਲਿਖਿਆ ਸਾਰਾ, ਕਿ ਕਿਵੇਂ ਲੋਕਾਂ ਦੀ ਬੁਰੀ ਹਾਲਤ ਸੀਗੀ, ਨਾਮ ਤੋਂ ਬਿਨਾਂ ਕਿਵੇਂ ਜਗਤ ਤਪ ਰਿਹਾ ਸੀ। ਤੇ ਫਿਰ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਨਾ, ਸਤਨਾਮ ਦਾ ਚੱਕਰ ਫਰਾਇਆ। ਇਉਂ ਗੁਰੂ ਬਾਬਾ ਜੀ ਦਾ ਇਤਿਹਾਸ ਕਵੀਰਾਜ ਕਹਿੰਦੇ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਲੈ ਲਿਆ ਤੇ ਉਥੋਂ ਅਸੀਂ ਇਹ ਇਤਿਹਾਸ ਸਿਰਜਣਾ ਕੀਤਾ ਹੈ। ਫਿਰ ਮੋਖ ਸਰੋਤ ਜਿਹੜੇ ਆ ਉਹ ਕਵੀਰਾਜ ਜੀ ਨੇ ਦੱਸੇ ਹੈ। ਫਿਰ ਕਹਿੰਦੇ ਹੈ ਕਿ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੀਆਂ ਲਿਖਤਾਂ ਜਿਹੜੀਆਂ ਹਨ ਉਹ ਇਸ ਕਥਾ ਦਾ ਸਰੋਤ ਬਣੀਆਂ। ਤੇ ਇਹ ਵੀ ਭਾਈ ਵੀਰ ਸਿੰਘ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਕਿ ਹੁਣ ਭਾਵੇਂ ਉਹਨਾਂ ਲਿਖਤਾਂ ਨੂੰ ਜਿਹੜਾ ਹੈ ਆਪਾਂ ਪ੍ਰਾਪਤ ਨਹੀਂ ਕਰ ਸਕੇ, ਪਰ ਇਹ ਜੋ ਕਵੀਰਾਜ ਜ਼ਿਕਰ ਕਰ ਰਹੇ ਹਨ ਜ਼ਰੂਰ ਉਹਨਾਂ ਕੋਲ ਭਾਈ ਮਨੀ ਸਿੰਘ ਸਾਹਿਬ ਦੀਆਂ ਹੱਥ ਲਿਖਤਾਂ ਹੋਣਗੀਆਂ। ਤੇ ਉਹਨਾਂ ਹੱਥ ਲਿਖਤਾਂ ਤੋਂ ਕਵੀਰਾਜ ਕਹਿੰਦੇ ਅਸੀਂ ਇਹ ਇਤਿਹਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਲਿਖਿਆ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਦੇ ਵਿਦਿਆਰਥੀਆਂ ਨੇ ਵੀ ਕੁਝ ਹੱਥ ਲਿਖਤਾਂ ਬਣਾਈਆਂ। ਫਿਰ ਗੋਦ ਬਲਾਸ ਪਾਤਸ਼ਾਹੀ ਛੇਵੀਂ ਦਾ ਵੀ ਜ਼ਿਕਰ ਕਵੀਰਾਜ ਜੀ ਨੇ ਕੀਤਾ। ਇਸ ਪ੍ਰਕਾਰ ਦੱਸਿਆ ਕਿ ਇਸ ਕਥਾ ਦੇ ਸਰੋਤ ਕਿਹੜੇ ਗ੍ਰੰਥ ਹਨ, ਤੇ ਇਹੋ ਜਿਹਾ ਇਹ ਮਹਾਨ ਗ੍ਰੰਥ ਕਵੀਰਾਜ ਜੀ ਨੇ ਸਿਰਜਿਆ ਜਿਸ ਦਾ ਨਾਮ ਹੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਰੱਖਿਆ। ਜਿਵੇਂ ਸੂਰਜ ਦਾ ਨਿਯਮ ਚੱਲਦਾ ਹੈ ਇਵੇਂ ਇਸ ਵਿੱਚ ਕਥਾ ਚੱਲਦੀ ਹੈ। ਸੂਰਜ ਦੇ ਨਿਯਮ ਨਾਲ 12 ਮਹੀਨੇ ਜਿਹੜੇ ਹੁੰਦੇ ਆ, ਫਿਰ 6 ਰੁੱਤਾਂ ਹੁੰਦੀਆਂ ਹਨ। ਇਸ ਪ੍ਰਕਾਰ ਕਵੀਰਾਜ ਜੀ ਨੇ ਪਹਿਲਾਂ 12 ਰਾਸਾਂ ਵਿੱਚ ਸਤਿਗੁਰਾਂ ਜੀ ਦੀ ਕਥਾ ਲਿਖੀ ਹੈ। ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੀਵਨ ਦਾ, ਭਾਵੇਂ ਕਿ ਗ੍ਰੰਥ ਇੱਕੋ ਹੀ ਹੈ ਪਰ ਉਸ ਦਾ ਨਾਮ ਕਵੀਰਾਜ ਜੀ ਨੇ ਵੱਖਰਾ ਰੱਖਿਆ। ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਜੀਵਨ ਤੋਂ ਜਿਹੜੀ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਆਰੰਭ ਹੁੰਦੀ ਹੈ। ਫਿਰ ਕਵੀਰਾਜ ਜੀ ਨੇ 12 ਰਾਸਾਂ ਕਹਿ ਕੇ 6 ਰੁੱਤਾਂ ਵਿੱਚ ਕਥਾ ਕਹੀ ਹੈ। ਫਿਰ ਜਿਵੇਂ ਸੂਰਜ ਦੇ 2 ਐਣ ਹੁੰਦੇ ਆ, ਉਤਰਾਇਣ ਤੇ ਦਖਨਾਇਣ, 2 ਆਇਣ ਵੀ ਕਹੇ ਆ ਕਵੀਰਾਜ ਜੀ ਨੇ, ਜਿੱਥੇ ਸਵਾਇਕ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਇਤਿਹਾਸ ਕਹਿ ਕੇ ਫਿਰ ਸਮਾਪਤੀ ਕੀਤੀ ਹੈ। ਦਾਸ ਨੇ ਪਹਿਲੋਂ ਵੀ ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ ਕਿ ਜਦੋਂ ਇਸ ਗ੍ਰੰਥ ਦੀ ਸੰਪੂਰਨਤਾ ਹੋਣ 'ਤੇ ਆਈ ਸੀ ਉਦੋਂ ਕਵੀਰਾਜ ਦੇ ਆਲੇ ਦੁਆਲੇ ਦਾ ਮਾਹੌਲ ਬਹੁਤ ਜਿਹੜਾ ਸੀ ਉਹ ਨਾਜ਼ੁਕ ਹੋ ਗਿਆ ਸੀਗਾ। ਕਵੀਰਾਜ ਦੀ ਸਿਹਤ ਵੀ ਬਹੁਤ ਕਮਜ਼ੋਰ ਹੋ ਗਈ, ਸਰੀਰ ਵੀ ਜਿਹੜਾ ਬਿਰਧ ਹੋ ਗਿਆ। ਤੇ ਇਉਂ ਮਹਿਸੂਸ ਹੁੰਦਾ ਸੀ ਕਦੇ ਕਦੇ ਕਿ ਜਿਵੇਂ ਇਹ ਹੁਣ ਗ੍ਰੰਥ ਸੰਪੂਰਨ ਨਾ ਹੋਵੇ, ਕਿਉਂਕਿ ਜਿਨ੍ਹਾਂ ਨੂੰ ਪਤਾ ਨਹੀਂ ਕਵੀਰਾਜ ਜੀ ਦੇ ਜੀਵਨ ਬਾਰੇ ਉਹ ਇਉਂ ਵੀ ਕਹਿ ਦਿੰਦੇ ਆ ਕਿ ਵੇਖੋ ਗੁਰੂ ਜੀ ਦਾ ਇਤਿਹਾਸ ਤਾਂ ਲਿਖਿਆ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ, ਅਖੇ ਜੀ ਖਾਲਸੇ ਦਾ ਇਤਿਹਾਸ ਲਿਖਿਆ ਹੀ ਨਹੀਂ। ਜੇ ਕਵੀਰਾਜ ਜੀ ਨੂੰ ਸਵਾਸ ਪ੍ਰਾਪਤ ਹੁੰਦੇ ਤਾਂ ਜ਼ਰੂਰ ਕਵੀਰਾਜ ਖਾਲਸੇ ਦਾ ਵੀ ਸਿਰਮੌਰ ਇਤਿਹਾਸ ਜ਼ਰੂਰ ਲਿਖਦੇ, ਕਿਉਂਕਿ ਜਦੋਂ ਬਾਅਦ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਜੋ ਇਹ ਪੰਥ ਪ੍ਰਕਾਸ਼ ਲਿਖਣਾ ਕੀਤਾ ਹੈ, ਭਾਵੇਂ ਕਿ ਭਾਈ ਰਤਨ ਸਿੰਘ ਜੀ ਭੰਗੂ ਵਾਲਾ ਜਿਹੜਾ ਹੈ ਉਹ ਪੰਥ ਪ੍ਰਕਾਸ਼ ਸੀਗਾ ਭਾਵੇਂ ਪਹਿਲਾਂ, ਪਰ ਉਹ ਛੰਦਾਬੰਦੀ ਦੇ ਅੰਦਰ ਜਿਹੜਾ ਸੀਗਾ ਪੂਰਾ ਨਹੀਂ ਸੀਗਾ। ਤੋ ਕਿਤੇ ਕਿਤੇ ਛੰਦਾਬੰਦੀ ਦੇ ਅੰਦਰ ਜਿਹੜੀਆਂ ਸੀਗੀਆਂ ਉਹ ਕਮਜ਼ੋਰੀਆਂ ਪਾ ਕਰਕੇ ਤੇ ਫਿਰ ਗਿਆਨੀ ਗਿਆਨ ਸਿੰਘ ਜੀ ਨੇ ਛੰਦਾਬੰਦੀ ਦੇ ਅੰਦਰ ਜਿਹੜਾ ਸੀ ਸੁੰਦਰ ਇਤਿਹਾਸ ਸਾਰਾ, ਤੇ ਉਹ ਗਿਆਨੀ ਗਿਆਨ ਸਿੰਘ ਜੀ ਨੇ ਜੋ ਪੰਥ ਪ੍ਰਕਾਸ਼ ਲਿਖਿਆ ਹੈ, 10 ਗੁਰੂ ਸਾਹਿਬਾਨ ਜੀ ਦੇ ਜੀਵਨ ਨੂੰ ਲਿਖਿਆ ਹੈ, ਉਹਦਾ ਸਿੱਧਾ ਸਰੋਤ ਕਵੀਰਾਜ ਜੀ ਨੇ ਗਿਆਨੀ ਗਿਆਨ ਸਿੰਘ ਜੀ ਨੇ ਕਿਹਾ ਕਿ ਇਹ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ। ਹੋਰ ਵੀ ਵਿਦਵਾਨਾਂ ਨੇ ਬਹੁਤ ਸਾਰੇ ਗ੍ਰੰਥਾਂ ਦੀ ਸਿਰਜਣਾ ਜਿਹੜੀ ਹੈ ਨਾ ਉਹ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਸਰੋਤ ਲੈ ਕਰਕੇ ਕੀਤੀ ਹੈ। ਤੋ ਬਹੁਤ ਸਾਰੇ ਗ੍ਰੰਥਾਂ ਦਾ ਜਨਮਦਾਤਾ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ।
ਕਿਉਂਕਿ ਇਹਦੇ ਅੰਦਰ ਬਹੁਤ ਵਡਮੁੱਲਾ ਖਜ਼ਾਨਾ ਕਵੀਰਾਜ ਜੀ ਨੇ ਭਰਿਆ ਹੋਇਆ ਹੈ। ਤੋ ਇੱਕ ਰਸਨਾ ਨਾਲ ਸਿਫਤ ਜਿਹੜੀ ਆ ਉਸ ਪਾਵਨ ਕਵਿਤਾ ਦੀ ਕੀਤੀ ਨਹੀਂ ਜਾ ਸਕਦੀ, ਜਿਸ ਵਿੱਚ ਮਹਾਰਾਜ ਜੀ ਦਾ ਪਵਿੱਤਰ ਜਸ ਭਰਿਆ ਹੋਇਆ। ਕਿਵੇਂ ਕਵੀਰਾਜ ਜੀ ਨੇ ਇਸ ਕਥਾ ਨੂੰ, ਇਸ ਇਤਿਹਾਸ ਨੂੰ ਇਕੱਤਰ ਕੀਤਾ ਹੈ। ਅੱਗੇ ਜਿਵੇਂ ਜੋ ਕੱਲ ਕਥਾ ਰਹਿ ਗਈ ਸੀ, ਜਿਵੇਂ ਅੱਗੇ ਆ ਰਹੀ ਹੈ, ਆਓ ਪਿਆਰ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਮ ਦਦ ਬਿਖੈ ਘ੍ਰਿਤ ਮਿਲ ਰਹਿ। ਕਵੀਰਾਜ ਜੀ ਕਹਿੰਦੇ ਆ ਗੁਰੂ ਸਾਹਿਬ ਜੀ ਦੇ ਜਸ ਦੀ ਜੋ ਕਥਾ ਹੈ, ਕਹਿੰਦੇ ਇਹ ਸਾਰੀ ਕਥਾ ਇਸ ਤਰ੍ਹਾਂ ਹੈ, ਕਿਉਂਕਿ ਕੱਲ ਜ਼ਿਕਰ ਆਇਆ ਸੀ ਕਿ ਹੋਰ ਜੋ ਭਾਰਤ ਵਰਸ਼ ਦੇ ਅੰਦਰ ਨਾਨਾ ਮਤਾਂ ਦੇ ਅੰਦਰ ਗ੍ਰੰਥ ਲਿਖੇ ਗਏ, ਸਤਿਗੁਰੂ ਜੀ ਤੋਂ ਜਿਹੜਾ ਕੋਈ ਸਾਧੂ ਮਹਾਤਮਾ ਪ੍ਰਭਾਵਿਤ ਹੁੰਦਾ, ਉਹ ਮਹਾਰਾਜ ਜੀ ਦਾ ਜਸ ਲਿਖ ਦਿੰਦਾ। ਭਾਵੇਂ ਕਿ ਕੁਝ ਐਸੇ ਵੀ ਇਤਿਹਾਸ ਮਹਾਰਾਜ ਜੀ ਦੇ ਲਿਖਤੀ ਕਵੀ ਜਨ ਜੀ ਨੂੰ ਪ੍ਰਾਪਤ ਹੋਏ, ਜਿਹੜੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੋਂ ਸਿੱਖ ਨਹੀਂ ਸੀਗੇ, ਪਰ ਉਹਨਾਂ ਨੂੰ ਜਦੋਂ ਸਤਿਗੁਰਾਂ ਜੀ ਤੋਂ ਸਿੱਖੀ ਪ੍ਰਾਪਤ ਹੋਈ, ਫਿਰ ਉਹਨਾਂ ਨੇ ਜਿੱਥੇ ਹੋਰਨਾਂ ਅਵਤਾਰਾਂ ਦੀ ਕਥਾ ਲਿਖੀ ਸੀ, ਪ੍ਰਭਾਵਿਤ ਹੋ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਦੀ ਵੀ ਕਥਾ ਲਿਖੀ। ਤੇ ਇਉਂ ਜਿਹੜੇ ਜਿਹੜੇ ਗ੍ਰੰਥ ਵਿੱਚੋਂ ਕਵੀਰਾਜ ਜੀ ਨੂੰ ਗੁਰੂ ਸਾਹਿਬ ਦਾ ਜਸ ਪ੍ਰਾਪਤ ਹੋਇਆ, ਕਿਉਂਕਿ ਇਤਿਹਾਸ ਨੂੰ ਪੜ੍ਹੀਏ ਤੇ ਪਤਾ ਲੱਗਦਾ ਹੈ ਕਿ ਗੁਰੂ ਮਹਾਰਾਜ ਸਾਹਿਬ ਜੀ ਜਦੋਂ ਵਿਚਰਦੇ ਸੀ, ਕਿਉਂਕਿ ਮਹਾਰਾਜ ਜੀ ਦਾ ਘਰ ਸਭ ਲਈ ਸਾਂਝਾ, ਤੇ ਸਤਿਗੁਰੂ ਜੀ ਦੇ ਕੋਲ ਮੁਸਲਮਾਨ ਫਕੀਰ ਵੀ ਰਿਹਾ ਕਰਦੇ, ਬਹੁਤ ਜ਼ਿਆਦਾ ਸਨਾਤਨੀ ਮਤ ਦੇ ਸਾਧੂ ਵੀ ਮਹਾਰਾਜ ਕੋਲ ਰਹਿੰਦੇ। ਆਤਮ ਮਾਰਗ ਦੇ ਖੋਜੀ ਸਤਿਗੁਰੂ ਜੀ ਦੇ ਕੋਲੋਂ ਬੇਨਤੀਆਂ ਕਰ ਕਰਕੇ ਪੁੱਛਦੇ, ਮਹਾਰਾਜ ਵਾਹਿਗੁਰੂ ਨੂੰ ਕਿਵੇਂ ਮਿਲਿਆ ਜਾਂਦਾ। ਸਤਿਗੁਰੂ ਜੀ ਫਿਰ ਵਾਹਿਗੁਰੂ ਨੂੰ ਮਿਲਣ ਦਾ ਰਸਤਾ ਜਦੋਂ ਗਰੀਬ ਨਵਾਜ ਜੀ ਦੱਸਦੇ, ਤੇ ਮਹਾਰਾਜ ਜੀ ਦੇ ਉਪਦੇਸ਼ ਤੋਂ ਨਿਹਾਲ ਹੋ ਕਰਕੇ ਵਾਹਿਗੁਰੂ ਦੇ ਸਪਰਸ਼ ਨੂੰ ਪਾ ਕਰਕੇ ਵਾਹਿਗੁਰੂ ਵਿੱਚ ਜਿਹੜੀਆਂ ਆਤਮਾਵਾਂ ਇੱਕਮਿਕ ਹੋਈਆਂ, ਉਹਨਾਂ ਫਿਰ ਸਤਿਗੁਰੂ ਜੀ ਦਾ ਇਤਿਹਾਸ ਬੜੀ ਸ਼ਰਧਾ ਨਾਲ ਲਿਖਿਆ। ਅਜੋਕੇ ਸਮੇਂ ਵਿੱਚ ਵੀ, ਪਿਛਲੇ ਦਹਾਕੇ ਵਿੱਚ ਵੀ ਇਹੋ ਜਿਹੇ ਸੰਨਿਆਸੀ ਹੋਏ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸੁਖਮਨੀ ਸਾਹਿਬ ਦੀ ਬਾਣੀ ਸੁਣ ਕਰਕੇ ਹੀ ਜਿਹੜਾ ਸੀ, ਜਦੋਂ ਇਉਂ ਉਪਦੇਸ਼ ਨੂੰ ਪਾ ਕਰਕੇ ਸਮਝ ਪਈ, ਤੇ ਫਿਰ ਉਹਨਾਂ ਅੰਮ੍ਰਿਤ ਛਕ ਲਿਆ, ਗੁਰੂ ਕੇ ਸਿੰਘ ਹੀ ਸੱਜ ਗਏ। ਤੇ ਬੜਾ ਸੋਹਣਾ ਜਿਹੜਾ ਖਾਲਸੇ ਦਾ ਇਤਿਹਾਸ, ਉਹਨਾਂ ਵਿੱਚੋਂ 4 ਅੱਖਰ ਬੜੇ ਸੁੰਦਰ ਢੰਗ ਨਾਲ ਲਿਖੇ। ਇਉਂ ਕਵੀਰਾਜ ਜੀ ਆਪਣੇ ਸਮੇਂ ਵਿੱਚ ਜ਼ਿਕਰ ਕਰ ਰਹੇ ਆ ਕਿ ਜਿਵੇਂ ਦੁੱਧ ਦੇ ਅੰਦਰ ਘਿਓ ਮਿਲਿਆ ਹੁੰਦਾ ਨਾ, ਪਰ ਉਹ ਜਿਹੜਾ ਹੈ ਪ੍ਰਗਟ ਕਰਨਾ ਪੈਂਦਾ, ਇਉਂ ਨਹੀਂ ਦਿਸਦਾ ਨਾ। ਫਿਰ ਇਉਂ ਕਹਿੰਦੇ ਕਿ ਸਾਰਾ ਇਤਿਹਾਸ ਜਿਹੜਾ ਸੀਗਾ, ਇਹ ਤਾਂ ਦੁੱਧ ਦੀ ਨਿਆਈ ਹੈ, ਪਰ ਗੁਰੂ ਮਹਾਰਾਜ 10 ਪਾਤਸ਼ਾਹੀਆਂ ਦਾ ਇਤਿਹਾਸ ਜਿਹੜਾ ਸੀ ਵਿੱਚ, ਉਹ ਘਿਓ ਦੀ ਨਿਆਈ ਕਹਿੰਦੇ ਹੈ ਮਿਲਿਆ ਹੋਇਆ ਸੀਗਾ। ਕਰਹਿ ਮਥਨ ਨੀਕੇ ਸ਼ੁਭ ਲਹੈ। ਕਹਿੰਦੇ ਮੈਂ ਚੰਗੀ ਤਰ੍ਹਾਂ ਮੱਥਨ ਕਰਕੇ, ਭਾਵ ਰਿੜਕ ਕਰਕੇ, ਤੇ ਜਿਹੜਾ ਸ਼ੁਭ ਲਹਾਂਗਾ, ਚੰਗਾ ਲਹਾਂਗਾ ਗੁਰਮਤਿ ਅਨੁਸਾਰ, ਉਹ ਫਿਰ ਕਵੀਰਾਜ ਕਹਿੰਦੇ ਮੈਂ ਲਿਖ ਦਿਆਂਗਾ। ਇਉਂ ਵੇਖੋ ਕਵੀਰਾਜ ਜੀ ਦੇ ਜੀਵਨ ਦੀ ਕਿੱਡੀ ਵੱਡੀ ਮਿਹਨਤ ਹੈ। ਇਉਂ ਇਹ ਲਿਖਤ ਹੈ ਕਿ ਕਵੀਰਾਜ ਜੀ ਨੂੰ ਇਸ ਗ੍ਰੰਥ ਦੀ ਸਿਰਜਣਾ ਕਰਨ ਲਈ ਆਪਣੀ ਜ਼ਿੰਦਗੀ ਦੇ 20 ਸਾਲ ਲੱਗ ਗਏ। 20 ਸਾਲ ਦਾ ਸਮਾਂ ਆਪਣੀ ਜ਼ਿੰਦਗੀ ਦਾ ਕਵੀਰਾਜ ਜੀ ਨੇ ਇਸ ਪਵਿੱਤਰ ਗ੍ਰੰਥ ਦੀ ਸਿਰਜਣਾ ਵਿੱਚ ਲਾਇਆ। ਤੇ ਕਿੰਨੇ ਕੁ ਗ੍ਰੰਥ ਕਵੀਰਾਜ ਜੀ ਨੇ ਵਾਚੇ ਹੋਣਗੇ, ਤੇ ਉਹਨਾਂ ਗ੍ਰੰਥਾਂ ਦੇ ਵਿੱਚੋਂ ਜਿਵੇਂ ਕਹਿੰਦੇ ਨਾ ਮੱਥਨ ਕਰਕੇ, ਭਾਵ ਰਿੜਕ ਕਰਕੇ, ਫਿਰ ਗੁਰੂ ਜੀ ਦਾ ਜਸ ਕਹਿੰਦੇ ਮੈਂ ਉਹਨਾਂ ਗ੍ਰੰਥਾਂ ਵਿੱਚੋਂ ਕੱਢ ਲਵਾਂਗਾ। ਜਿਵੇਂ ਦੁੱਧ ਨੂੰ ਜਿਹੜਾ ਜਾਗ ਲਾ ਕਰਕੇ ਦਹੀਂ ਨੂੰ ਫਿਰ ਮੰਥਨ ਕਰੀਦਾ ਨਾ, ਰਿੜਕੀਦਾ ਹੈ, ਤੇ ਫਿਰ ਵਿੱਚੋਂ ਮੱਖਣ ਨਿਕਲ ਆਉਂਦਾ, ਤੇ ਮੱਖਣ ਦਾ ਘਿਓ ਪ੍ਰਾਪਤ ਕਰ ਲਈਦਾ। ਇਉਂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਸ ਹੈ ਨਾ, ਘਿਓ ਦੀ ਨਿਆਈ, ਕਹਿੰਦੇ ਉਹ ਮੈਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇੱਕ ਥਾਂ ਇਕੱਠਾ ਕਰ ਦਿਆਂਗਾ। ਤਿਮ ਜਗ ਮਹਿ ਕਰ ਬਾਦ ਵਿਵਾਦੂ। ਕਹਿੰਦੇ ਐਵੇਂ ਜਗਤ ਦੇ ਅੰਦਰ ਜਿਹੜੇ ਆ ਚਰਚਾ ਆਦਿਕ ਕਰਕੇ, ਛਾਣ ਬੀਣ ਕਰਕੇ, ਵੇਖ ਕਰਕੇ, ਚੰਗੀ ਤਰ੍ਹਾਂ ਚਾਖ ਕਰਕੇ, ਭਾਵ ਸਾਧੂ ਮਹਾਤਮਾ ਦੇ ਨਾਲ ਵੀ ਇਤਿਆਦਿਕ ਜਿਹੜੀ ਸੀ ਚਰਚਾ ਕਰਕੇ, ਜੋ ਵੀ ਅਸੀਂ
ਸੱਚ ਪਾਵਾਂਗੇ। ਗੁਰ ਜਸ ਸੰਚੋ ਦੇ ਅਹਲਾਦੂ। ਗੁਰੂ ਜੀ ਦਾ ਜਸ ਸੰਚ ਲਵਾਂਗਾ, ਕਵੀ ਜੀ ਕਹਿੰਦੇ ਇਕੱਠਾ ਕਰ ਲਵਾਂਗੇ, ਜੋ ਸਾਰੇ ਗੁਰਸਿੱਖਾਂ ਨੂੰ ਅਹਲਾਦੂ ਸੁਖ ਦੇਵੇਗਾ, ਆਨੰਦ ਦੇਵੇਗਾ। ਮਹਾਰਾਜ ਜੀ ਦਾ ਜਸ ਜਥਾ ਉਦਦ ਮਥ ਰਤਨ ਨਿਕਾਸੇ। ਹੁਣ ਪ੍ਰਮਾਣ ਦਿੰਦੇ, ਕਹਿੰਦੇ ਜਿਵੇਂ ਉਦਦ ਸਮੁੰਦਰ ਨੂੰ ਰਿੜਕ ਕਰਕੇ ਰਤਨ ਜਿਹੜੇ ਸੀ 14 ਉਹ ਪ੍ਰਕਾਸ਼ੇ ਸੀ, ਕੱਢਣਾ ਕੀਤੇ ਸੀਗੇ। ਵਹਿਰ ਭਏ ਜਗ ਮਹਿਦ ਪ੍ਰਕਾਸ਼ੇ। ਤੇ ਵਾਰ ਜਦੋਂ ਹੋਏ ਤੇ ਜਗਤ ਦੇ ਅੰਦਰ ਮਹਿਦ ਵੱਡੇ ਪ੍ਰਕਾਸ਼ੇ, ਜਿਵੇਂ ਸ੍ਰੀਮਣ ਰੰਭਾ ਬਾਰਨੀ ਧਨਕ ਧਨੰਤਰ ਬਾਜ। ਇਹ 14 ਰਤਨ ਜਿਹੜੇ ਸੀ ਕਵੀਰਾਜ ਕਹਿੰਦੇ ਫਿਰ ਪ੍ਰਗਟ ਹੋਏ ਸਮੁੰਦਰ ਨੂੰ ਮੰਥਨ ਕਰਕੇ। ਤਿਮ ਸਤਿਗੁਰ ਕੋ ਸੋ ਜਸ ਨਿਕਸੋਂ। ਇਉਂ ਸਤਿਗੁਰੂ ਜੀ ਦਾ ਜਸ ਜਿਹੜਾ ਨਾ ਮੈਂ ਬਾਕੀ ਗ੍ਰੰਥਾਂ ਦਾ ਮੰਥਨ ਕਰਕੇ ਕੱਢ ਲਵਾਂਗਾ, ਭਾਵ ਗ੍ਰੰਥਾਂ ਨੂੰ ਵਾਚ ਕਰਕੇ। ਜੇ ਗੁਰੂ ਸਾਹਿਬ ਜੀ ਦੀ ਕਥਾ ਅੱਜ ਜਿਹੜੀ ਸੀ ਵੇਖਣੀ ਹੁੰਦੀ ਤੇ ਖੌਰੇ ਕਿੰਨੇ ਕਿੰਨੇ ਗ੍ਰੰਥ ਕਿੱਥੋਂ ਕਿੱਥੋਂ ਲੱਭਣੇ, ਕਿਉਂਕਿ ਇੱਕ ਗ੍ਰੰਥ ਦੀ ਸੰਭਾਲ ਕਰਨੀ ਜਿਹੜੀ ਹੈ ਉਹ ਅੱਜ ਕੱਲ੍ਹ ਦੇ ਸਮੇਂ ਵਿੱਚ ਕਿਹੋ ਜਿਹੀ ਦੁਸਤਰ ਹੋਈ ਹੈ। ਬਹੁਤ ਸਾਰਾ ਜਿਹੜਾ ਖਜ਼ਾਨਾ ਨਾ ਉਹ ਗਵਾਚਦਾ ਹੀ ਜਾ ਰਿਹਾ। ਹੱਥ ਲਿਖਤਾਂ ਦੇ ਜਿਹੜੇ ਹੈ ਸਰੂਪ ਇਉਂ ਜ਼ਿਕਰ ਆਉਂਦਾ ਹੈ ਕਿ ਕਈਆਂ ਨੂੰ ਜਿਨ੍ਹਾਂ ਨੂੰ ਸਾਰ ਹੀ ਨਹੀਂ ਸੀ, ਉਹਨਾਂ ਨੇ ਆਪਣੇ ਬਜ਼ੁਰਗਾਂ ਦੀ ਜਿਹੜੀ ਰੱਖ ਕੇ ਸੰਭਾਲ ਕਰਕੇ ਰੱਖੀ ਹੋਈ ਇਹੋ ਜਿਹੀ ਧਰੋਹਰ, ਜਦੋਂ ਅੱਗੇ ਤੋਂ ਅੱਗੇ ਬੱਚੇ ਗੁਰਸਿੱਖੀ 'ਚ ਨਾ ਰਹੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਘਰ ਵਿੱਚ ਤਾਂ ਸਾਡੀਆਂ ਪੁਸ਼ਤਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਹੈ। ਤੇ ਉਹਨਾਂ ਨੂੰ ਇਹ ਕਈ ਬਾਹਰਲੇ ਦੇਸ਼ਾਂ ਵਿੱਚ ਵੀ ਇਹੋ ਜਿਹੀਆਂ ਘਟਨਾਵਾਂ ਹੋਈਆਂ, ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਹੈ। ਬਜ਼ੁਰਗ ਚੜ੍ਹਾਈ ਕਰ ਗਏ, ਦਾਦੀ ਦਾਦਾ ਮਾਤਾ ਪਿਤਾ ਚਲੇ ਗਏ, ਬੱਚਿਆਂ ਕੋਲ ਅੱਗੇ ਸਿੱਖੀ ਹੈ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ। ਫਿਰ ਦੇਸ਼ ਦੀ ਧਰਤੀ 'ਤੇ ਵੀ ਕਈ ਇਹੋ ਜਿਹੇ ਵਾਕਿਆਤ ਹੋਏ ਹੈ ਕਿ ਕਈਆਂ ਨੇ ਜਿਹੜੇ ਸੀ ਨਾ ਉਹ ਪੁਰਾਤਨ ਹੱਥ ਲਿਖਤਾਂ ਨੂੰ ਵੇਖ ਕਰਕੇ, ਜਿਹੜੇ ਕੋਈ ਇਤਿਹਾਸ ਦੇ ਗ੍ਰੰਥ ਸੀਗੇ, ਇਸ ਪ੍ਰਕਾਰ ਕਹਿਣ ਲੱਗੇ ਕਿ ਇਹ ਤਾਂ ਸ਼ਾਇਦ ਰੱਦੀ ਹੈ। ਉਹ ਰੱਦੀ ਦੇ ਭਾਅ 'ਚ ਹੀ ਉਹਨਾਂ ਨੇ ਵੇਚ ਦੇਣਾ ਕੀਤੇ। ਇਸ ਪ੍ਰਕਾਰ ਕਈਆਂ ਨੇ ਗਾਚਨੀ ਬਣਾ ਲਈ, ਪਤਾ ਹੀ ਨਹੀਂ ਕਿ ਇਹ ਕੈਸਾ ਵਡਮੁੱਲਾ ਖਜ਼ਾਨਾ ਹੈ। ਇਸ ਪ੍ਰਕਾਰ ਕਵੀਰਾਜ ਕਹਿੰਦੇ ਹੈ, ਦੱਸਦੇ ਹਨ ਕਿ ਮੈਂ ਮੰਥਨ ਕਰਕੇ ਸਾਰੇ ਗ੍ਰੰਥਾਂ ਦਾ, ਤੋਂ ਇਸ ਪ੍ਰਕਾਰ ਇਸ ਪਾਵਨ ਗ੍ਰੰਥ ਦੇ ਅੰਦਰ ਗੁਰੂ ਜੀ ਦਾ ਜਸ ਜਿਹੜਾ ਹੈ ਉਹ ਭਰ ਦਿਆਂਗਾ। ਸਭ ਤੇ ਸੁਨ ਇੱਕ ਥਾਨ ਪ੍ਰਕਾਸ਼ੋ। ਸਾਰਿਆਂ ਤੋਂ ਸੁਣ ਕਰਕੇ ਵੀ, ਕਿਉਂਕਿ ਕਵੀਰਾਜ ਬਹੁਤ ਬਜ਼ੁਰਗਾਂ ਦੇ ਕੋਲੋਂ ਵੀ ਸਤਿਗੁਰਾਂ ਦਾ ਇਤਿਹਾਸ ਪੁੱਛਿਆ ਕਰਦੇ, ਤੇ ਜਿਹੜਾ ਫਿਰ ਗੁਰਮਤਿ ਦੇ ਅਨੁਕੂਲ ਹੁੰਦਾ ਉਹ ਕਵੀਰਾਜ ਜੀ ਲਿਖਦੇ। ਕਿਉਂਕਿ ਕਵੀਰਾਜ ਦੇ ਕੋਲ ਇਹੋ ਜਿਹੇ ਬਜ਼ੁਰਗ ਵੀ ਕਵੀਰਾਜ ਜੀ ਨੂੰ ਪ੍ਰਾਪਤ ਹੁੰਦੇ ਜਿਨ੍ਹਾਂ ਦੀ 100 ਸਾਲ ਤੱਕ ਦੀ ਉਮਰ ਸੀਗੀ, ਤੇ ਬਹੁਤ ਸਾਰਾ ਸੀਨੇ ਬਸੀਨੇ ਚੱਲਦਾ ਆ ਰਿਹਾ ਵੀ ਇਤਿਹਾਸ ਜਿਹੜਾ ਸੀ ਉਹ ਕਵੀਰਾਜ ਜੀ ਨੂੰ ਪ੍ਰਾਪਤ ਹੋਇਆ। ਤੇ ਕਵੀਰਾਜ ਕਹਿੰਦੇ ਜਿਵੇਂ ਗੁਰੂ ਜੀ ਦੇ ਸਿੱਖਾਂ ਦੇ ਮੁਖ ਤੋਂ ਜਿਹੜੀ ਪ੍ਰਕਾਸ਼ੀ ਹੋਈ ਕਥਾ ਗੁਰੂ ਜੀ ਦੇ ਜਸ ਦੀ, ਉਹ ਵੀ ਲਿਖ ਦਿਆਂਗੇ। ਪੂਰਬ ਮੈਂ ਸ੍ਰੀ ਨਾਨਕ ਕਥਾ। ਕਹਿੰਦੇ ਪਹਿਲਾਂ ਹੁਣ ਇਹ ਸੰਕੇਤ ਦੇ ਰਹੇ ਇੱਥੇ ਕਵੀਰਾਜ ਕਹਿੰਦੇ, ਪੂਰਵ ਪਹਿਲਾਂ ਮੈਂ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਜੋ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ, ਛੰਦਨ ਬਿਖੈ ਰਚੀ ਮਤ ਜਥਾ। ਉਹ ਛੰਦਾਂ ਦੇ ਵਿੱਚ ਕਵੀਰਾਜ ਜੀ ਕਹਿੰਦੇ ਰਚ ਦਿੱਤੀ ਹੈ। ਭਾਵ ਜਦੋਂ ਗੁਰੂ ਅੰਗਦ ਸਾਹਿਬ ਜੀ ਤੋਂ ਇਤਿਹਾਸ ਲਿਖਣਾ ਆਰੰਭ ਕਰਨਾ ਹੈ, ਉਸ ਤੋਂ ਪਹਿਲਾਂ ਕਵੀਰਾਜ ਜੀ ਨੇ ਇਹ ਜੋ ਬੇਨਤੀਆਂ ਕੀਤੀਆਂ ਨੇ, ਇਸ ਤੋਂ ਪਹਿਲਾਂ ਕਵੀਰਾਜ ਜੀ ਇਹ ਇੱਥੋਂ ਪੱਕਾ ਹੋ ਰਿਹਾ ਹੈ ਕਿ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਸਿਰਜਣਾ ਕਰ ਚੁੱਕੇ ਸੀ। ਕਵੀਰਾਜ ਕਹਿੰਦੇ ਉਹ ਛੰਦਾਬੰਦੀ ਦੇ ਅੰਦਰ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਜਸ ਜਿਹੜਾ ਹੈ ਉਹ ਰਚ ਦਿੱਤਾ ਏ। ਰਹਿਓ ਚਾਹਤੋ ਗੁਰਨ ਬ੍ਰਿਤਾਂਤ। ਤੇ ਅਸੀਂ ਚਾਹੁੰਦੇ ਰਹੇ ਕਿ ਸਤਿਗੁਰਾਂ ਜੀ ਦੇ ਸਾਰੇ 10 ਪਾਤਸ਼ਾਹੀਆਂ ਦੇ, ਗੁਰੂ ਅੰਗਦ ਸਾਹਿਬ ਤੋਂ ਲੈ ਕੇ ਧੰਨ ਗੁਰੂ 10ਵੇਂ ਪਾਤਸ਼ਾਹ ਜੀ ਤੱਕ ਜੋ ਬ੍ਰਿਤਾਂਤ ਵਰਤੇ ਆ, ਨਹਿ ਪਾਇਓ ਤਿਸ ਤੇ ਪਛਾਤ। ਅਸੀਂ ਤਿਸ ਤੋਂ ਪਛਾਤ ਭਾਵ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਲਿਖਣ ਤੋਂ ਬਾਅਦ ਸਾਨੂੰ ਐਸਾ ਜਿਹੜਾ ਸੀ ਨਾ ਉਹ ਸਮਾਂ ਨਹੀਂ ਪ੍ਰਾਪਤ ਹੋਇਆ, ਐਸਾ ਮੌਕਾ ਨਹੀਂ ਬਣਿਆ, ਪਰ ਸਾਡਾ ਦਿਲ ਚਾਹੁੰਦਾ ਸੀ ਕਿ ਗੁਰੂ ਸਾਹਿਬ ਜੀ ਦੇ ਜਸ ਦੀ ਕਥਾ ਜਿਹੜੀ ਹੈ ਉਹ ਲਿਖਣਾ ਕਰੀਏ। ਪਰਾ ਲਬਦ ਕਰ ਕਿਤ ਕਿਤ ਰਹੇ। ਫਿਰ ਕਹਿੰਦੇ ਆ ਪਰਾਰਬਧ ਦਾ ਕਰਕੇ ਕਿਤੇ ਕਿਤੇ ਅਸੀਂ ਜਿਹੜੇ ਸੀ ਰਹੇ, ਕਿਉਂਕਿ ਕਦੇ ਫਿਰ ਕਵੀਰਾਜ ਪਟਿਆਲੇ ਵੀ ਰਹੇ ਤੇ ਕਦੇ ਫਿਰ ਬੂੜੀਏ ਆਦਿਕ ਨਗਰਾਂ ਵਿੱਚ ਵੀ ਆ ਕਰਕੇ ਰਹੇ। ਜਦੋਂ ਜ਼ਿੰਦਗੀ ਦੇ ਅੰਦਰ ਕਠਿਨਾਈਆਂ ਵੀ ਆਈਆਂ, ਫਿਰ
ਕਵੀਰਾਜ ਦੱਸਦੇ ਹਨ ਕਿ ਜਦੋਂ ਵਾਹਿਗੁਰੂ ਦੇ ਹੁਕਮ ਅਨੁਸਾਰ ਅਸੀਂ ਕਿਤੇ ਕਿਤੇ ਸੰਸਾਰ ਦੇ ਅੰਦਰ ਜਦੋਂ ਵਿਚਰੇ, ਉਹ ਟਾਈਮ ਪੀਸ ਮੇਰੇ ਸਾਹਮਣੇ ਰੱਖ ਦੇ, ਮੈਨੂੰ ਸਮੇਂ ਦਾ ਪਤਾ ਨਹੀਂ ਲੱਗਣਾ। ਤੋ ਇਸ ਪ੍ਰਕਾਰ ਕਵੀਰਾਜ ਦੱਸਦੇ ਹਨ, ਪਰਾ ਲਬਦ ਕਰ ਕਿਤ ਕਿਤ ਰਹੇ। ਪਰ ਰਬਦ ਦਾ ਕਰਕੇ ਕਿਤੇ ਕਿਤੇ ਕਵੀਰਾਜ ਜੀ ਕਹਿੰਦੇ ਅਸੀਂ ਰਹੇ ਆਪਣੀ ਜ਼ਿੰਦਗੀ ਦੇ ਅੰਦਰ। ਚਿਤ ਮਹਿ ਗੁਰ ਜਸ ਰਚਬੋ ਤੇ ਚਹੇ। ਚਿੱਤ ਦੇ ਅੰਦਰ ਅਸੀਂ ਗੁਰੂ ਸਾਹਿਬ ਜੀ ਦਾ ਜਸ ਜਿਹੜਾ ਸੀ ਨਾ ਉਹ ਰਚਣਾ ਚਾਹੁੰਦੇ ਸਾਂ। ਇੱਛਾ ਸਾਡੇ ਬਹੁਤ ਵਧੇਕ ਮਨ ਦੇ ਅੰਦਰ ਸਦਾ ਲੱਗੀ ਰਹਿੰਦੀ। ਕਰਮ ਕਾਲ ਤੇ ਕੈਂਥਲ ਆਏ। ਕਹਿੰਦੇ ਵਾਹਿਗੁਰੂ ਦੀ ਇਹੋ ਜੀ ਫਿਰ ਜਿਹੜੀ ਸੀ ਕਿਰਿਆ ਵਰਤੀ ਕਿ ਸਾਡੇ ਕਰਮਾਂ ਦੀ ਇਹੋ ਜੀ ਜਿਹੜੀ ਸੀ ਰੇਖ ਹੋਈ। ਉਹ ਪਿੱਛੇ ਰੱਖ ਦਿਓ ਨਾ ਕੰਧ ਨਾਲ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹੋ ਜੀ ਕਲਾ ਵਰਤੀ ਕਿ ਅਸੀਂ ਫਿਰ ਕੈਂਥਲ ਦੇ ਵਿੱਚ ਜਿਹੜੇ ਸੀ ਆ ਗਏ। ਥਿਤ ਹੋਏ ਜਪਜੀ ਅਰਥ ਬਨਾਏ। ਇੱਥੇ ਥਿਤ ਖੜੇ ਹੋ ਕਰਕੇ ਫਿਰ ਪੜੋ ਪਿੱਛੋਂ ਪੰਕਤੀਆਂ। ਕਰਮ ਕਾਲ ਤੇ ਕੈਂਥਲ ਆਏ। ਤੇ ਵਾਹਿਗੁਰੂ ਨੇ ਇਹੋ ਜੀ ਸਾਡੀ ਜਿਹੜੀ ਸੀ ਪਰਰਬਦ ਰਚੀ, ਕਰਮਾਂ ਵਿੱਚ ਲਿਖਿਆ ਹੋਇਆ ਸੀ। ਕਵੀ ਜੀ ਕਹਿੰਦੇ ਉਹ ਸਮਾਂ ਆਣ ਬਣਿਆ ਜਦੋਂ ਅਸੀਂ ਕੈਂਥਲ ਵਿੱਚ ਆ ਗਏ। ਥਿਤ ਹੋਏ ਜਪਜੀ ਅਰਥ ਬਨਾਏ। ਤੇ ਅਸੀਂ ਉੱਥੇ ਰਹਿ ਕਰਕੇ ਫਿਰ ਜਪਜੀ ਸਾਹਿਬ ਦੀ ਬਾਣੀ ਦੇ ਜਿਹੜੇ ਅਰਥ ਸੀ ਨਾ ਉਹ ਕਵੀਰਾਜ ਕਹਿੰਦੇ ਕਰਨਾ ਕੀਤੇ। ਪੁਨ ਸੰਯੋਗ ਹੋਏ ਅਸ ਗਇਓ। ਫਿਰ ਐਸਾ ਸੰਜੋਗ ਕਵੀਰਾਜ ਕਹਿੰਦੇ ਹੋ ਗਿਆ। ਰਾਮ ਚਰਿਤ ਕਉ ਮਨ ਹੁਲਸਇਓ। ਤੇ ਜਿਹੜੀ ਰਮਾਇਣ ਹੈ ਨਾ ਉਹਦਾ ਵੀ ਟੀਕਾ ਕਵੀਰਾਜ ਜੀ ਨੇ ਕਰਨਾ ਕੀਤਾ। ਜੋ ਬਾਲਮੀਕ ਜੀ ਦੀ ਰਚੀ ਹੋਈ ਰਮਾਇਣ ਹੈ ਉਹਦਾ ਕਵੀਰਾਜ ਜੀ ਕਹਿੰਦੇ ਅਸੀਂ ਟੀਕਾ ਜਿਹੜਾ ਸੀ ਕਰਨਾ ਕੀਤਾ। ਪਹਿਲਾਂ ਰਾਜਾ ਉਦੈ ਸਿੰਘ ਜੀ ਦੇ ਬੇਨਤੀ ਕਰਨ ਤੋਂ ਆਪ ਜੀ ਨੇ ਗਰਭਗੰਜਨੀ ਟੀਕਾ ਜਿਹੜਾ ਸੀ ਉਹ ਕਰਨਾ ਕੀਤਾ। ਫਿਰ ਜਿਹੜੀ ਸੀ ਇਸ ਪ੍ਰਕਾਰ ਰਮਾਇਣ ਇਹਦਾ ਕਵੀਰਾਜ ਜੀ ਕਹਿੰਦੇ ਅਸੀਂ ਟੀਕਾ ਕਰਨਾ ਕੀਤਾ। ਬਾਲਮੀਕ ਕ੍ਰਿਤ ਕਥਾ ਸੁਣੀ ਜਬ। ਤੇ ਜਦੋਂ ਬਾਲਮੀਕ ਜੀ ਦੀ ਲਿਖੀ ਹੋਈ ਰਮਾਇਣ ਦੀ ਅਸੀਂ ਕਥਾ ਜਿਹੜੀ ਸੀ ਛੰਦਾਬੰਦੀ ਦੇ ਅੰਦਰ ਕਰਨਾ ਕੀਤੀ। ਚੰਦਨ ਬਿਖੈ ਰਚੀ ਤਬ ਹਮ ਸਭ। ਅਸੀਂ ਉਹ ਸਾਰੀ ਜਦੋਂ ਸੁਣੀ ਤਾਂ ਸੁਣ ਕਰਕੇ ਫਿਰ ਅਸੀਂ ਛੰਦਾਬੰਦੀ ਦੇ ਅੰਦਰ ਜਿਹੜੀ ਸੀ ਰਚ ਦੇਣਾ ਕੀਤੀ। ਰਾਮ ਕਥਾ ਪਾਵਨ ਬਿਸਤਾਰੀ। ਇਹ ਸ਼੍ਰੀ ਰਾਮਚੰਦਰ ਜੀ ਦੀ ਪਵਿੱਤਰ ਜਿਹੜੀ ਕਥਾ ਸੀ ਅਸੀਂ ਉਸ ਦਾ ਵਿਸਥਾਰ ਛੰਦਾਬੰਦੀ ਵਿੱਚ ਕੀਤਾ। ਸੁਨ ਸਭ ਨੀਕੀ ਰੀਤ ਉਤਾਰੀ। ਤੇ ਸਾਰਿਆਂ ਨੇ ਨਾ ਉਹਦਾ ਉਤਾਰੇ ਵੀ ਅੱਗੋਂ ਕਈਆਂ ਨੇ ਕਰਨਾ ਕੀਤੇ। ਕਵੀਰਾਜ ਕਹਿੰਦੇ ਅਸੀਂ ਵੀ ਉਸ ਰਮਾਇਣ ਦਾ ਉਤਾਰਾ ਜਿਹੜਾ ਸੀਗਾ ਨਾ ਛੰਦਾਬੰਦੀ ਦੇ ਅੰਦਰ ਕਰ ਦੇਣਾ ਕੀਤਾ। ਸੁੰਦਰ ਬਨਿਓ ਰਮਾਇਣ ਮਹਾ। ਬਹੁਤ ਜ਼ਿਆਦਾ ਸੁੰਦਰ ਉਹ ਰਮਾਇਣ ਜਿਹੜੀ ਸੀ ਬਣੀ। ਕਵੀਰਾਜ ਜੀ ਨੇ ਉਹਦੇ ਵਿੱਚ ਵੀ ਆਪਣੇ ਇਸ਼ਟ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜ਼ਿਕਰ ਕੀਤਾ। ਭਾਵੇਂ ਲਿਖਦੇ ਸ਼੍ਰੀ ਰਾਮਚੰਦਰ ਜੀ ਦਾ ਚਰਿੱਤਰ ਹੈ ਪਰ ਆਪਣੇ ਇਸ਼ਟ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸਰੂਪ ਵਰਣਨ ਕਰਦੇ ਹੈ। ਇਸ ਪ੍ਰਕਾਰ ਇਹ ਵਿਦਵਾਨ ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਹੋਰ ਵੀ ਗ੍ਰੰਥ ਜਿਹੜੇ ਸਿਰਜੇ ਆ ਉਹਨਾਂ ਦਾ ਟੂਕ ਮਾਤਰ ਇੱਥੇ ਜ਼ਿਕਰ ਕਰਦੇ ਹਨ। ਤਤ ਛਿਨ ਲਿਖ ਲੀਨਸ ਜਹ ਕਹਾਂ। ਜਿੱਥੇ ਕਿੱਥੇ ਫਿਰ ਕਹਿੰਦੇ ਤਤ ਛਿਨ ਬੜੀ ਛੇਤੀ ਨਾਲ ਹੋਰ ਵੀ ਕਈਆਂ ਨੇ ਲਿਖ ਲੈਣਾ ਕੀਤਾ। ਤੇ ਅਸੀਂ ਵੀ ਕਹਿੰਦੇ ਇਸ ਗ੍ਰੰਥ ਨੂੰ ਜਿਹੜਾ ਸੀਗਾ ਨਾ ਬੜੀ ਛੇਤੀ ਹੀ ਲਿਖ ਲੈਣਾ ਕੀਤਾ। ਹੁਣ ਵਿਦਾਂਤ ਕੋ ਗ੍ਰੰਥ ਮਹਾਨ। ਫਿਰ ਵੇਦਾਂਤ ਦਾ ਜਿਹੜਾ ਸੀ ਨਾ ਮਹਾਨ ਗ੍ਰੰਥ। ਉਪਨਿਸ਼ਦਨ ਕੋ ਜਹ ਬਖਿਆਨ। ਜਿਹਦੇ ਅੰਦਰ ਉਪਨਿਸ਼ਦਾਂ ਦਾ ਜਿਹੜਾ ਬਖਿਆਨ ਜੋ ਕੀਤਾ ਹੋਇਆ ਏ। ਆਤਮ ਕੋ ਪੁਰਾਨ ਜਿਸ ਨਾਮ। ਆਤਮ ਪੁਰਾਣ ਟੀਕਾ ਜਿਹੜਾ ਸੀ ਨਾ ਉਹ ਕਵੀਰਾਜ ਜੀ ਨੇ ਫਿਰ ਕਰਨਾ ਕੀਤਾ। ਕਹਿੰਦੇ ਨੇ ਉਪਨਿਸ਼ਦਾਂ ਦੇ ਅੰਦਰ ਜੋ ਆਤਮਾ ਦੀ ਵਿਚਾਰ ਲਿਖੀ ਹੋਈ ਹੈ ਇਸ ਪ੍ਰਕਾਰ ਕਹਿੰਦੇ ਉਹ ਅਸੀਂ ਮੰਥਨ ਕਰਕੇ ਨਾ ਸਾਰਾ ਸਾਰ ਜਿਹੜਾ ਸੀ ਉਹ ਕੱਢਣਾ ਕੀਤਾ। ਸਕਲ ਬਨਾਇਓ ਸੋ ਅਬਿਰਾਮ। ਸਾਰਾ ਉਹ ਬੜਾ ਸੁੰਦਰ ਜਿਹੜਾ ਸੀ ਅਸੀਂ ਬਣਾਉਣਾ ਕੀਤਾ ਆਤਮ ਪੁਰਾਣ। ਬਹੁਤ ਬਰਸ ਬੀਤੇ ਜਬ ਲਹੇ। ਜਦੋਂ ਬਹੁਤ ਬਰਸ ਬੀਤ ਗਏ, ਬੜੇ ਸਾਲ ਬੀਤ ਗਏ, ਕਵੀਰਾਜ ਕਹਿੰਦੇ ਸਾਨੂੰ ਇਉਂ ਇਹ ਗ੍ਰੰਥ ਸਿਰਜ ਕਰਕੇ। ਗੁਰ ਜਸ ਰਚਨ ਚਾਹਤੇ ਰਹੇ। ਗੁਰੂ ਜੀ ਦਾ ਜਸ ਅਸੀਂ ਰਚਨਾ ਚਾਹੁੰਦੇ ਰਹੇ ਮਨ ਦੇ ਅੰਦਰ। ਵੇਖੋ ਕਵੀਰਾਜ ਜੀ ਦੇ ਅੰਦਰ ਲਾਲਸਾ ਹੈ। ਮਹਾਰਾਜਾ ਉਦੈ ਸਿੰਘ ਨੇ ਜਦੋਂ ਆਪ ਜੀ ਨੇ ਰਮਾਇਣ ਨੂੰ ਛੰਦਾਬੰਦੀ ਦੇ ਅੰਦਰ ਲਿਖਿਆ, ਖੁਸ਼ ਹੋ ਕੇ ਆਪ ਜੀ ਨੂੰ ਇੱਕ ਨਗਰ ਵੀ ਭੇਟ ਕੀਤਾ ਸੀਗਾ। ਇਹ ਜ਼ਿਕਰ ਆਉਂਦਾ ਹੈ।
ਤੋ ਕਵੀਰਾਜ ਜੀ ਦੇ ਅੰਦਰ ਲਾਲਸਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇਤਿਹਾਸ ਦੇ ਲਿਖਣ ਦੀ। ਕਹਿੰਦੇ ਬੜੇ ਸਾਲ ਬੀਤ ਗਏ ਪਰ ਸਾਡੀ ਉਹ ਲਾਲਸਾ ਵੱਧਦੀ ਜਾਂਦੀ ਸੀ ਮਨ ਦੇ ਅੰਦਰ ਕਿ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਲਿਖਣਾ ਕਰੀਏ। ਔਰ ਅਭਿਲਾਖਾ ਨਿਤ ਕੀ ਮੇਰੀ, ਤੇ ਹਿਰਦੇ ਵਿੱਚ ਸਾਡੇ ਨਿਤਾ ਪ੍ਰਤੀ ਇਹ ਅਭਿਲਾਖਾ ਇੱਛਾ ਜਿਹੜੀ ਸੀ ਬਣੀ ਰਹਿੰਦੀ ਸੀਗੀ। ਸਤਿਗੁਰ ਕਿਰਪਾ ਦ੍ਰਿਸ਼ਟ ਕਰ ਹੇਰੀ, ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਸਾਡੇ ਵੱਲ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ। ਜਦੋਂ ਇਹ ਮਹਾਰਾਜ ਦੀ ਮਿਹਰ ਹੋਈ ਤੇ ਅਸੀਂ ਇਤਿਹਾਸ ਲਿਖਣਾ ਸ਼ੁਰੂ ਕੀਤਾ। ਭਇਓ ਅਚਾਨਕ ਸੰਚੈ ਆਈ, ਅਚਾਨਕ ਹੀ ਇਹ ਸਾਰਾ ਕੁਝ ਫਿਰ ਕਹਿੰਦੇ ਆ ਇਕੱਠਾ ਹੋ ਗਿਆ ਖਜ਼ਾਨਾ ਆ ਕਰਕੇ। ਕਿਉਂਕਿ ਆਪਣੀ ਇੱਛਾ ਕਵੀਰਾਜ ਨੇ ਜਦੋਂ ਰਾਜਾ ਉਦੇ ਸਿੰਘ ਜੀ ਨੂੰ ਦੱਸੀ, ਉਹਨਾਂ ਨੇ ਵੀ ਬਹੁਤ ਵੱਡਾ ਐਲਾਨ ਕਰਾਇਆ ਥਾਵਾਂ ਥਾਵਾਂ ਤੇ ਕਿ ਜਿੱਥੇ ਵੀ ਗੁਰੂ ਸਾਹਿਬ ਜੀ ਦੇ ਕੋਈ ਜਸ ਦਾ ਲਿਖਤ ਪ੍ਰਾਪਤ ਹੋਵੇ ਉਹ ਪੋਥੀਆਂ ਸਾਹਿਬ ਸਾਡੇ ਰਾਜ ਵਿੱਚ ਪਹੁੰਚਾਈਆਂ ਜਾਣ। ਜੋ ਕੋਈ ਨਹੀਂ ਦੇ ਸਕਦਾ ਤੇ ਉਹ ਲੈ ਕੇ ਆਵੇ, ਅਸੀਂ ਉਹਦੇ ਉਤਾਰੇ ਕਰ ਲਵਾਂਗੇ। ਇਉਂ ਰਾਜਾ ਉਦੇ ਸਿੰਘ ਜੀ ਨੇ ਵੀ ਬਹੁਤ ਭਾਰੀ ਸਹਾਇਤਾ ਕੀਤੀ ਕਵੀਰਾਜ ਜੀ ਦੀ। ਬੜਾ ਉਦਮ ਹੋਇਆ। ਸਰਬ ਗੁਰਨ ਕੋ ਜਸ ਸਮੁਦਾਈ, ਸਾਰੇ ਗੁਰੂ ਸਾਹਿਬਾਂ ਦਾ ਜਿਹੜਾ ਜਸ ਸੀ ਕਵੀਰਾਜ ਕਹਿੰਦੇ ਫਿਰ ਇਕੱਠਾ ਕਰ ਲਿਆ। ਚਾਹਤ ਭਏ ਆਪ ਗੁਰ ਜਬ ਹੂੰ, ਜਦੋਂ ਗੁਰੂ ਸਾਹਿਬ ਜੀ ਆਪ ਹੀ ਸਤਿਗੁਰਾਂ ਜੀ ਦੀ ਇੱਛਾ ਹੋਈ, ਜਦੋਂ ਮਹਾਰਾਜ ਸਾਹਿਬ ਜੀ ਨੇ ਆਪ ਹੀ ਚਾਹਿਆ ਕਿ ਇਤਿਹਾਸ ਲਿਖਿਆ ਜਾਵੇ। ਭਾ ਸੰਚ 10 ਗੁਰ ਜਸ ਸਭ ਹੂੰ, ਕਹਿੰਦੇ ਉਦੋਂ ਫਿਰ ਗੁਰੂ 10 ਗੁਰੂ ਸਾਹਿਬਾਂ ਦਾ ਜਿਹੜਾ ਜਸ ਸੀ ਨਾ ਉਹ ਸੰਚ ਇਕੱਠਾ ਹੋ ਗਿਆ। ਭਾਵ ਸਾਡੇ ਕੋਲ ਬਹੁਤ ਸਾਰਾ ਖਜ਼ਾਨਾ ਜਿਹੜਾ ਸੀ ਜਦੋਂ ਗੁਰੂ ਸਾਹਿਬ ਨੂੰ ਪਾਇਆ ਤੇ ਉਹ ਆ ਕਰਕੇ ਜਮ੍ਹਾਂ ਹੋ ਗਿਆ। ਉਹ ਕਵੀਰਾਜ ਕਹਿੰਦੇ ਹਨ ਫੇਰ ਉਮੰਗ ਮੋਹਿ ਮਨ ਆਈ, ਫਿਰ ਕਹਿੰਦੇ ਸਾਡੇ ਮਨ ਦੇ ਅੰਦਰ ਇਹ ਉਮੰਗ ਆਈ, ਇਹ ਚਾਹਤ ਪੈਦਾ ਹੋਈ। ਕਰਨ ਲੱਗਿਓ ਇਹ ਗ੍ਰੰਥ ਸੁਹਾਈ, ਤੇ ਇਹ ਸੋਹਣਾ ਗ੍ਰੰਥ ਜਿਹੜਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਇਹ ਕਵੀਰਾਜ ਕਹਿੰਦੇ ਅਸੀਂ ਫਿਰ ਕਰਨ ਲੱਗ ਗਏ, ਭਾਵੇਂ ਰਚਨਾ ਕਰਨੀ ਸ਼ੁਰੂ ਕਰ ਦਿੱਤੀ। ਰਾਮ ਕੋਇਰ ਕੇ ਮੁਖ ਤੇ ਕਥਾ, ਇਹ ਕਵੀਰਾਜ ਕਹਿੰਦੇ ਅਸੀਂ ਕਥਾ ਜਿਹੜੀ ਹੈ ਨਾ ਭਾਈ ਰਾਮ ਕੋਇਰ ਜੀ ਦੇ ਮੁਖ ਤੋਂ ਜਿਹੜੀ ਆ ਉਹ ਕਹੀ ਹੈ ਸਾਰੀ। ਵਰਨੋ ਸਭ ਮੈਂ ਹੋਈ ਜਥਾ, ਇਹ ਅਸੀਂ ਵਰਣਨ ਕਰਾਂਗੇ ਜਿਸ ਤਰ੍ਹਾਂ ਹੋਈ ਹੈ ਜਥਾ ਸਾਰੀ। ਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਦਾ ਜਿਹੜਾ ਪਵਿੱਤਰ ਇਤਿਹਾਸ ਹੈ ਕਵੀਰਾਜ ਕਹਿੰਦੇ ਉਹ ਅਸੀਂ ਭਾਈ ਰਾਮ ਕੋਇਰ ਜੀ ਦੇ ਮੁਖ ਤੋਂ ਸਾਰਾ ਜਿਹੜਾ ਹੈ ਉਹ ਵਰਣਨ ਕਰਾਂਗੇ। ਇਸ ਪ੍ਰਕਾਰ ਕਵੀਰਾਜ ਜੀ ਨੇ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਿਹੜੇ ਪਵਿੱਤਰ ਜੀਵਨ ਦੀ ਕਥਾ ਲਿਖੀ ਕਿਵੇਂ ਗਈ ਹੈ, ਕਿਵੇਂ ਕਾਰਨ ਬਣੇ ਹੈ, ਉਹ ਕਵੀਰਾਜ ਜੀ ਨੇ ਜ਼ਿਕਰ ਕੀਤਾ ਹੈ। ਫਿਰ ਇਸ ਕਵਿਤਾ ਦੇ ਅੰਦਰ ਜਿਹੜੀਆਂ ਬੋਲੀਆਂ ਵਰਤੀਆਂ ਗਈਆਂ ਹਨ, ਤਕਰੀਬਨ ਬਹੁਤਾ ਬ੍ਰਿਜ ਭਾਸ਼ਾ ਵਿੱਚ ਕਵੀਰਾਜ ਜੀ ਨੇ ਜਿਹੜੀ ਹੈ ਉਹ ਕਵਿਤਾ ਉਚਾਰਨ ਕੀਤੀ ਹੈ। ਬਹੁਤ ਸਾਰੀਆਂ ਬੋਲੀਆਂ ਵਰਤੀਆਂ ਹਨ ਭਾਵੇਂ ਇਸ ਕਵਿਤਾ ਦੇ ਅੰਦਰ। ਫਿਰ ਛੰਦਾਬੰਦੀ ਦੀਆਂ ਅਨੇਕਾਂ ਪ੍ਰਕਾਰ ਦੀਆਂ ਚਾਲਾਂ ਹਨ। ਉਹ ਜਿਹੜੇ ਛੰਦ ਹੈ ਉਹਨਾਂ ਛੰਦਾਂ ਦੇ ਸਰੂਪ ਕਵੀਰਾਜ ਜੀ ਨੇ ਸ੍ਰੀ 10ਵੇਂ ਗ੍ਰੰਥ ਤੋਂ ਲੈਣਾ ਕੀਤੇ, ਕਿਉਂਕਿ ਸ੍ਰੀ 10ਵੇਂ ਗ੍ਰੰਥ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅਨੰਤ ਹੀ ਛੰਦ ਉਚਾਰੇ ਹੈ। ਉਹਨਾਂ ਛੰਦਾਂ ਦੀਆਂ ਬੇਸ਼ੁਮਾਰ ਚਾਲਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਚਾਰਨ ਕੀਤੀਆਂ ਨੇ ਤੇ ਉਹ ਕਵੀਰਾਜ ਜੀ ਨੇ ਇਸ ਪ੍ਰਕਾਰ ਉਹਨਾਂ ਤੋਂ ਸਾਰਾ ਸਰੋਤ ਲੈ ਕਰਕੇ ਤੇ ਬੜੇ ਬੜੇ ਮਰਹਰੀ ਛੰਦ, ਨਰਾਜ ਛੰਦ, ਸਿਰਖੰਡੀ ਛੰਦ, ਇਸ ਤਰ੍ਹਾਂ ਬੜੇ ਇਹ ਛੰਦਾਂ ਦੇ ਨਾਮ ਜਿਹੜੇ ਆ ਉਹ ਕਵੀਰਾਜ ਜੀ ਨੂੰ ਸਾਰਾ ਸਰੋਤ ਸ੍ਰੀ 10ਵੇਂ ਗ੍ਰੰਥ ਤੋਂ ਪ੍ਰਾਪਤ ਹੋਇਆ ਹੈ। ਤੇ ਜਦੋਂ ਫਿਰ ਕਵੀਰਾਜ ਜੀ ਇਸ ਪ੍ਰਕਾਰ ਜਦੋਂ ਇਹ ਜਿਵੇਂ ਠੁਮਕੀਆਂ ਦੀ ਚਾਲ ਹੁੰਦੀ ਹੈ ਤੇ ਪਿੰਗਲ ਦੀਆਂ ਚਾਲਾਂ ਹੁੰਦੀਆਂ ਹਨ ਤੇ ਇਸ ਪ੍ਰਕਾਰ ਉਹ ਕਵੀਰਾਜ ਜੀ ਜਦੋਂ ਬਿਆਨ ਕਰਦੇ ਆ, ਕਈ ਵਾਰ ਜਦੋਂ ਯੁੱਧ ਦਾ ਰੂਪਕ ਬਣਦੇ ਆ ਉੱਥੇ ਜਿਵੇਂ ਠੁਮਕੀ ਦੀ ਚਾਲ ਹੁੰਦੀ, ਉਸ ਚਾਲ ਦੇ ਅੰਦਰ ਕਵੀਰਾਜ ਜੀ ਯੁੱਧ ਦੇ ਛੰਦ ਜਿਹੜੇ ਆ ਉਹ ਉਚਾਰਨ ਕਰਦੇ ਆ। ਜਾਂ ਕਈ ਵਾਰ ਜਦੋਂ ਵਿਆਹ ਦੇ ਪ੍ਰਸੰਗ ਉਚਾਰਨ ਕਰਦੇ ਆ ਉੱਥੇ ਇਹੋ ਜਿਹੀਆਂ ਚਾਲਾਂ ਜਿਹੜੀਆਂ ਉਹ ਕਵੀਰਾਜ ਜੀ ਨੇ ਲਿਖੀਆਂ ਹਨ। ਵੰਨਗੀ ਮਾਤਰ ਜਿਹੜੀ ਹੈ ਉਹ ਜਿਹੜੀ ਠੁਮਕੀ ਦੀ ਚਾਲ ਹੈ ਕਵੀਰਾਜ ਜਿਵੇਂ ਨੇ ਉਚਾਰਨ ਕੀਤੀ, ਆਪ ਸਰਵਣ ਕਰੋ। ਚੰਗ ਚਟਪਟ ਨਾਰੀ ਲੇਤ ਭਵਾਰੀ, ਛਮ ਛਮਕਾਰੀ ਛਬ ਧਰਨੀ। ਇਹ ਕਵੀਰਾਜ ਸਾਹਿਬ ਜੀ ਨੇ ਇਹ ਜਿਹੜਾ ਹੈ ਇਹ ਇੱਕ ਅੱਖਰ ਤੋਂ ਤੇ ਫਿਰ ਇਹਦੀ ਚਾਲ ਜਿਹੜੀ ਹੈ ਉਹ ਇਉਂ ਜਿਵੇਂ ਨਾਚ ਹੁੰਦਾ ਹੈ ਨਾ, ਨਾਚ ਦੇ ਅਨੁਸਾਰ ਇਹ ਛੰਦ ਦੀ ਚਾਲ ਹੈ। ਚੰਗ ਚਟਪਟ ਨਾਰੀ ਲੇਤ ਭਵਾਰੀ, ਇਉਂ ਜਿਹੜਾ ਹੈ ਛਮ ਛਮਕਾਰੀ ਛਬ ਧਰਨੀ,
ਸੰਟਪਟ ਬੈਠਤ ਭੁਜਾ ਅਮੈਠਤ ਤਾਲ ਅਕੈਠਤ ਮਨ ਹਰਨੀ। ਇਸ ਪ੍ਰਕਾਰ ਇਹ ਛੰਦ ਦੀਆਂ ਚਾਲਾਂ ਜਿਹੜੀਆਂ ਨਾ ਕਵੀਰਾਜ ਜੀ ਨੇ ਬਹੁਤ ਸੁੰਦਰ ਜਿਹੜੀਆਂ ਉਚਾਰਨ ਕੀਤੀਆਂ ਹਨ। ਅੱਗੇ ਫਿਰ ਕਵਿਤਾ ਦੇ 9 ਰਸ ਹਨ। ਜਿਹੜੇ ਕਵੀਰਾਜ ਹਨ ਉਹਨਾਂ ਨੇ ਜਿਵੇਂ ਕਵਿਤਾ ਦੇ ਅੰਦਰ ਰਸ ਭਰਨੇ ਹੁੰਦੇ ਹੈ, ਉਹ 9 ਰਸ ਵੀ ਕਵੀਰਾਜ ਜੀ ਨੇ ਜਿਹੜੇ ਹਨ ਕਵਿਤਾ ਦੇ ਅੰਦਰ ਭਰਨਾ ਕੀਤੇ ਹੈ। ਪਹਿਲਾਂ ਜਿਹੜਾ ਹੈ ਉਹ ਸ਼ਿੰਗਾਰ ਰਸ ਆਉਂਦਾ ਹੈ। ਸ਼ਿੰਗਾਰ ਰਸ ਵਿੱਚ ਕਵੀਰਾਜ ਜੀ ਕਿਵੇਂ ਆਪਣੇ ਮੁਖ ਤੋਂ ਵਰਣਨ ਕਰਦੇ ਹੈ ਤੋ ਉਹ ਸਰਵਣ ਕਰੀਏ। ਇਕ ਜੈਮਲ ਤਨੁਜਾ ਤਨ ਸੁੰਦਰ। ਕਵੀਰਾਜ ਜੀ ਇੱਥੇ ਜਿਹੜਾ ਹੈ ਉਹ ਜੈਮਲ ਫਤਿਹ ਦੀ ਗੱਲ ਕਰ ਰਹੇ ਆ ਭਾਵੇਂ, ਪਰ ਇੱਕ ਵੰਨਗੀ ਮਾਤਰ ਹੈ। ਕਹਿੰਦੇ ਨੇ ਜਦੋਂ ਇਸ ਪ੍ਰਕਾਰ ਸੁੰਦਰਤਾ ਸ਼ਿੰਗਾਰ ਰਸ ਨੂੰ ਵਰਣਨ ਕਰਦੇ ਹੈ, ਤੇ ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਮਹਾਰਾਜ ਸਿੰਗਲਾ ਦੀਪ ਗਏ ਆ ਸਤਿਗੁਰੂ ਜੀ, ਤੇ ਰਾਜੇ ਸ਼ਿਵਨਾਭ ਦੀਆਂ ਭੇਜੀਆਂ ਹੋਈਆਂ ਜਿਹੜੀਆਂ ਪਦਮਨੀ ਜਾਤੀ ਦੀਆਂ ਇਸਤਰੀਆਂ ਸੀ, ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਉਹ ਜਿਹੜੀ ਪਰਖ ਲੈਣ ਵਾਸਤੇ ਰਾਜੇ ਸ਼ਿਵਨਾਭ ਦਾ ਬਹਾਨਾ ਬਣਾ ਕਰਕੇ ਜਿਵੇਂ ਜਾਨੀਆਂ, ਤੇ ਉਹਨਾਂ ਦੇ ਸਾਰੇ ਸਰੀਰ ਦੇ ਅੰਗਾਂ ਦਾ ਰੂਪ ਵਰਣਨ ਕਰਨਾ, ਪਹਿਨੇ ਹੋਏ ਗਹਿਣੇ ਵਰਣਨ ਕਰਨੇ, ਤੇ ਫਿਰ ਉਸ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਜਿਵੇਂ ਇਹ ਕਵੀਰਾਜ ਜੀ ਨੇ ਲਿਖਿਆ ਹੈ ਕਿ ਰਾਜੇ ਸ਼ਿਵਨਾਭ ਦਾ ਬਹਾਨਾ ਪਾ ਕਰਕੇ ਜਾਣੋ ਕਿ ਕਾਮਦੇਵ ਗੁਰੂ ਨਾਨਕ ਸਾਹਿਬ ਦੀ ਪਰਖ ਕਰਨ ਵਾਸਤੇ ਹੀ ਤੁਰ ਪਿਆ। ਤੇ ਫਿਰ ਉੱਥੇ ਰੂਪਕ ਬੰਨ੍ਹਦੇ ਹੋਏ ਲਿਖਦੇ ਹੈ ਕਿ ਜਦੋਂ ਉਹ ਚੱਲਦੀਆਂ ਤੇ ਉਹਨਾਂ ਦੇ ਗਹਿਣੇ ਛਣਕਦੇ ਹੋਏ ਇਉਂ ਲੱਗਦੇ ਆ ਜਿਵੇਂ ਕਾਮਦੇਵ ਦਾ ਨਗਾਰਾ ਵੱਜ ਰਿਹਾ ਹੋਵੇ। ਜਿਹੜੇ ਉਹ ਮੁਖ ਤੋਂ ਗੀਤ ਆਲਾਪਦੀਆਂ ਹਨ ਸੁਰੀਲੀ ਆਵਾਜ਼ ਵਿੱਚ, ਇਉਂ ਲੱਗਦਾ ਜਿਵੇਂ ਕਾਮਦੇਵ ਦੀ ਬੀਣਾ ਹੀ ਵੱਜ ਰਹੀ ਹੋਵੇ। ਇਸ ਪ੍ਰਕਾਰ ਕਵੀਰਾਜ ਜੀ ਨੇ ਉੱਥੇ ਉਹਨਾਂ ਥਾਵਾਂ 'ਤੇ ਸ਼ਿੰਗਾਰ ਰਸ ਵੀ ਆਪਣੀ ਕਵਿਤਾ ਦੇ ਅੰਦਰ ਭਰਨਾ ਕੀਤਾ ਹੈ। ਤੇ ਇੱਥੇ ਕਹਿੰਦੇ ਹਨ ਉਹਦੀ ਇੱਕ ਜਿਹੜੀ ਤਨੁਜਾ ਪੁੱਤਰੀ ਹੈ ਉਹ ਬੜੀ ਹੀ ਸੁੰਦਰ, ਤੇ ਕੇਵਲ 1-2 ਪੰਕਤੀਆਂ ਮਾਤਰ ਕਿ ਕਿਹੋ ਜਿਹਾ ਸ਼ਿੰਗਾਰ ਰਸ ਦਿੰਦੇ ਹਨ। ਚਾਤੁਰਤਾ ਚੰਚਲ ਗੁਣ ਮੰਦਰ। ਉਹ ਬੜੀ ਚਤੁਰ ਹੈ, ਸਿਆਣੀ ਹੈ, ਤੇ ਇਸ ਪ੍ਰਕਾਰ ਗੁਣਾਂ ਦਾ ਮੰਦਰ ਹੀ ਹੈ, ਭਾਵ ਗੁਣਾਂ ਦਾ ਘਰ ਹੈ। ਕਮਲ ਪੱਤਰ ਵਿਸਤਾਰ ਬਿਲੋਚਨ। ਤੇ ਬਹੁਤ ਜ਼ਿਆਦੇ ਜਿਹੜੇ ਚੌੜੇ ਹਨ ਉਸ ਦੇ ਨੇਤਰ, ਭਾਵ ਹੁਣ ਨੇਤਰਾਂ ਦਾ ਰੂਪਕ ਬੰਨਿਆ ਹੈ। ਵਿਕਟ ਕਟਾਚਨ ਧੀਰਜ ਮੋਚਨ। ਤੇ ਇਸ ਪ੍ਰਕਾਰ ਕਟਾਕਸ਼ ਭਰੀ ਨਿਗਾਹ ਹੈ, ਤੇ ਜਿਹੜਾ ਧੀਰਜ ਧਾਰੀਆਂ ਦੀ ਧੀਰਜ ਨਾਸ਼ ਹੋ ਜਾਵੇ, ਇਸ ਪ੍ਰਕਾਰ ਸ਼ਿੰਗਾਰ ਰਸ ਭਰਦੇ ਹੈ। ਫਿਰ ਕਵੀਰਾਜ ਜੀ ਨੇ ਇਹਦੇ ਵਿੱਚ ਹਾਸ ਰਸ ਵੀ ਭਰਨਾ ਕੀਤਾ ਹੈ, ਕਿਉਂਕਿ ਸਾਰੇ ਰਸ ਹੋਣ ਤਾਂ ਫਿਰ ਸਰੋਤਾ ਜਿਹੜਾ ਹੈ ਉਹ ਵੱਜ ਜਾਂਦਾ ਹੈ। ਇਉਂ ਹਾਸ ਰਸ ਕਵੀਰਾਜ ਜੀ ਲਿਖਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਲ ਲੀਲਾ ਦੇ ਕੌਤਕ, ਕਿ ਮਹਾਰਾਜ ਸਾਥੀਆਂ ਨਾਲ ਖੇਡਦੇ ਹੋਏ ਇੱਕ ਬਿਰਧਾ ਹੈ ਮਾਤਾ, ਉਹ ਪੂਣੀਆਂ ਕੱਤਦੀ ਹੈ, ਤੇ ਗੁਰੂ ਸਾਹਿਬ ਦੇ ਨਾਲ ਜਿਹੜੇ ਸਾਥੀ ਬਾਲਕ ਨੇ ਉਹਦੀਆਂ ਪੂਣੀਆਂ ਖਿਲਾਰ ਦਿੰਦੇ, ਤੇ ਉਹ ਜਦੋਂ ਮਹਾਰਾਜ ਜੀ ਨੂੰ ਫੜਨ ਲੱਗਦੀ ਹੈ, ਗੁਰੂ ਸਾਹਿਬ ਜੀ ਬੜੀ ਝਕਾਨੀ ਮਾਰ ਕੇ ਜਦੋਂ ਦੌੜਦੇ ਆ, ਤੇ ਉਹ ਇਉਂ ਕਵੀਰਾਜ ਜੀ ਨੇ ਉੱਥੇ ਇਹ ਹਾਸ ਰਸ ਦਾ ਰੂਪਕ ਬੰਨਿਆ ਹੈ ਕਿ ਉਹਦੇ ਹੱਥ ਨਹੀਂ ਮਹਾਰਾਜ ਆਉਂਦੇ। ਇਸ ਪ੍ਰਕਾਰ ਜਦੋਂ ਉਹ ਫਿਰ ਉਲਾਮਾ ਲੈ ਕੇ ਮਾਤਾ ਜੀ ਕੋਲ ਜਾਂਦੀ ਹੈ, ਤੇ ਮਾਤਾ ਜੀ ਫਿਰ ਵਰਜ ਦਿੰਦੇ ਆ ਕਿ ਤੁਸੀਂ ਉੱਥੇ ਨਹੀਂ ਜਾਣਾ, ਪਰ ਮਹਾਰਾਜ ਤਾਂ ਆਪਣੀ ਮੌਜ 'ਚ ਹੀ ਜਮਨਾ ਕੰਢੇ ਹੀ 2 ਦਿਨ ਗਏ, ਤੇ ਫਿਰ ਉੱਧਰ ਗਏ ਹੀ ਨਾ। ਤੇ ਜਦੋਂ ਉਹਦੇ ਘਰ ਨਾ ਗਏ ਤੇ ਉਹ ਮਾਤਾ ਜੀ ਕੋਲ ਆ ਗਈ, ਫਿਰ ਆਪ ਕਹਿਣ ਲੱਗੀ ਤੁਹਾਡਾ ਪੁੱਤਰ ਆਇਆ ਨਹੀਂ ਮੇਰੇ ਕੋਲ, 2 ਦਿਨ ਹੋ ਗਏ। ਮਾਤਾ ਜੀ ਕਹਿੰਦੇ ਆਵੇ ਤਾਂ ਤੁਸੀਂ ਉਲਾਂਭਾ ਦਿੰਦੇ ਹੋ, ਨਾ ਆਵੇ ਤਾਂ ਤੁਸੀਂ ਨਾਰਾਜ਼ ਹੁੰਦੇ ਹੋ। ਕਹਿੰਦੇ ਨਹੀਂ ਤਾਂ ਉਲਾਂਭਾ ਤਾਂ ਮੈਂ ਵੈਸੇ ਹੀ ਦੇਣ ਆ ਗਈ, ਜਿੱਦਣ ਨਾ ਆਉਣ ਮੇਰਾ ਦਿਲ ਨਹੀਂ ਲੱਗਦਾ, ਮੇਰੀਆਂ ਪੂਣੀਆਂ ਖਿਲਾਰਨ ਤਾਂ ਮੈਨੂੰ ਚੰਗਾ ਲੱਗਦਾ। ਫਿਰ ਕਹਿੰਦੇ ਤੁਸੀਂ ਉਲਾਂਭੇ ਕਿਉਂ ਦਿੰਦੇ ਹੋ? ਇਹ ਕਵੀਰਾਜ ਜੀ ਨੇ ਪ੍ਰੇਮ ਰਸ ਵੀ ਭਰਿਆ ਹੈ, ਉਸ ਪ੍ਰੇਮ ਰਸ ਦੇ ਲਹਿਜੇ ਵਿੱਚ ਹਾਸ ਰਸ ਵੀ ਨਾਲ ਭਰਿਆ ਹੋਇਆ ਹੈ। ਇਸ ਪ੍ਰਕਾਰ ਜਿਹੜਾ ਹੈ ਅਗਲਾ ਰਸ ਜਿਹੜਾ ਉਹ ਪੜ੍ਹਨਾ ਕਰੋ, ਜਿਵੇਂ ਕਵੀਰਾਜ ਦੱਸਦੇ ਹਨ। ਇਸ ਪ੍ਰਕਾਰ ਇਹਦੇ ਅੰਦਰ ਫਿਰ ਵੀਰ ਰਸ ਜਿਹੜਾ ਹੈ ਉਹ ਕਵੀਰਾਜ ਜੀ ਨੇ ਭਰਨਾ ਕੀਤਾ। ਵੀਰ ਰਸ ਦੀ ਵੰਨਗੀ ਕਿਹੋ ਜੀ ਪੇਸ਼ ਕਰਦੇ ਆ, ਸਰਵਣ ਕਰੋ। ਸਤਿਗੁਰੂ ਹੁਕਮ ਦੀਨੋ ਉਚਾਰ। ਇਹ ਕਿਹੋ ਜਿਹਾ ਵੀਰ ਰਸ ਜਦੋਂ ਯੁੱਧ ਦਾ ਰੂਪਕ ਬੰਨ੍ਹਦੇ ਆ ਨਾ, ਕਿ ਜਦੋਂ ਤਿਆਰੀ ਹੋ ਗਈ ਯੁੱਧ ਦੀ,
ਕਹਿੰਦੇ ਸਤਿਗੁਰੂ ਜੀ ਨੇ ਵੀਰ ਰਸ ਦੇ ਸਹਿਤ ਆਪਣੇ ਮੁਖ ਤੋਂ ਹੁਕਮ ਕਰ ਦੇਣਾ ਕੀਤਾ। ਸਭ ਚੜ੍ਹੇ ਖਾਲਸਾ ਸ਼ਸਤਰ ਧਾਰ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਸਭ ਖਾਲਸੇ ਸਿੰਘ ਸੂਰਮੇ ਸ਼ਸਤਰਾਂ ਨੂੰ ਧਾਰਨ ਕਰਕੇ ਹੁਣ ਤਿਆਰ ਹੋ ਜਾਣ ਚੜ੍ਹਾਈ ਕਰਨ ਵਾਸਤੇ। ਇਹ ਪ੍ਰਥਮ ਜੰਗ ਤੁਰਕਾਨ ਸੰਗ। ਇਹ ਪਹਿਲਾ ਜੰਗ ਸਾਡਾ ਜਿਹੜਾ ਤੁਰਕਾਂ ਦੇ ਨਾਲ। ਧਰ ਖਰ ਖਤੰਗ ਪੂਰਹਿਨ ਖੰਗ। ਤੇ ਬਹੁਤ ਜ਼ਿਆਦੇ ਜਿਹੜੇ ਆ ਤਿੱਖੇ ਤਿੱਖੇ ਤੀਰ ਜਿਹੜੇ ਆਪਣੇ ਪੱਥਿਆਂ ਦੇ ਅੰਦਰ ਪੂਰ ਲਵੋ, ਭਾਵ ਭਰ ਲੈਣਾ ਕਰੋ ਪੱਥਿਆਂ ਨੂੰ ਤਿੱਖੇ ਤੀਰਾਂ ਨਾਲ। ਤਤਕਾਲ ਡਾਰ ਜੀਨਨ ਤੁਰੰਗ। ਤੇ ਤਤਕਾਲ ਬੜੀ ਛੇਤੀ ਨਾਲ ਆਪਣੇ ਘੋੜਿਆਂ ਤੇ ਕਾਠੀਆਂ ਪਾ ਲਓ। ਇਹ ਕਵੀਰਾਜ ਜੀ ਨੇ ਇੱਥੇ ਫਿਰ ਵੀਰ ਰਸ ਦਾ ਰੂਪਕ ਬੰਨਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਭੀਮ ਚੰਦ ਰਾਜੇ ਦੀ ਲਿਖੀ ਹੋਈ ਪੱਤਰਕਾ ਆਉਣੀ। ਮਹਾਰਾਜ ਸਾਹਿਬ ਜੀ ਨੂੰ ਆਪਣੀ ਉਹਨੇ ਪੱਤਰਕਾ ਲਿਖ ਕਰਕੇ ਬਹੁਤ ਜ਼ਿਆਦਾ ਡਰਾਵੇ ਦਿੱਤੇ ਕਿ ਸ਼੍ਰੀ ਆਨੰਦਪੁਰ ਸਾਹਿਬ ਨੂੰ ਮੈਂ ਲੁੱਟ ਲਵਾਂਗਾ, ਸਾਰੀਆਂ ਚੀਜ਼ਾਂ ਪ੍ਰਸ਼ਾਦੀ ਹਾਥੀ ਪੰਚਕਲਾ ਸ਼ਸਤਰ ਚੰਦਨ ਦੀ ਚੌਂਕੀ ਮੈਂ ਖੋਹ ਕੇ ਲੈ ਜਾਵਾਂਗਾ। ਜਦੋਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਭੀਮ ਚੰਦ ਰਾਜੇ ਦੀ ਪੱਤਰਕਾ ਪੜ੍ਹੀ ਗਈ, ਉੱਥੇ ਫਿਰ ਕਵੀਰਾਜ ਨੇ ਵੀਰ ਰਸ ਦਾ ਰੂਪਕ ਬੰਨਿਆ ਕਿ ਬਲੀ ਬਹਾਦਰ ਸਤਿਗੁਰੂ ਜੀ ਨੇ ਜਦੋਂ ਸੁਣੀ ਤੇ ਸੁਣ ਕੇ ਮਹਾਰਾਜ ਦੇ ਜੋਸ਼ ਨਾਲ ਡੌਲੇ ਫੜਕਣ ਲੱਗ ਪਏ। ਮਹਾਰਾਜ ਦੇ ਭਰਵੱਟੇ ਕਮਾਨ ਵਾਂਗ ਚੜ੍ਹ ਗਏ ਤੇ ਹਜੂਰ ਜਦੋਂ ਬੋਲੇ ਆ ਬੱਦਲ ਦੀ ਤਰ੍ਹਾਂ ਗਰਜਵੀਂ ਆਵਾਜ਼ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਲਿਖਿਆ ਪੱਤਰ ਲਿਖਿਆ ਜਾਵੇ। ਸਤਿਗੁਰੂ ਦੇ ਸਾਹਮਣੇ ਜਦੋਂ ਜਿਹੜਾ ਨਵੀਸ ਸੀਗਾ ਪੱਤਰ ਲਿਖਣ ਵਾਲਾ ਉਹ ਆ ਗਿਆ ਸਿੰਘ, ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਪੱਤਰ ਦੇ ਵਿੱਚ ਜੋ ਲਿਖਾਇਆ ਬੜਾ ਵੀਰ ਰਸ ਦਾ ਰੂਪ ਕਵੀਰਾਜ ਨੇ ਬੰਨਿਆ ਕਿ ਭੀਮ ਚੰਦ ਰਾਜਾ ਤੂੰ ਆਪਣੇ ਮਾਤਾ ਦੇ ਪੇਟ ਤੋਂ ਜਨਮ ਲਿਆ ਤਾਂ ਫਿਰ ਚੜ੍ਹ ਕੇ ਆ ਰਾਤ ਨਾ ਬਤੀਤ ਕਰੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਆਖਿਆ ਕਿ ਤੇਰੀ ਪ੍ਰਾਹੁਣਾਚਾਰੀ ਵਾਸਤੇ ਅਸੀਂ ਅੱਗੇ ਤਿਆਰੀ ਕੀਤੀ ਹੋਈ ਹੈ। ਸਾਡੇ ਜਿਹੜੇ ਮਹਾਰਾਜ ਕਹਿੰਦੇ ਤੀਰ ਹਨ ਨਾ, ਇਹ ਖੱਪਰੇ ਤੀਰ ਘਿਓ ਦੀ ਮਠਿਆਈ ਹੈ ਤੇ ਜਿਹੜੇ ਢਾਲਾਂ ਹਨ ਇਹ ਥਾਲਾਂ ਦੀ ਤਰ੍ਹਾਂ ਪਰੋਸੀਆਂ ਜਾਣਗੀਆਂ। ਗੋਲੀਆਂ ਜਿਹੜੀਆਂ ਸ਼ੱਕਰ ਪਾਰਿਆਂ ਦੀਆਂ ਤਰ੍ਹਾਂ ਪਰੋਸ ਦਿਆਂਗੇ। ਇਉਂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਜਵਾਬ ਉੱਤਰ ਵਿੱਚ ਜਿਹੜਾ ਵੀਰ ਰਸ ਦਾ ਰੂਪਕ ਬੰਨ ਕਰਕੇ ਲਿਖਣਾ, ਉਹ ਬਹੁਤ ਸੁੰਦਰ ਢੰਗ ਨਾਲ ਕਵੀਰਾਜ ਨੇ ਛੰਦਾਬੰਦੀ ਦੇ ਵਿੱਚ ਲਿਖਣਾ ਕੀਤਾ। ਫਿਰ ਜਿਹੜਾ ਜੰਗ ਹੁੰਦਾ ਜਦੋਂ ਉਦੋਂ ਰੌਦਰ ਰਸ ਜਾਗ ਜਾਂਦਾ, ਜਦੋਂ ਆਪਸ ਦੇ ਵਿੱਚ ਸੂਰਮੇ ਦੂ ਬਦੂ ਲੜਾਈ ਵਿੱਚ ਲੜਦੇ ਆ, ਉਹਦੀ ਵੀ ਛੋਟੀ ਜੀ ਵੰਨਗੀ ਜਿਹੜੀ ਹੈ ਕਵੀਰਾਜ ਪੇਸ਼ ਕਰਦੇ ਆ, ਜਿਵੇਂ ਉਹ ਸਰਵਣ ਕਰੀਏ। ਨਵ ਨਾਮਕ ਛੰਦ ਕੁਪ ਕੁਪ ਅਤ ਅਤ ਕਹਿ ਕਹਿ ਦਲ ਪਤ। ਇਹ ਚਾਲ ਹੈ ਕੁਪ ਕੁਪ ਅਤ ਅਤ ਕਹਿ ਕਹਿ ਦਲ ਪਤ। ਇਹ ਚਾਲਾਂ ਨੇ ਕਵੀਰਾਜ ਜੀ ਨੇ ਉਚਾਰਨ ਕੀਤੀਆਂ। ਕਹਿੰਦੇ ਜਿਹੜੇ ਦਲਾਂ ਦੇ ਪਤੀ ਹਨ ਨਾ, ਭਾਵ ਜਥੇਦਾਰ, ਉਹ ਕੁਪ ਕੁਪ ਅਤ ਅਤ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਕਰਕੇ ਇਸ ਪ੍ਰਕਾਰ ਇੱਕ ਇੱਕ ਪੰਕਤੀ ਤੋਂ ਉਹਦੇ ਅਰਥ ਕਰਨ ਲਈ ਤਿੰਨ ਤਿੰਨ ਚਾਰ ਚਾਰ ਪੰਕਤੀਆਂ ਬਣਾਉਣੀਆਂ ਪੈਂਦੀਆਂ। ਤੇ ਕਵਿਤਾ ਦੇ ਵਿੱਚ ਵੀ ਇੰਨਾ ਜ਼ਿਆਦਾ ਕਵੀਰਾਜ ਨੇ ਇਤਿਹਾਸ ਜਿਹੜਾ ਉਹ ਭਰ ਦਿੱਤਾ ਹੈ ਕਿ ਬਹੁਤ ਵੱਡੇ ਪ੍ਰਸੰਗ ਨੂੰ ਬਹੁਤ ਥੋੜੀਆਂ ਪੰਕਤੀਆਂ ਦੇ ਅੰਦਰ ਕਵੀਰਾਜ ਜੀ ਨੇ ਕਿਹਾ ਹੈ। ਤੋ ਫਰਮਾਉਂਦੇ ਹਨ ਕੁਪ ਕੁਪ ਅਤ ਅਤ ਕਹਿ ਕਹਿ ਦਲ ਪਤ ਪਠ ਪਠ ਨਰ ਬਰ ਖੜਗਨ ਧਰ ਧਰ। ਭੇਜ ਭੇਜ ਕੇ ਬਹੁਤੇ ਮਨੁੱਖਾਂ ਨੂੰ ਕਿਰਪਾਨਾਂ ਨੂੰ ਧਾਰ ਧਾਰ ਕੇ ਹੱਥ ਦੇ ਅੰਦਰ। ਇਸ ਪ੍ਰਕਾਰ ਇਹ ਜਿਹੜਾ ਹੈ ਰੂਪਕ ਕਵੀਰਾਜ ਜੀ ਨੇ ਰੌਦਰ ਰਸ ਦਾ ਬੰਨਣਾ ਕੀਤਾ ਹੈ। ਤੋ ਅੱਗੇ ਕਵੀਰਾਜ ਇਸ ਪ੍ਰਕਾਰ ਜਿਹੜਾ ਹੈ ਨਾ, ਉਹ ਇਹ ਕਵਿਤਾ ਦੇ ਸਾਰੇ ਰਸ ਜਿਹੜੇ ਆ ਸ਼ਾਂਤ ਰਸ ਕਿਵੇਂ ਕਵੀਰਾਜ ਜੀ ਕਥਨ ਕਰਦੇ ਆ। ਇਸ ਪ੍ਰਕਾਰ ਇਹ ਜਿਹੜਾ ਹੈ ਅੱਗੇ ਸ਼ਾਂਤ ਰਸ ਆ ਰਿਹਾ, ਕਿਹੜਾ ਭਿਆਨਕ ਰਸ। ਭਿਆਨਕ ਰਸ ਕਵੀਰਾਜ ਜੀ ਅੱਗੇ ਵਰਣਨ ਕਰਦੇ ਆ। ਭਿਆਨਕ ਰਸ ਜਿਵੇਂ ਉਹ ਸ਼ਕਤੀ ਦਾ, ਕਾਲੀ ਦੇਵੀ ਦੇ ਸਰੂਪ ਦਾ ਨਿਰੂਪਣ ਕਰਦੇ ਆ ਕਿ ਕਿੱਡਾ ਭਿਆਨਕ ਹੈ, ਉੱਥੇ ਭਿਆਨਕ ਰਸ ਕਵੀਰਾਜ ਜੀ ਨੇ ਭਰਨਾ ਕੀਤਾ ਹੈ। ਫਿਰ ਜਿਹੜਾ ਹੈ ਵੀ ਭਤਸ ਰਸ ਜਿਹੜਾ ਉਹ ਕਵੀਰਾਜ ਜੀ ਜਿਵੇਂ ਗਲਾਨ ਪੈਦਾ ਹੋਵੇ ਉਹ ਕਿਹੋ ਜਿਹਾ ਵਰਣਨ ਕਰਦੇ ਆ, ਉਹਦੀ ਵੰਨਗੀ ਆਪ ਸਰਵਣ ਕਰੋ। ਓ ਨ੍ਰਿਪ ਤੇ ਮੈਂ ਕੋ ਵਥ ਨੀਕੀ। ਇੱਥੇ ਹੁਣ ਜਿਨ੍ਹਾਂ ਦਾ ਕਾਮ ਵਾਸ਼ਨਾ ਵਿੱਚ ਮਨ ਲੁਭਾਇਮਾਨ ਹੁੰਦਾ ਹੈ ਨਾ, ਸਰੀਰ ਦਾ ਰੂਪ ਵੇਖ ਕਰਕੇ, ਤੇ ਸਰੀਰ ਦੇ ਉੱਤੇ ਗਲਾਨ ਪੈਦਾ ਕਰਦੇ ਆ ਕਵੀਰਾਜ ਕਿ ਜਿਸ ਸਰੀਰ ਦਾ, ਜਿਸ ਗੋਰੀ ਚਿੱਟੀ ਚਮੜੀ ਦਾ ਵੇਖ ਕਰਕੇ ਮਨ ਜਿਹੜਾ ਲੁਭਾਇਮਾਨ ਹੁੰਦਾ ਹੈ, ਅਸਲ ਵਿੱਚ ਉਹਦਾ ਸਰੂਪ ਕੀ ਹੈ। ਤੇ ਫਿਰ ਇਉਂ ਕਵੀਰਾਜ ਜੀ ਇੱਥੇ ਦੱਸਦੇ ਹਨ
ਹੇ ਰਾਜਾ, ਜਿਹੜਾ ਇਸਤਰੀ ਦਾ ਰੂਪ ਵੇਖਣਾ, ਉਹਦੇ ਵਿੱਚ ਕਿਹੜੀ ਚੀਜ਼ ਹੈ ਜਿਹਨੂੰ ਵੇਖ ਕਰਕੇ ਮਨ ਲੁਭਾਏਮਾਨ ਹੁੰਦਾ ਏ? ਜਿਸ ਅਵਲੋਕ ਪ੍ਰੀਤ ਹਵੈ ਜੀ ਕੀ, ਜਿਸ ਰੂਪ ਰੰਗ ਨੂੰ ਵੇਖ ਕਰਕੇ ਪ੍ਰੀਤੀ ਹੋ ਜਾਂਦੀ ਹੈ ਦਿਲ ਦੀ। ਜੇ ਲੋਚਨ ਕਹਿ ਕਮਲ ਸਮਾਨਾ, ਜਿਹੜੇ ਲੋਚਨ ਅੱਖਾਂ ਕਹੀਆਂ ਜਾਂਦੀਆਂ ਨੇ ਕਿ ਕਮਲ ਦੇ ਸਮਾਨ ਹਨ, ਗੀੜ ਬਹਿਤ ਜਿਹ ਪਿਖਤ ਗਿਲਾਨਾ, ਤੇ ਫਿਰ ਵੇਖੋ ਉਹਨਾਂ ਅੱਖਾਂ ਵਿੱਚੋਂ ਤਾਂ ਗਿੱਡ ਨਿਕਲ ਆਉਂਦੀ ਹੈ ਤੇ ਕਿੰਨੀ ਗਲਾਨ ਹੁੰਦੀ ਹੈ। ਇਸ ਪ੍ਰਕਾਰ ਗਿੱਡ ਅੱਖਾਂ ਵਿੱਚ ਲੱਗੀ ਹੋਵੇ ਤੇ ਗਲਾਨ ਪੈਦਾ ਹੁੰਦੀ ਹੈ। ਹੋਰ ਬਿਲੋਕੇ ਜੇ ਤਿਨ ਮਾਹੀ, ਤੇ ਜੇ ਉਹਨਾਂ ਨੂੰ ਫੋੜ ਕਰਕੇ ਵੇਖਣਾ ਕਰੀਏ ਉਹਨਾਂ ਦੇ ਵਿੱਚ, ਮਿਜ ਨੀਰ ਬਿਨ ਔਰ ਸੋ ਨਾਹੀ, ਮਿੱਝ ਤੇ ਪਾਣੀ ਤੋਂ ਬਿਨਾਂ, ਭਾਵ ਲਹੂ ਤੋਂ ਬਿਨਾਂ ਕੁਝ ਹੋਰ ਹੈ ਹੀ ਨਹੀਂ ਅੱਖਾਂ ਵਿੱਚ, ਜਿੰਨੀਆਂ ਅੱਖਾਂ ਦੀ ਸੁੰਦਰਤਾ ਦੇ ਵਿੱਚ ਜੀਵ ਲੁਭਾਏਮਾਨ ਹੁੰਦਾ ਏ। ਅਪਰ ਅੰਗ ਤਿਨ ਰੀਤ ਸੁਨੀਜੈ, ਹੋਰ ਅੰਗ ਜਿਹੜੇ ਆ ਉਹਨਾਂ ਦੀ ਰੀਤੀ ਜਿਹੜੀ ਆ ਉਹ ਸੁਣਨਾ ਕਰੋ। ਚੰਦ ਸਰਸ ਕੋ ਬਦਨ ਕਹੀਜੈ, ਜਿਹੜਾ ਚੰਦਰਮਾ ਵਰਗਾ ਕਹਿੰਦੇ ਬੜਾ ਸੋਹਣਾ ਸੁੰਦਰ ਸਰੂਪ ਹੈ ਕਿਹਾ ਜਾਂਦਾ ਏ। ਚਰਬੀ ਰਕਤ ਲਪੇਟਿਓ ਚਾਮਾ, ਤੇ ਉਹ ਤਾਂ ਚਰਬੀ ਹੈ, ਲਹੂ ਹੈ, ਤੇ ਚੰਮ ਉੱਤੇ ਜਿਹੜਾ ਲਪੇਟਿਆ ਹੋਇਆ ਹੈ। ਗੌਰ ਰੰਗ ਪਿਖਿਅਤ ਅਬਰਹਮਾ, ਤੇ ਗੋਰਾ ਰੰਗ ਜਿਹੜਾ ਬੜਾ ਸੁੰਦਰ ਵੇਖ ਕਰਕੇ ਮਨ ਭਰਮ ਜਾਂਦਾ ਏ। ਇਨ ਵਸਤੁਨ ਬਿਨ ਹੋਏ ਨਾ ਆਨਾ, ਇਹਨਾਂ ਵਸਤੂਆਂ ਤੋਂ ਬਿਨਾਂ ਤਾਂ ਨਹੀਂ ਨਾ ਕੁਝ ਹੋਰ ਜਿੱਥੇ ਵੇਖ ਕੇ ਮਨ ਭਰਮਦਾ ਏ। ਜਿਨਹਿ ਬਲੋਕੇ ਆਏ ਗਿਲਾਨਾ, ਜਿਨ੍ਹਾਂ ਨੇ ਬਲੋਕ ਲਈ ਹੈ ਨਾ, ਭਾਵ ਵੇਖ ਲਈ ਇਹਦੀ ਸਚਾਈ, ਉਹਨਾਂ ਨੂੰ ਗਲਾਨ ਆ ਜਾਂਦੀ ਹੈ, ਉਹ ਨਹੀਂ ਫਿਰ ਰੂਪ ਵੇਖ ਕੇ ਲੁਭਾਏਮਾਨ ਹੁੰਦੇ। ਪੁੰਨ ਜੇ ਦਾਂਤ ਕਹਿ ਕਲੀ ਸਮਾਨੇ, ਫਿਰ ਜਿਹੜੇ ਕਹਿੰਦੇ ਦੰਦ ਉਹ ਜਿਹੜੇ ਕਲੀਆਂ ਵਰਗੇ ਐ, ਇਉਂ ਕਹਿੰਦੇ ਆ ਨਾ ਦੰਦਾਂ ਦੀ ਸੋਭਾ ਕਿ ਕਲੀਆਂ ਵਰਗੇ ਦੰਦ ਹੈ। ਕਵੀਰਾਜ ਸਚਾਈ ਦੱਸ ਰਹੇ ਕਿ ਗਲਾਨ ਪੈਦਾ ਹੋਵੇ, ਇਹ ਜਿਹੜਾ ਹੈ ਵੀ ਭਤਸ ਰਸ, ਇਹ ਕਵੀਰਾਜ ਨੇ ਆਪਣੀ ਕਵਿਤਾ ਵਿੱਚ ਭਰਨਾ ਕੀਤਾ ਏ। ਮਾਸ ਬਿਨਾ ਲਿਹੁ ਹਾਡ ਪਛਾਨੇ, ਤੇ ਕਹਿੰਦੇ ਮਾਸ ਤੋਂ ਬਿਨਾ ਹੱਡੀਆਂ ਦੀ ਨਿਆਈ ਹੈ ਦੰਦ ਜਿਹੜੇ ਇਸ ਪ੍ਰਕਾਰ, ਤੇ ਜਿਹੜੇ ਹੱਡੀਆਂ ਦੀ ਅੰਸ਼ ਹੀ ਹੈ ਨਾ, ਇਸ ਪ੍ਰਕਾਰ ਕਹਿੰਦੇ ਜਿਹੜੇ ਦੰਦ ਹਨ ਜਿਨ੍ਹਾਂ ਨੂੰ ਕਲੀਆਂ ਵਰਗੇ ਕਹਿੰਦੇ ਆ। ਇਸ ਮਾਸ ਬਿਨਾ ਲਿਹੁ ਹਾਡ ਪਛਾਨੇ, ਮਾਸ ਤੋਂ ਬਿਨਾ ਜਿਹੜੀਆਂ ਹੱਡੀਆਂ ਹਨ ਪਛਾਣ ਲਓ, ਜਾਣਨਾ ਕਰੋ। ਮੁਖ ਤੇ ਟੂਟ ਜਾਹੇ ਜੇ ਸੋ, ਜੇ ਮੁਖ ਤੋਂ ਟੁੱਟ ਜਾਣ ਭਲਾ ਦੰਦੀ ਤੇ ਫਿਰ ਮੂੰਹ ਕਿਹੋ ਜਿਹਾ ਲੱਗਦਾ ਏ। ਚਾਹਤ ਹਾਥ ਨਾ ਛੁਆਇਓ ਕੋ, ਤੇ ਕੋਈ ਵੀ ਹੱਥ ਨਹੀਂ ਛੋਹਣਾ ਚਾਹੁੰਦਾ, ਫਿਰ ਇਸ ਪ੍ਰਕਾਰ ਟੁੱਟੇ ਹੋਏ ਦੰਦ ਜਿਹੜੇ ਆ ਉਹ ਕਿਹੋ ਜਿਹਾ ਭੈੜਾ ਲੱਗਦਾ ਹੈ। ਹੱਥ ਵਿੱਚ ਵੀ ਫੜਨਾ ਜਿਹੜਾ ਉਹਦੇ ਤੋਂ ਗਲਾਨ ਕਰਦਾ ਏ ਕੋਈ। ਇਸੀ ਪ੍ਰਕਾਰ ਦੇਹ ਲਖ ਸਾਰੀ, ਇਸ ਪ੍ਰਕਾਰ ਸਾਰੀ ਦੇਹ ਨੂੰ ਲਖਣਾ ਕਰੋ, ਜਾਣਨਾ ਕਰੋ। ਹਾਡ ਮਾਸ ਹੈ ਰਕਤ ਮਝਾਰੀ, ਹੱਡੀਆਂ ਮਾਸ ਤੇ ਲਹੂ ਹੀ ਹੈ ਨਾ ਇਸ ਸਰੀਰ ਦੇ ਅੰਦਰ। ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ, ਇਉਂ ਇਹ ਸਤਿਗੁਰੂ ਜੀ ਦੀ ਬਾਣੀ ਤੋਂ ਵੀ ਵੇਖੋ ਸਰੋਤ ਰਲਦੇ ਆ ਨਾ। ਇਉਂ ਕਵੀਰਾਜ ਜੀ ਕਹਿੰਦੇ ਆ ਇਹ ਗਲਾਨ ਰਸ ਜਿਹੜਾ ਹੈ ਨਾ ਉਹ ਭਾਰੇ ਭਾਵ ਗਲਾਨੀ ਆਉਣਾ ਕਰੇ, ਜਿਹਨੂੰ ਵੇਖ ਕਰਕੇ। ਵਿਸ਼ਟਾ ਮੂਤਰ ਯੁਕਤ ਦੁਰਗੰਧੇ, ਤੇ ਇਹ ਵਿਸ਼ਟਾ ਵੈ ਮੂਤਰ ਵੈ ਸਰੀਰ ਦੇ ਅੰਦਰ ਦੁਰਗੰਧੀ ਵਾਲੀਆਂ ਹੀ ਸਾਰੀਆਂ ਭੈੜੀਆਂ ਬਦਬੂ ਵਾਲੀਆਂ ਚੀਜ਼ਾਂ ਹਨ। ਕਿਹ ਕੋ ਪਿਖ ਲੁਭਾਏ ਮਤ ਅੰਧੇ, ਤੇ ਅੰਨੀ ਮਤ ਵਾਲਾ ਹੈ ਜੀਵ, ਜਾਂ ਆਪਣੇ ਮਨ ਨੂੰ ਹੀ ਹੈ ਮੇਰੇ ਮਨਾ ਤੂੰ ਇਹੋ ਜੀ ਅੰਨੀ ਮਤ ਧਾਰਨ ਕੀਤੀ ਹੈ, ਦੱਸ ਕਿਹੜੀ ਚੀਜ਼ ਨੂੰ ਵੇਖ ਕੇ ਲੁਭਾਏਮਾਨ ਹੋ ਰਿਹਾ? ਲਹੂ ਨੂੰ, ਮਿੱਝ ਨੂੰ, ਹੱਡੀਆਂ ਨੂੰ, ਜਾਂ ਗੰਧ ਨੂੰ, ਜਾਂ ਮੂਤਰ ਨੂੰ? ਕਿਹੜੀ ਚੀਜ਼ ਵੇਖ ਕੇ ਤੂੰ ਲੁਭਾਏਮਾਨ ਹੁੰਦਾ ਏ? ਮੁਖ ਮਹਿ ਥੂਕ ਸੀਂਡ ਬਹੁ ਨਾਸਾ, ਤੇ ਮੁਖ ਵਿੱਚ ਥੁੱਕ ਹੁੰਦਾ ਹੈ, ਨੱਕ ਦੇ ਅੰਦਰ ਬੜਾ ਭਾਰੀ ਰੇਸ਼ਾ ਭਰਿਆ ਰਹਿੰਦਾ ਏ। ਉਪਰ ਚਰਮ ਬਾਲ ਹੈ ਰਾਸਾ, ਤੇ ਇਸ ਪ੍ਰਕਾਰ ਉੱਤੇ ਚਮੜੀ ਦਾ ਲੇਪਣ ਜਿਹੜਾ ਕੀਤਾ ਹੋਇਆ ਹੈ, ਇਉਂ ਸਰੀਰ ਨੂੰ ਢੱਕਿਆ ਹੋਇਆ, ਹਾਡ ਮਾਸ ਨਾੜੀ ਕੋ ਪਿੰਜਰ, ਇਹ ਹਾਲਤ ਵੈ ਸਰੀਰ ਦੀ। ਹੇ ਨ੍ਰਿਪ ਇਸ ਪ੍ਰਕਾਰ ਉਰ ਧਾਰੋ, ਇਹ ਸਤਿਗੁਰੂ ਜੀ ਵੱਲੋਂ ਹੀ ਉਪਦੇਸ਼ ਹੈ ਕਿ ਇਹ ਇਸ ਪ੍ਰਕਾਰ ਹੈ ਭਾਈ ਜੀਓ, ਇਹ ਉਪਦੇਸ਼ ਨੂੰ ਆਪਣੇ ਮਨ ਦੇ ਅੰਦਰ ਇਸ ਪ੍ਰਕਾਰ ਧਾਰਨ ਕਰੋ ਕਿ ਸਰੀਰ ਦੀ ਸਚਾਈ ਕੀ ਹੈ। ਵਸਤ ਕੌਣ ਸੀ ਭਲੀ ਵਿਚਾਰੋ, ਕਿਹੜੀ ਭਲੀ ਚੀਜ਼ ਹੈ ਸਰੀਰ ਦੇ ਅੰਦਰ, ਇਹ ਵਿਚਾਰ ਕਰਨਾ ਕਰੋ। ਮਹਾ ਦੁਰਗੰਧ ਮੰਦਨੀ ਸੋ, ਤੇ ਬਹੁਤ ਜ਼ਿਆਦੀ ਜਿਹੜੀ ਹੈ ਨਾ ਦੁਰਗੰਧ ਦੇ ਸਹਿਤ ਭਰੀ ਹੋਈ ਇਹ ਦੇਹੀ ਹੈ। ਤੇ ਇਸ ਪ੍ਰਕਾਰ ਜਿਹੜੀ ਹੈ ਮੰਦੀ ਹੈ ਦੇਹੀ, ਨਾਮ ਤੋਂ ਬਿਨਾ। ਨਾਮ ਜਪੇ ਤਾਂ ਫੇਰੀ ਦੇਹ ਸਫਲ ਹੁੰਦੀ ਹੈ। ਅਹ ਨਾਰ ਕੀ ਪ੍ਰੀਤਿ ਜੋ, ਇਹ ਜਿਹੜਾ ਪਰ ਇਸਤਰੀ ਦੀ ਪ੍ਰੀਤ ਕਰ ਲੈਣੀ, ਭਾਵ ਲੁਭਾਏਮਾਨ ਹੋ ਜਾਣਾ ਰੂਪ ਵੇਖ ਕਰਕੇ, ਇਹ ਤਾਂ ਇਹੋ ਜੀ ਮੰਦੀ ਹੈ, ਭੈੜੀ ਹੈ। ਇਸ ਪ੍ਰਕਾਰ ਇਹ ਗਲਾਨ ਭਰੀ ਹੋਈ ਹੈ ਕਵੀਰਾਜ ਨੇ, ਜਿਨ੍ਹਾਂ ਵਿਸ਼ਿਆਂ ਨੂੰ ਵੇਖ ਕਰਕੇ ਜੀਵ ਮਿੱਠਾ ਮੰਨਦਾ ਹੈ ਨਾ,
ਤੇ ਉਹ ਉਸ ਪ੍ਰਕਾਰ ਉਹਦੇ ਤੋਂ ਗਲਾਨੀ ਆਵੇ। ਇਸ ਪ੍ਰਕਾਰ ਆਪਣੀ ਛੰਦਾਬੰਦੀ ਦੇ ਅੰਦਰ ਇਹ ਕਵਿਰਾਜ ਨੇ ਕਵਿਤਾ ਦੇ ਅੰਦਰ ਇਹ ਵੀ ਜਿਹੜਾ ਨਾ ਇਹਨੂੰ ਵੀ ਪਤਸ ਰਸ ਕਹਿੰਦੇ ਆ, ਉਹ ਕਵਿਰਾਜ ਜੀ ਨੇ ਭਰਿਆ ਹੋਇਆ। ਫਿਰ ਅਦਭੁਤ ਰਸ ਕਹਿੰਦੇ ਆ, ਜਿਹੜਾ ਅਦਭੁਤ ਜਿਹੜਾ ਹੈ, ਜਿਹੜਾ ਹੈਰਾਨੀਜਨਕ ਹੋਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਖਾਲਸਾ ਜਿਵੇਂ ਮੱਲਾਂ ਮਾਰੀਆਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਵੇਂ ਕਿਰਪਾ ਕੀਤੀ, ਖਾਲਸੇ ਨੂੰ ਹੁਕਮਰਾਨ ਬਣਾਇਆ, ਗਰੀਬ ਨਵਾਜ ਨੇ ਵੱਡਾ ਰਾਜ ਭਾਗ ਬਖਸ਼ਿਆ। ਇਸ ਪ੍ਰਕਾਰ ਇਹ ਅਦਭੁਤ ਰਸ ਜਿਹੜਾ ਹੈ ਇਹ ਸਤਿਗੁਰੂ ਜੀ ਦਾ ਜਿਹੜਾ ਉਹ ਕਹਿਣਾ ਕੀਤਾ ਕਵਿਰਾਜ ਜੀ ਨੇ। ਅੱਗੇ ਪੜ੍ਹੋ। ਤੋ ਇਸ ਪ੍ਰਕਾਰ ਅਗਲਾ ਜਿਹੜਾ ਹੈ ਸ਼ਾਂਤ ਰਸ ਕਹਿੰਦੇ ਆ, ਕਿਉਂਕਿ ਵਿਸਥਾਰ ਜ਼ਿਆਦਾ ਹੋਵੇਗਾ ਇਸ ਕਰਕੇ ਆਪਾਂ ਵਿੱਚੋਂ ਛੱਡ ਰਹੇ ਹਾਂ। ਸ਼ਾਂਤ ਰਸ ਜਿਹੜਾ ਹੈ ਉਹ ਕਿਸ ਪ੍ਰਕਾਰ ਕਵਿਰਾਜ ਜੀ ਭਰਦੇ ਹਨ, ਉਹ ਸਰਵਣ ਕਰੋ। ਦੇਖੋ ਹੋ ਜਗ ਸਨੇਹ ਕੀ ਚਾਲੀ। ਹੁਣ ਜਗਤ ਦਿਖਾਉਂਦੇ ਆ, ਜਗਤ ਦੇ ਸਨੇਹ ਦੀ ਕਹਿੰਦੇ ਪ੍ਰੇਮ ਦੀ ਜਿਹੜੀ ਮਰਿਆਦਾ ਉਹ ਵੇਖਣਾ ਕਰੋ। ਇੱਕ ਦਿਨ ਭਰੇ ਏਕ ਦਿਨ ਖਾਲੀ। ਇੱਕ ਦਿਨ ਭਰਿਆ ਭਰਿਆ ਲੱਗਦਾ ਹੈ, ਜਦੋਂ ਕੋਈ ਸਰੀਰ ਚੜ੍ਹਾਈ ਕਰ ਜੇ, ਸਭ ਜਿਹਦਾ ਕੋਈ ਸੰਬੰਧੀ ਮਰ ਜੇ ਉਹਨੂੰ ਖਾਲੀ ਖਾਲੀ ਲੱਗਣ ਲੱਗ ਜਾਂਦਾ ਸਾਰਾ। ਇਸ ਪ੍ਰਕਾਰ ਕਹਿੰਦੇ ਜਗਤ ਦੀ ਚਾਲੀ ਹੈ ਜਿਹਦੇ ਨਾਲ ਸ਼ਾਂਤ ਰਸ ਆ ਜਾਵੇ, ਮਨ ਸ਼ਾਂਤ ਹੋ ਜਾਵੇ। ਕਬਹੂ ਹਰੇ ਸ਼ੁਸ਼ਕ ਕਬ ਜਾਵਹਿ। ਕਹਿੰਦੇ ਕਦੇ ਤਾਂ ਹਰੇ ਭਰੇ ਲੱਗਦਾ ਹੈ ਸੰਸਾਰ, ਕਦੇ ਸੁੱਕਾ ਲੱਗਦਾ ਹੈ ਕਿ ਸੁੱਕ ਚੱਲਿਆ ਸਾਰਾ ਹੀ। ਕਬਹੂ ਜਨਮ ਕਬਹੋ ਬਿਨ ਸਾਵਹਿ। ਕਦੇ ਜਨਮ ਹੁੰਦਾ ਹੈ, ਕਦੇ ਮੌਤ ਹੁੰਦੀ ਹੈ। ਕਬ ਮੇਲਾ ਕਬ ਬਿਰਹਿ ਦੁਹੇਲਾ। ਕਦੇ ਮੇਲਾ ਹੁੰਦਾ ਹੈ ਤੇ ਕਦੇ ਬਿਰਹਾ ਬੜਾ ਦੁਖਦਾਈ, ਕਦੇ ਵਿਛੋੜਾ ਹੈ ਕਦੇ ਮਿਲਾਪ ਹੈ। ਕਬ ਸੰਕਟ ਕਬ ਹੋਤ ਸੁਹੇਲਾ। ਕਦੇ ਸੰਕਟ ਦੁੱਖ ਆ ਜਾਂਦੇ ਆ, ਕਦੇ ਸੁੱਖ ਆ ਜਾਂਦੇ ਆ। ਸਦਾ ਪ੍ਰਣਾਮਵੰਤ ਜਗ ਹੈ। ਇਹ ਸਾਰਾ ਜਗਤ ਸਦਾ ਹੀ ਪ੍ਰਣਾਮ ਭਾਵ ਨੂੰ ਪ੍ਰਾਪਤ ਹੋਇਆ ਰਹਿੰਦਾ ਏ। ਨਹੀਂ ਏਕ ਰਸ ਥਿਰਤਾ ਗਹਿ। ਇੱਕ ਰਸ ਕੋਈ ਵੀ ਚੀਜ਼ ਸਥਿਰ ਰਹਿਣ ਵਾਲੀ ਨਹੀਂ ਹੈ ਸੰਸਾਰ ਦੇ ਅੰਦਰ। ਮਿਲਬੇ ਤੋ ਹਰਖੇ ਨਹਿ ਗਿਆਨੀ। ਤੇ ਜੇ ਮਿਲ ਜਾਵੇ ਤਾਂ ਗਿਆਨੀ ਜਿਹੜੇ ਆ ਉਹ ਖੁਸ਼ ਨਹੀਂ ਹੁੰਦੇ, ਗਿਆਨਵਾਨ ਸ਼ਾਂਤ ਅੰਦਰ ਪੈਦਾ ਹੋ ਜਾਵੇ ਕਿ ਲਿਉ ਨਾ ਮਨ ਕਰੇ। ਤੇ ਇਸ ਪ੍ਰਕਾਰ ਜਦੋਂ ਸ਼ਾਂਤ ਰਸ ਆ ਜਾਵੇ, ਗਿਆਨਵਾਨ ਜਿਹੜੇ ਆ ਬਹੁਤ ਪ੍ਰਾਪਤੀ ਹੋ ਜਾਵੇ ਪਦਾਰਥਾਂ ਦੀ, ਤਾਂ ਖੁਸ਼ ਨਹੀਂ ਹੁੰਦੇ ਹਨ। ਵਿਛੜੇ ਸ਼ੋਕ ਨਾ ਦੁੱਖ ਕੋ ਜਾਨੀ। ਤੇ ਜੇ ਵਿਛੜ ਜਾਵੇ ਫਿਰ ਸ਼ੋਕ ਨਹੀਂ ਮੰਨਦੇ, ਦੁੱਖ ਨਹੀਂ ਮੰਨਦੇ ਹਨ। ਲਖੇ ਕੂਰ ਨਹਿ ਕਰਹਿ ਸਨੇਹਾ। ਤੇ ਝੂਠਾ ਜਾਣਦੇ ਸੰਸਾਰ ਨੂੰ, ਝੂਠਾ ਜਾਣ ਕੇ ਸਨੇਹ ਨਹੀਂ ਕਰਦੇ, ਪਿਆਰ ਨਹੀਂ ਕਰਦੇ। ਬਿਨ ਸਜਾਏ ਜਬ ਕਏ ਦੁਖ ਲੇਹਾ। ਤੇ ਜਦੋਂ ਇਸ ਪ੍ਰਕਾਰ ਬਿਨਸਦਾ ਹੈ ਸੰਸਾਰ, ਅਗਿਆਨੀ ਜਿਹੜਾ ਉਹ ਦੁੱਖ ਪ੍ਰਾਪਤ ਕਰਦਾ। ਫਿਰ ਪੜੋ। ਬਿਨ ਸਜਾਏ ਜਬ ਕਿਉਂ ਦੁਖ ਲੇਹਾ। ਤੇ ਜਦੋਂ ਬਿਨਸ ਜਾਂਦਾ ਹੈ ਕੋਈ ਪਦਾਰਥ, ਕਹਿੰਦੇ ਦੁੱਖ ਕਿਉਂ ਲੈਣਾ, ਕਿਉਂਕਿ ਪਹਿਲਾਂ ਵੀ ਆਪਣਾ ਨਹੀਂ ਸੀ ਤੇ ਜਦੋਂ ਬਿਨਸ ਗਿਆ ਤੇ ਆਪਣਾ ਹੈ ਹੀ ਨਹੀਂ, ਜਦੋਂ ਫਿਰ ਬਿਨਸੇ ਦਾ ਦੁੱਖ ਕਿਉਂ ਲੈਣਾ ਹੈ। ਜੋ ਵਸਤੂ ਨਿਤ ਇੱਕ ਰਸ ਰਹੈ। ਜਿਹੜੀ ਵਸਤੂ ਇੱਕ ਰਸ ਨਿਤਾ ਪ੍ਰਤੀ ਰਹਿੰਦੀ ਹੈ, ਕਰ ਅਨੁਰਾਗ ਤਿਸਹਿ ਉਰ ਲਹੈ। ਉਹਦੇ ਨਾਲ ਪਿਆਰ ਕਰਕੇ ਉਹਨੂੰ ਇੱਕ ਰਸ ਲੈਣਾ ਕਰੇ। ਉਹ ਕੀ ਹੈ? ਵਾਹਿਗੁਰੂ ਜੀ ਦਾ ਨਾਮ। ਉਸ ਨਾਮ ਨੂੰ ਇੱਕ ਰਸ ਗ੍ਰਹਿਣ ਕਰਨਾ ਕਰੇ। ਤੇ ਕਰੁਣਾ ਰਸ ਅੱਗੇ ਹਾਂਜੀ ਉਹ ਪੜ੍ਹਨਾ ਕਰੋ। ਸਵਈਆ ਛੋਰ ਕੈ ਪੌਰ ਕੀ ਠੌਰ ਕਤਾਨ ਤੇ ਇਸ ਕਨਾਤ ਤੇ। ਕਨਾਤ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਜਸ ਕਰਦਿਆਂ ਹੋਇਆਂ ਕਵਿਰਾਜ ਜੀ ਨੇ ਕਰੁਣਾ ਰਸ ਭਰਨਾ ਕੀਤਾ ਹੈ। ਕਰੁਣਾ ਰਸ ਦੀਆਂ ਇਹ ਜਿਹੀਆਂ ਵੰਨਗੀਆਂ ਪੇਸ਼ ਕੀਤੀਆਂ ਕਿ ਸੁਣ ਕੇ ਸਰੋਤੇ ਦੇ ਇਹੋ ਜਿਹਾ ਮਨ ਵਿੱਚ ਭਾਵ ਬਣਦਾ ਹੈ ਕਿ ਨੀਰ ਨੇਤਰਾਂ ਤੋਂ ਬਾਹਰ ਨਿਕਲ ਕਰਕੇ ਵਹਿ ਕੇ ਚਾਲਣ ਲੱਗ ਪੈਂਦਾ। ਐਸੀ ਕਥਾ ਦੇ ਅੰਦਰ ਕਰੁਣਾ ਰਸ ਕਵਿਰਾਜ ਜੀ ਨੇ ਭਰਿਆ ਹੋਇਆ। ਕਰੁਣਾ ਰਸ ਦੀਆਂ ਦੋ ਵੰਨਗੀਆਂ, ਇੱਕ ਤਾਂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜਦੋਂ 12 ਸਾਲ ਬਾਅਦ ਮਹਾਰਾਜ ਜੀ ਪਹਿਲੀ ਉਦਾਸੀ ਕਰਕੇ ਆਉਂਦੇ ਆ ਨਾ, ਤੇ ਬਾਹਰ ਮਹਾਰਾਜ ਤੇਜਭਾਨ ਜੀ ਦੇ ਖੂਹ ਤੇ ਮਹਾਰਾਜ ਬੈਠ ਜਾਂਦੇ ਆ ਤੇ ਭਾਈ ਮਰਦਾਨਾ ਜੀ ਘਰ ਜਾਂਦੇ ਆ। ਘਰ ਗਿਆ ਨੂੰ ਸਾਰੇ ਬੜਾ ਪਿਆਰ ਕਰਦੇ ਆ, ਨਗਰ ਇਕੱਠਾ ਹੋ ਜਾਂਦਾ ਹੈ। ਮਾਤਾ ਜੀ ਨੂੰ ਪਤਾ ਲੱਗਦਾ ਹੈ, ਮਾਤਾ ਤ੍ਰਿਪਤਾ ਜੀ ਵੀ ਜਾਂਦੇ ਆ ਵੇਖਣ ਵਾਸਤੇ ਕਿ ਭਾਈ ਮਰਦਾਨਾ ਜੀ ਨੂੰ ਵੇਖ ਕੇ ਪੁੱਛਦੇ ਆ, ਭਾਈ ਮਰਦਾਨਿਆ ਮੇਰਾ ਪੁੱਤਰ ਨਾਨਕ ਕਿੱਥੇ ਹੈ? ਗੁਰੂ ਨਾਨਕ ਸਾਹਿਬ ਜੀ ਦੀ ਬਾਬਤ ਪੁੱਛਦੇ ਆ। ਇਹ ਇਹੋ ਜਿਹਾ ਕਰੁਣਾ ਰਸ ਕਵਿਰਾਜ ਜੀ ਨੇ ਭਰਿਆ ਹੋਇਆ। ਭਾਈ ਮਰਦਾਨਾ ਜੀ ਨੂੰ ਹਜ਼ੂਰ ਨੇ ਆਗਿਆ ਕੀਤੀ ਸੀ ਕਿ ਭਾਈ ਮਰਦਾਨਿਆ ਪਰਿਵਾਰ ਨੂੰ ਮਿਲਿਆ ਪਰ ਸਾਡੀ ਬਾਬਤ ਨਹੀਂ ਦੱਸਣਾ।
ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਵਰਜੇ ਹੋਏ ਚੁੱਪ ਰਹੇ। ਕਿਹਾ ਮੈਨੂੰ ਹੁਣ ਪਤਾ ਨਹੀਂ ਹੈ। ਹੁਣ ਦਾ ਅਰਥ ਸੀ ਕਿ ਮੈਨੂੰ ਹੁਣ ਨਹੀਂ ਪਤਾ, ਭਾਵ ਗੁਰੂ ਸਾਹਿਬ ਦੇ ਕੋਲੋਂ ਆਏ ਹੈ, ਪਰ ਗੁਰੂ ਸਾਹਿਬ ਦੇ ਵਰਜੇ ਹੋਣ ਕਰਕੇ ਭਾਈ ਮਰਦਾਨਾ ਜੀ ਨੇ ਦੱਸਿਆ ਨਾ। ਮਾਤਾ ਜੀ ਨੂੰ ਇਹ ਖਿਆਲ ਰਿਹਾ ਕਿ ਗੁਰੂ ਸਾਹਿਬ ਜੀ ਦੇ ਮੇਰੇ ਪੁੱਤਰ ਦੇ ਨਾਲ ਰਿਹਾ ਭਾਈ ਮਰਦਾਨਾ, ਕਿਵੇਂ ਹੋ ਸਕਦਾ ਇਹਨੂੰ ਨਾ ਪਤਾ ਹੋਵੇ। ਮਾਤਾ ਜੀ ਨੇ ਧਿਆਨ ਰੱਖਿਆ। ਜਦੋਂ ਕੁਝ ਚਿਰ ਭਾਈ ਮਰਦਾਨਾ ਜੀ ਘਰ ਬੈਠੇ ਰਹੇ, ਸਾਰੇ ਸੰਬੰਧੀਆਂ ਨੂੰ ਮਿਲੇ ਤੇ ਫਿਰ ਬਾਹਰ ਨੂੰ ਤੁਰ ਪਏ। ਮਾਤਾ ਜੀ ਨੇ ਧਿਆਨ ਰੱਖਿਆ ਸੀਗਾ ਕਿ ਇੰਨੇ ਚਿਰ ਬਾਅਦ ਇਹ ਭਾਈ ਮਰਦਾਨਾ ਆਪਣੇ ਘਰ ਆਇਆ ਤੇ ਇਹ ਰਿਹਾ ਹੀ ਨਹੀਂ, ਫਿਰ ਬਾਹਰ ਨੂੰ ਚੱਲ ਪਿਆ। ਹੋਵੇ ਨਾ ਹੋਵੇ ਤਾਂ ਇਹ ਮੇਰੇ ਪੁੱਤਰ ਗੁਰੂ ਨਾਨਕ ਸਾਹਿਬ ਕੋਲ ਹੀ ਚੱਲਿਆ। ਮਾਤਾ ਜੀ ਤੇ ਸਮੇਂ ਫਿਰ ਆਪਣੇ ਘਰੋਂ ਨਿਕਲ ਕੇ ਭਾਈ ਮਰਦਾਨੇ ਦਾ ਪਿੱਛਾ ਕਰਨ ਲੱਗ ਗਏ। ਤੇ ਥੋੜ੍ਹੀ ਦੂਰ ਜਦੋਂ ਬਾਹਰ ਪਿੱਛੇ ਮਾਤਾ ਜੀ ਚੱਲਦੇ ਹੋਏ ਆਏ, ਭਾਈ ਮਰਦਾਨਾ ਜੀ ਨੂੰ ਪਤਾ ਲੱਗ ਗਿਆ ਕਿ ਮਾਤਾ ਜੀ ਮੇਰੀ ਪੈੜ ਜਿਹੜੀ ਆ ਉਹ ਦੇਖਦੇ ਹੋਏ ਆ ਰਹੇ ਆ ਮੇਰੇ ਪਿੱਛੇ ਪਿੱਛੇ। ਭਾਈ ਮਰਦਾਨਾ ਜੀ ਕਾਹਲੀ ਤੁਰਨ ਲੱਗ ਗਏ। ਜਦੋਂ ਕਾਹਲੀ ਤੁਰਦੇ ਆ ਭਾਈ ਮਰਦਾਨਾ ਜੀ, ਉੱਥੇ ਕਰੁਣਾ ਰਸ ਐਸਾ ਕਵਿਰਾਜ ਨੇ ਭਰਿਆ। ਮਾਤਾ ਜੀ ਬਹੁਤ ਤੇਜ਼ੀ ਨਾਲ ਤੁਰਦੇ ਹੋਏ ਭਾਈ ਮਰਦਾਨੇ ਨੂੰ ਕਹਿੰਦੇ ਆ, ਭਾਈ ਮਰਦਾਨਿਆ ਮੇਰੇ ਬਿਰਧ ਸਰੀਰ ਤੇ ਤਰਸ ਕਰ, ਮੈਨੂੰ ਮੇਰੇ ਪੁੱਤਰ ਗੁਰੂ ਨਾਨਕ ਸਾਹਿਬ ਦਾ ਪਤਾ ਦੱਸ ਦੇ। ਇਉਂ ਭਾਈ ਮਰਦਾਨਾ ਜੀ ਨੇ ਫਿਰ ਜਦੋਂ ਇਹ ਕਰੁਣਾ ਰਸ ਇਹੋ ਜਿਹਾ ਕਵਿਰਾਜ ਨੇ ਭਰਿਆ ਕਿ ਭਾਈ ਮਰਦਾਨਾ ਜੀ ਮਾਤਾ ਜੀ ਦੀ ਹਾਲਤ ਵੇਖ ਕਰਕੇ ਨਾ ਬੜੇ ਪਿਆਰ ਵਿੱਚ ਕਹਿੰਦੇ, ਮਾਤਾ ਜੀ ਮੈਂ ਦੱਸ ਨਹੀਂ ਸਕਦਾ, ਪਰ ਮੇਰੇ ਪਿੱਛੇ ਪਿੱਛੇ ਹੀ ਆ ਜਾਓ, ਜਿੱਥੇ ਮੈਂ ਜਾ ਪਹੁੰਚਾਂਗਾ ਉੱਥੇ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੋਣਗੇ। ਇਉਂ ਫਿਰ ਉੱਥੇ ਮਾਤਾ ਜੀ ਦਾ ਮਿਲਾਪ ਹੋਣਾ, ਗੁਰੂ ਜੀ ਦੇ ਪਿਤਾ ਜੀ ਨੇ ਆਉਣਾ, ਉੱਥੇ ਫਿਰ ਸਾਰੇ ਮਹਾਰਾਜ ਦੇ ਜਿਹੜੇ ਹੈ ਸਾਰੇ ਨਗਰ ਨੇ ਆ ਕਰਕੇ ਦਰਸ਼ਨ ਕਰਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉੱਥੇ ਫਿਰ ਪਿਤਾ ਜੀ ਦੇ ਪ੍ਰਥਾएं ਜਿਹੜਾ ਸੀਗਾ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਇਹ ਕਰੁਣਾ ਰਸ ਕਵਿਰਾਜ ਜੀ ਨੇ ਭਰਿਆ ਹੋਇਆ। ਫਿਰ ਇੱਕ ਵੰਨਗੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੀ ਹੈ, ਕਿਉਂਕਿ ਜਿੱਥੇ ਜਿੱਥੇ ਇਹ ਆਪਾਂ ਜਦੋਂ ਕਥਾ ਸੁਣਦੇ ਆ ਨਾ, ਜਿਸ ਰਸ ਦਾ ਵਰਣਨ ਕਰਦੇ ਆ ਉਹਨੂੰ ਪੂਰੇ ਸਿਖਰਾਂ ਤੇ ਵਰਣਨ ਕਰਦੇ ਆ ਕਵਿਰਾਜ। ਫਿਰ ਇਹ ਕਵੀ ਦੀ ਜਿਹੜੀ ਹੈ ਨਾ ਇਹ ਨਿਪੁੰਨਤਾ ਹੁੰਦੀ ਹੈ, ਇਹ ਕਵੀ ਦੀ ਵਿਦਵਤਾ ਹੁੰਦੀ ਹੈ ਕਿ ਜਿਸ ਰਸ ਨੂੰ ਛੂੰਹਦੇ ਆ ਉਸ ਰਸ ਨੂੰ ਸਿਰੇ ਤੱਕ ਲੈ ਜਾਂਦੇ। ਤੇ ਜਦੋਂ ਕਵਿਰਾਜ ਹੁਣ ਕਰੁਣਾ ਰਸ ਕਹਿੰਦੇ ਆ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਣ ਲੱਗੇ ਆ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਘੋੜੇ ਤੇ ਚੜੇ ਐ, ਸਿੰਘ ਕਿਹੋ ਜੀ ਸਦਰ ਨਾਲ ਮਹਾਰਾਜ ਜੀ ਦਾ ਦਰਸ਼ਨ ਕਰ ਰਹੇ ਐ। ਜੋ ਜੋ ਵੀ ਮਹਾਰਾਜ ਵੱਲ ਵੇਖ ਰਿਹਾ ਸਭ ਦੇ ਨੇਤਰ ਸੱਜਲ ਹੋ ਰਹੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਕਨਾਤ ਦੇ ਅੰਦਰ ਪ੍ਰਵੇਸ਼ ਕਰਦੇ ਐ, ਐਸਾ ਕਰੁਣਾ ਰਸ ਕਵਿਰਾਜ ਜੀ ਨੇ ਉੱਥੇ ਕਥਾ ਵਿੱਚ ਭਰਿਆ ਹੋਇਆ ਹੈ। ਸੁਣਦੇ ਹੋਏ ਸਰੋਤੇ ਜਿਹੜੇ ਆ ਉਹ ਦੇਸ਼ ਕਾਲ ਵਸਤੂ ਭੁੱਲ ਜਾਂਦੇ ਐ, ਉਹਨਾਂ ਨੂੰ ਉਹ ਨਜ਼ਾਰਾ ਹੀ ਅੱਖਾਂ ਨਾਲ ਸਾਰਾ ਦਿਸਣ ਲੱਗ ਪੈਂਦਾ ਹੈ। ਇਸ ਪ੍ਰਕਾਰ ਇਹ ਕਰੁਣਾ ਰਸ ਦਾ ਕਵਿਰਾਜ ਜੀ ਨੇ ਜ਼ਿਕਰ ਕੀਤਾ ਹੈ। ਅੱਗੇ ਜਿਹੜਾ ਹੈ ਉਹ ਕਵਿਰਾਜ ਜੀ ਅਗਲਾ ਰਸ ਜਿਹੜਾ ਹੈ ਉਹ ਵਰਣਨ ਕਰਦੇ ਹਨ। ਕੀ ਹੈ ਅਗਲਾ ਰਸ? ਹਾਂਜੀ, तो इस प्रकार कविराज जी ने ये करुणा रस ਜਿਹੜਾ ਹੈ ਉਹ ਅਖੀਰ ਤੱਕ ਸਮਾਪਤੀ ਕੀਤੀ ਹੈ। ਅੱਗੇ ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਬਤ ਕਵਿਰਾਜ ਜਿਵੇਂ ਲਿਖਦੇ ਹਨ ਉਹ ਸਰਵਣ ਕਰੋ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਕਵਿਰਾਜ ਜੀ ਲਿਖਦੇ ਹੈ, ਕਿਉਂਕਿ ਕਵਿਰਾਜ ਜੀ ਆਪਣੀ ਪ੍ਰੀਤ ਜਿਹੜੀ ਹੈ ਨਾ, ਜਿਵੇਂ ਸਤਿਗੁਰੂ ਜੀ ਦੇ ਅਵਤਾਰ ਧਾਰਨ ਦਾ ਕਾਰਨ ਕੀ ਹੈ, ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਲਿਖਦੇ ਆ। ਸਤਿਗੁਰੂ ਜੀ ਮਹਾਰਾਜ ਕਹਿੰਦੇ ਆ ਕਿ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਮਹਾਰਾਜ ਨੇ ਇਹ ਕਾਰਨ ਦੱਸਿਆ ਆਪਣੇ ਅਵਤਾਰ ਧਾਰਨ ਦਾ, ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਓ ਸਾਧੂ ਸਭ ਮਨ ਮੰਗ। ਤੇ ਕਵਿਰਾਜ ਜੀ ਵੀ ਸਤਿਗੁਰਾਂ ਜੀ ਦੇ ਇਸ ਬਾਣੀ ਦੇ ਸਰੋਤ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਦੀ ਬਾਬਤ ਲਿਖਦੇ ਆ ਕਿ ਮਹਾਰਾਜ ਸਾਹਿਬ ਜੀ ਅਗਰ ਨਾ ਹੁੰਦੇ ਇਸ ਸੰਸਾਰ ਦੇ ਅੰਦਰ, ਕਿਸੇ ਕਵੀ ਨੇ ਜਦੋਂ ਇਹ ਪੁੱਛਦਾ ਹੈ ਕੋਈ ਪ੍ਰੇਮ ਦੇ ਨਾਲ ਕਿ ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਇਤਿਹਾਸ ਭਾਰਤ ਵਰਸ਼ ਦੇ ਇਤਿਹਾਸ ਵਿੱਚੋਂ ਕੱਢ ਦਿਓ ਤੇ ਥੋਥਾ ਹੈ ਸਾਰਾ ਭਾਰਤ ਵਰਸ਼ ਦਾ ਇਤਿਹਾਸ, ਖਾਲੀ ਹੈ।
ਜਿਵੇਂ ਆਕਾਸ਼ ਵਿੱਚੋਂ ਸੂਰਜ ਨੂੰ ਕੱਢ ਲਓ ਤੇ ਬਾਕੀ ਫਿਰ ਆਕਾਸ਼ ਵਿੱਚ ਕੀ ਰਹਿ ਜਾਂਦਾ ਹੈ। ਇਉਂ ਬਾਜਾਂ ਵਾਲੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਹੈ। ਜੇ ਸਤਿਗੁਰੂ ਜੀ ਨਾ ਹੁੰਦੇ ਤਾਂ ਫਿਰ ਕੀ ਹੁੰਦਾ। ਕਵੀਰਾਜ ਉੱਥੇ ਇਹ ਜ਼ਿਕਰ ਕਰਦੇ ਹਨ, ਕਹਿੰਦੇ ਹਨ ਸਾਰਾ ਜਿਹੜਾ ਹੈ ਉਹ ਪੜ੍ਹ ਦੇਣਾ ਕਰੋ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਿਤਾਬਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰੋਕ ਜਾਤੇ ਗਰਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਸਭ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਕਿਰਪਾ ਦੇ ਘਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਅਗਰ ਨਾ ਇਸ ਭਾਰਤ ਵਰਸ਼ ਦੇ ਅੰਦਰ ਗੁਰੂ ਜੀ ਦਾ ਅਵਤਾਰ ਹੁੰਦਾ, ਮਹਾਰਾਜ ਜੀ ਨਾ ਆਉਂਦੇ ਤਾਂ ਵੇਦਾਂ ਤੇ ਪੁਰਾਣਾਂ ਦੀ ਰੀਤੀ ਮਿਟ ਜਾਣੀ ਸੀ। ਦੇਵੀ ਦੇਵਰੇ ਸਭ ਸੰਤੋਖ ਸਿੰਘ ਜੀ, ਭਾਈ ਸੰਤੋਖ ਸਿੰਘ ਜੀ ਕਹਿੰਦੇ ਦੂਰ ਹੋ ਜਾਣੇ ਸਨ, ਮੰਦਰਾਂ ਵਿੱਚੋਂ ਟਲ ਖੜਕਣੇ ਬੰਦ ਹੋ ਜਾਣੇ ਸਨ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਇਸ ਭਾਰਤ ਵਰਸ਼ ਦੇ ਅੰਦਰ ਹਿੰਦੂ ਕੌਮ ਦੀ ਮਹਾਰਾਜ ਸੱਚੇ ਪਾਤਸ਼ਾਹ ਰੱਖਿਆ ਕੀਤੀ। ਫਿਰ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਅਣਖ ਅਤੇ ਗੈਰਤ ਨਾਲ ਜਿਉਣ ਦੀ ਜਾਚ ਦੱਸੀ। ਇਹ ਕਵੀਰਾਜ ਕਹਿੰਦੇ ਆ ਕਿ ਭਾਈ ਜਿਹੜੀ ਹੈ ਨਾ ਇਹ ਸਭ ਨਰੰਗੇ ਨੇ ਇੱਕ ਹੀ ਬਣਾ ਦੇਣੇ ਸੀ, ਮੁਸਲਮਾਨ ਹੀ ਕਰ ਦੇਣੇ ਸੀ ਸਾਰੇ ਪਕੜ ਕਰਕੇ, ਅਗਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਅਵਤਾਰ ਨਾ ਧਾਰਦੇ ਤਾਂ। ਫਿਰ ਕਵੀਰਾਜ ਜੀ ਨੂੰ ਜੇ ਪੁੱਛੀਏ ਮਹਾਰਾਜ ਦਾ ਪ੍ਰੇਮ ਵਿੱਚ ਆ ਕਰਕੇ, ਜਦੋਂ ਕਵੀਰਾਜ ਜੀ ਕਹਿੰਦੇ ਆ ਨਾ, ਜੇ ਪੁੱਛੀਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਵਤਾਰ ਕਿਉਂ ਧਾਰਨ ਕੀਤਾ ਹੈ, ਤੇ ਫਿਰ ਕਵੀਰਾਜ ਜੀ ਪ੍ਰੇਮ ਨਾਲ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਅਵਤਾਰ ਲਿਓ ਹਮ ਜਾਸੇ ਗਰੀਬ ਨਿਵਾਜਨ ਕੋ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਰਗੇ ਗਰੀਬਾਂ ਨੂੰ ਨਿਵਾਜਣ ਵਾਸਤੇ ਮਹਾਰਾਜ ਜੀ ਨੇ ਅਵਤਾਰ ਧਾਰਿਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ। ਇਉਂ ਪਿਆਰ ਦੇ ਨਾਲ ਕਵੀਰਾਜ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅਵਤਾਰ ਧਾਰਨ ਦੀ ਬਾਬਤ ਲਿਖਦੇ ਆ। ਫਿਰ ਜਿਹੜਾ ਹੈ ਕਵੀਰਾਜ ਜੀ ਨੇ ਇਸ ਗ੍ਰੰਥ ਦੇ ਅੰਦਰ 6 ਰੁੱਤਾਂ ਦੇ ਵਿੱਚ ਜਿੱਥੇ ਇਤਿਹਾਸ ਵਰਣਨ ਕੀਤਾ, ਉੱਥੇ ਇੱਕ ਇੱਕ ਰੁੱਤ ਨੂੰ ਵਰਣਨ ਕੀਤਾ ਹੈ। ਤੋ ਅੱਜ ਆਪਾਂ ਸਮਾਪਤੀ ਕਰਾਂਗੇ, ਕੇਵਲ ਜਿਹੜੀ ਹੈ ਇੱਕ ਰੁੱਤ ਦਾ ਜਿਹੜਾ ਜ਼ਿਕਰ ਕਵੀਰਾਜ ਜੀ ਕਰਦੇ ਹਨ। ਜਿਵੇਂ ਇਸ ਪ੍ਰਕਾਰ ਅੱਗੇ ਰੁੱਤ ਤੇ ਜਿਹੜਾ ਹੈ ਉਹ ਕੱਢ ਲੈਣਾ ਕਰੋ। ਕਵੀਰਾਜ ਜਿਵੇਂ ਰੁੱਤ ਦਾ ਪ੍ਰਸੰਗ ਜਿਹੜਾ ਵਰਣਨ ਕਰਦੇ ਹਨ, ਕਿਵੇਂ ਅਲੰਕਾਰ ਦਿੰਦੇ ਆ, ਉਹ ਸਰਵਣ ਕਰੋ। ਬਿਦ ਤੇ ਜਲ ਧਰ ਗਗਨ ਮਝਾਰੀ। ਇਹ ਹੁਣ ਬਰਖਾ ਦੀ ਜਿਹੜੀ ਪਾਵਸ ਰੁੱਤ ਹੈ ਨਾ, ਉਹਦਾ ਕਵੀਰਾਜ ਜੀ ਕੇਵਲ ਇੱਥੇ ਦ੍ਰਿਸ਼ਟਾਂਤ ਆਪਾਂ ਸਰਵਣ ਕਰਨਾ, ਕਿਉਂਕਿ ਸਰਦ ਰੁੱਤ ਦਾ ਦਿੱਤਾ ਹੈ, ਗਰੀਖਮ ਰੁੱਖ ਦਾ ਰੁੱਤ ਦਾ ਦਿੱਤਾ ਹੈ, ਪਤਝੜ ਦੀ ਰੁੱਤ ਦਾ ਦਿੱਤਾ ਹੈ, ਤੇ ਉਹ ਨਾਲ ਉਪਦੇਸ਼ ਜਿਹੜਾ ਨਾ ਉਹਦੇ ਪਰਮਾਰਥ ਦਾ ਉਪਦੇਸ਼ ਢੁਕਾਇਆ ਹੈ ਰੁੱਤਾਂ ਦੇ ਨਾਲ, ਤੇ ਉਹਦਾ ਵਿਸਥਾਰ ਕਥਾ ਵਿੱਚ ਆਵੇਗਾ। ਇੱਥੇ ਕੇਵਲ ਵੰਨਗੀ ਮਾਤਰ ਆਪਾਂ ਜਿਹੜੀ ਪਾਵਸ ਰੁੱਤ ਹੈ, ਜਿਹੜੀ ਇਸ ਪ੍ਰਕਾਰ ਸਾਵਣ ਦੀ ਰੁੱਤ ਹੁੰਦੀ ਹੈ, ਉਹਦਾ ਸਰਵਣ ਕਰਨਾ ਕਰੀਏ। ਬਿਦ ਤੇ ਜਲ ਧਰ ਗਗਨ ਮਝਾਰੀ। ਜਿਹੜੇ ਜਲ ਧਰ ਬੱਦਲ ਹਨ ਨਾ, ਇਹ ਪ੍ਰਗਟ ਹੋ ਜਾਂਦੇ ਆ ਕਹਿੰਦੇ ਆਕਾਸ਼ ਦੇ ਅੰਦਰ ਜਦੋਂ ਬਰਖਾ ਦੀ ਰੁੱਤ ਆਉਂਦੀ ਹੈ। ਜਿਉ ਤਨ ਧਰੇ ਸੰਤ ਉਪਕਾਰੀ। ਕਹਿੰਦੇ ਕਿਵੇਂ ਬੱਦਲ ਆਉਂਦੇ ਆ, ਜਿਵੇਂ ਕਹਿੰਦੇ ਸੰਤ ਪਰ ਉਪਕਾਰ ਲਈ ਆਪਣਾ ਤਨ ਧਾਰਨ ਕਰਦੇ ਆ। ਜਨਮ ਮਰਨ ਦੁਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ। ਬੱਦਲ ਆਉਂਦੇ ਆ ਨਾ, ਤੇ ਆਉਂਦੇ ਆ ਤੇ ਬਰਖਾ ਕਰਕੇ ਫਿਰ ਚਲੇ ਜਾਂਦੇ ਆ। ਇਹ ਕਹਿੰਦੇ ਸੰਤ ਮਹਾਂਪੁਰਸ਼ ਵੀ ਆਉਂਦੇ ਆ ਤੇ ਪਰ ਉਪਕਾਰ ਕਰਕੇ ਸੰਸਾਰ ਦੇ ਉੱਤੇ ਆਪਣਾ ਸ਼ੀਸ਼ ਧਰਮ ਲਈ ਲਾ ਕਰਕੇ ਚਲੇ ਜਾਂਦੇ ਆ, ਜੀਆਂ ਨੂੰ ਸੱਚ ਦਾ ਮਾਰਗ ਦਿਖਾ ਕਰਕੇ। ਕੇਲਰ ਖੇਤ ਸਕਲ ਥਲ ਬਰਖੈ। ਕਹਿੰਦੇ ਇਸ ਪ੍ਰਕਾਰ ਜਿਹੜੇ ਆ ਨਾ, ਕੱਲਰ ਖੇਤ ਸਕਲ ਥਲ ਬਰਖੈ। ਚਾਹੇ ਕੱਲਰ ਦੀ ਖੇਤੀ ਹੋਵੇ ਜਿੱਥੇ ਬਹੁਤ ਜ਼ਿਆਦਾ ਕੋਈ ਬੀਜ ਹੀ ਨਹੀਂ ਪੈਦਾ ਹੁੰਦਾ, ਉਹਨਾਂ ਕੱਲਰ ਦੀਆਂ ਖੇਤੀਆਂ ਨੂੰ ਵੀ ਜਿਹੜਾ ਨਾ ਜਲ ਫਿਰ ਹਰਿਆਂ ਕਰ ਦਿੰਦਾ ਏ, ਭਾਵ ਉਹਨਾਂ ਨੂੰ ਵੀ ਉਪਜਾਊ ਬਣਾ ਦਿੰਦਾ ਏ। ਦੇਖ ਦੇਖ ਕਰ ਜਨ ਗਨ ਹਰਖੈ। ਵੇਖ ਵੇਖ ਕੇ ਬਹੁਤੇ ਜਨ ਜਿਹੜੇ ਆ ਫਿਰ ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਖੁਸ਼ ਹੋ ਜਾਂਦੇ ਜੀਵ ਜਦੋਂ ਮੀਂਹ ਪੈਂਦਾ ਏ। ਜਿਮ ਗੁਰ ਗਿਰਾ ਸੁਨਹਿ ਸਭ ਕੋਈ। ਉੱਥੇ ਹੁਣ ਇਹ ਮੀਂਹ ਦਾ ਦ੍ਰਿਸ਼ਟਾਂਤ ਦਿੰਦੇ ਆ, ਸਤਿਗੁਰੂ ਜੀ ਦੀ ਬਾਣੀ ਤੇ ਉੱਪਰ ਕਰਨ ਲਏ ਆ ਕਵੀਰਾਜ ਜੀ ਨੇ ਸਾਰੇ। ਕੀ ਕਹਿੰਦੇ ਆ, ਫਿਰ ਪੜੋ। ਜਿਮ ਗੁਰ ਗਿਰਾ ਸੁਨਹਿ ਸਭ ਕੋਈ। ਕਹਿੰਦੇ ਜਿਵੇਂ ਗੁਰੂ ਜੀ ਦੀ ਗਿਰਾ ਬਾਣੀ ਸਭ ਕੋਈ ਸੁਣ ਸਕਦਾ ਨਾ, ਉਹ ਬਰਖਾ ਜਿਵੇਂ ਹੁੰਦੀ ਹੈ, ਤੇ ਫਿਰ ਇਹ ਤਾਂ ਨਹੀਂ ਅਮੀਰ ਦੇ ਜ਼ਿਆਦਾ ਹੁੰਦੀ ਤੇ ਗਰੀਬ ਦੇ ਘੱਟ ਹੁੰਦੀ ਹੈ।
ਜਾਂ ਕੱਲਰ ਵਾਲੀ ਧਰਤੀ ਤੇ ਬਰਖਾ ਨਹੀਂ ਹੁੰਦੀ, ਬਰਖਾ ਤਾਂ ਸਭ ਤੇ ਇੱਕੋ ਜਿਹੀ ਹੁੰਦੀ ਹੈ। ਕਹਿੰਦੇ ਐਵੇਂ ਗੁਰੂ ਸਾਹਿਬ ਦੀ ਬਾਣੀ ਭਾਈ ਸਭ ਵਾਸਤੇ ਸੰਸਾਰ ਦੇ ਅੰਦਰ ਸਾਂਝੀ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਸਭ ਦੇ ਉੱਤੇ, ਸਤਿਗੁਰੂ ਜੀ ਦੀ ਬਾਣੀ ਜਿਹੜੀ ਹੈ ਪ੍ਰੀਤ ਦੀ ਵਰਖਾ ਕਰਦੀ ਹੈ, ਉਪਦੇਸ਼ ਦੀ ਵਰਖਾ ਕਰਦੀ ਹੈ। ਪ੍ਰੇਮ ਬੀਜ ਕਹੂੰ ਉਤਪੁਤ ਹੋਈ। ਤੇ ਫਿਰ ਜਿਹੜੇ ਜਿਹੜੇ ਉਪਜਾਊ ਧਰਤੀ ਬਣਦੀ ਹੈ, ਮਹਾਰਾਜ ਦੇ ਉਪਦੇਸ਼ ਰੂਪੀ ਵਰਖਾ ਨੂੰ ਪਾ ਕਰਕੇ ਰਿਦਾ ਰੂਪੀ ਧਰਤੀ ਉਪਜਾਊ ਹੁੰਦੀ ਹੈ। ਉੱਥੇ ਪ੍ਰੇਮ ਦਾ ਬੀਜ ਫਿਰ ਕਵੀਰਾਜ ਕਹਿੰਦੇ ਪ੍ਰਫੁੱਲਤ ਹੋ ਜਾਂਦਾ ਏ। ਮధుਰ ਮధుਰ ਧੁਨ ਸੁਨ ਸੁਨ ਮੋਰ। ਤੇ ਜਿਹੜੇ ਵਰਖਾ ਹੁੰਦੀ ਜਦੋਂ, ਇਹ ਫਿਰ ਮਧੁਰ ਮਧੁਰ ਧੁਨ, ਮਿੱਠੀ ਮਿੱਠੀ ਆਵਾਜ਼ ਜਿਹੜੀ ਹੈ ਨਾ ਮੋਰਾਂ ਦੀ, ਉਹ ਪਹਿਲਾਂ ਦੇ ਪਾਉਣ ਦੀ, ਮੋਰਾਂ ਦੇ ਚੂਕਣ ਦੀ ਆਵਾਜ਼ ਜਿਹੜੀ ਹੈ, ਫਿਰ ਮੋਰੀ ਰੋਣ ਝੁਣ ਲਾਇਆ ਭੈਣੇ ਸਾਵਣ ਆਇਆ, ਜਿਵੇਂ ਸੱਚੇ ਪਾਤਸ਼ਾਹ ਜੀ ਨੇ ਕਿਹਾ। ਇਹ ਮੋਰ ਬੋਲਦੇ ਹੈ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਇਉਂ ਬੱਦਲਾਂ ਦੇ ਚੜ੍ਹਨ ਨਾਲ ਭਾਵ ਗੁਰੂ ਸਾਹਿਬ ਜੀ ਬੱਦਲ ਦੀ ਨਿਆਈ ਹੈ। ਮਹਾਰਾਜ ਦਾ ਉਪਦੇਸ਼ ਜਿਹੜਾ ਵਰਖਾ ਹੁੰਦੀ ਹੈ। ਤੇ ਫਿਰ ਜਿਨ੍ਹਾਂ ਦੇ ਪ੍ਰੇਮੀ ਮਨ ਮੋਰ ਦੀ ਤਰ੍ਹਾਂ ਬਣੇ ਹੋਏ ਜਿਹੜੇ ਹੈ, ਬਹੁਤ ਪ੍ਰੇਮ ਵਿੱਚ ਆ ਕਰਕੇ ਫਿਰ ਗੁਰੂ ਜੀ ਦੇ ਪਿਆਰ ਦੇ ਵਿੱਚ ਆ ਕਰਕੇ ਬੋਲਦੇ ਆ ਨਾ ਗੁਰੂ ਜੀ ਦਾ ਨਾਮ, ਉਹ ਮਨ ਮੋਰ ਹਨ, ਉਹਨਾਂ ਦੇ ਪ੍ਰੀਤ ਵਿੱਚ ਭਿੱਜੇ ਹੋਏ। ਠਾਉਰ ਠਾਉਰ ਬੋਲਤ ਕਰ ਸ਼ੋਰ। ਥਾਵਾਂ ਥਾਵਾਂ ਤੇ ਸ਼ੋਰ ਪਾਉਂਦੇ ਹੋਏ ਮੋਰ ਬੋਲਦੇ ਆ ਜਦੋਂ ਪਾਵਸ ਦੀ ਰੁੱਤ ਹੁੰਦੀ, ਵਰਖਾ ਦੀ ਰੁੱਤ ਹੁੰਦੀ ਹੈ। ਇਸ ਤਰ੍ਹਾਂ ਕਵੀਰਾਜ ਵੇਖੋ ਅਧਿਆਤਮਕ ਨਾਲ ਰਲਾ ਰਹੇ ਹਨ, ਰੁੱਤ ਵੀ ਵਰਣਨ ਕਰ ਰਹੇ ਹੈ ਤੇ ਦੱਸ ਰਹੇ ਹੈ ਕਿ ਹੇ ਗੁਰਸਿੱਖੋ, ਇਹ ਸਾਵਣ ਦੀ ਰੁੱਤ ਜਿਹਦੇ ਅੰਦਰ ਆ ਜਾਂਦੀ ਹੈ, ਉਹਨੂੰ ਗੁਰੂ ਜੀ ਦੇ ਉਪਦੇਸ਼ ਦੀ ਵਰਖਾ ਦਾ ਫਿਰ ਜਲ ਪ੍ਰਾਪਤ ਹੋ ਜਾਂਦਾ ਏ। ਜਥਾ ਕੀਰਤਨ ਸੁਨ ਜਗਿਆਸੀ। ਕਹਿੰਦੇ ਜਿਸ ਤਰ੍ਹਾਂ ਜਥਾ, ਜਿਸ ਤਰ੍ਹਾਂ ਜਗਿਆਸੂ ਕੀਰਤਨ ਸੁਣਦੇ ਆ ਬਾਣੀ ਦਾ, ਬਸ ਹਿਰਦੇ ਪੁਨ ਗਾਏ ਪ੍ਰਕਾਸ਼ੀ। ਤੇ ਹਿਰਦੇ ਵਿੱਚ ਵਸ ਜਾਂਦਾ ਹੈ ਤੇ ਗਾਉਂਦੇ ਆ, ਪ੍ਰਕਾਸ਼ਦੇ ਆ, ਭਾਵ ਮੁਖ ਤੋਂ ਪਿਆਰ ਦੇ ਨਾਲ। ਜਦੋਂ ਰਾਗੀ ਸਿੰਘ ਦਾਦਰ ਟੇਰਤ ਹੈ ਚਹੂ ਔਰ। ਉਹ ਇਸ ਤਰ੍ਹਾਂ ਕਹਿੰਦੇ ਜਿਵੇਂ ਬਰਖਾ ਦੀ ਰੁੱਤ ਹੁੰਦੀ ਹੈ ਤੇ ਦਾਦਰ ਜਿਹੜੇ ਡੱਡੂ ਹੈ ਉਹ ਟੇਰਦੇ ਆ ਨਾ, ਬੋਲਦੇ ਆ ਡੱਡੂ। ਕਹਿੰਦੇ ਗੁਰਸਿੱਖਾਂ ਦੇ ਅੰਦਰ ਜਦੋਂ ਪ੍ਰੇਮ ਆਉਂਦਾ ਹੈ ਨਾ, ਗੁਰੂ ਜੀ ਦੀ ਬਾਣੀ ਨੂੰ ਉੱਚੀ ਉੱਚੀ ਟੇਰਦੇ ਆ ਜਦੋਂ ਬੋਲਦੇ ਆ, ਜਾਣੋ ਕਿ ਉਹ ਪ੍ਰੀਤ ਵਿੱਚ ਡੱਡੂ ਹੀ ਅੰਦਰੋਂ ਬੋਲਦੇ ਆ। ਇਹ ਪ੍ਰਮਾਣ ਦੇ ਰਹੇ ਆ ਕਿ ਜਦੋਂ ਬਾਹਰੋਂ ਡੱਡੂ ਬੋਲਣ ਲੱਗ ਪੈਂਦੇ, ਬਾਹਰ ਨਿਕਲ ਆਉਂਦੇ ਆ ਬਰਖਾ ਦੀ ਰੁੱਤ ਵਿੱਚ। ਜਿਮ ਸਿੱਖ ਪੜ੍ਹੇ ਗਿਰਾ ਗੁਰ ਜੋਰ। ਜਿਵੇਂ ਗੁਰੂ ਸਾਹਿਬ ਦੇ ਸਿੱਖ ਪੜ੍ਹਦੇ ਆ ਨਾ ਗਿਰਾ, ਬਾਣੀ ਦੇ ਜ਼ੋਰ ਨਾਲ ਬਾਣੀ ਨੂੰ ਪੜ੍ਹਦੇ ਆ, ਭਾਵ ਮੁਖ ਤੇ ਜ਼ੋਰ ਨਾਲ। ਜਦੋਂ ਮੁਖ ਤੋਂ ਉੱਚੀ ਬਾਣੀ ਪੜ੍ਹੀਏ ਨਾ ਤੇ ਮਨ ਨਹੀਂ ਵੀ ਟਿਕਦਾ ਤਾਂ ਵੀ ਟਿਕ ਜਾਂਦਾ ਹੈ। ਇਸ ਪ੍ਰਕਾਰ ਕਹਿੰਦੇ ਜਦੋਂ ਗੁਰਸਿੱਖਾਂ ਦਾ ਕਈਆਂ ਦਾ ਸੁਭਾਅ ਹੁੰਦਾ, ਉੱਚੀ ਬਾਣੀ ਬੋਲ ਕੇ ਪੜ੍ਹਦੇ ਆ ਤੇ ਉਹ ਵਾਤਾਵਰਨ ਵਿੱਚ ਵੀ ਬਾਣੀ ਘੁਲ ਜਾਂਦੀ ਹੈ। ਅੰਮ੍ਰਿਤ ਵੇਲੇ ਦਾ ਪੱਖ ਹੁੰਦਾ, ਇੱਕ ਤਾਂ ਭੋਰ ਦਾ ਸਮਾਂ, ਉੱਚੀ ਬਾਣੀ ਬੋਲ ਕੇ ਪੜ੍ਹਦੇ ਆ ਤੇ ਉਹ ਵੱਖਰਾ ਹੀ ਨਜ਼ਾਰਾ ਹੁੰਦਾ ਏ। ਬਹੁ ਜਲ ਪਾਏ ਮੁਦਤ ਭੇ ਮੀਨ। ਤੇ ਬਹੁਤਾ ਜਲ ਪਾ ਕੇ ਮੱਛੀਆਂ ਵੀ ਜਿਹੜੀਆਂ ਖੁਸ਼ ਹੋ ਜਾਂਦੀਆਂ ਜਦੋਂ ਬਰਖਾ ਦੀ ਰੁੱਤ ਹੁੰਦੀ ਹੈ। ਜਥਾ ਸਿੱਖ ਗੁਰ ਪ੍ਰੇਮ ਪ੍ਰਬੀਨ। ਇਸ ਤਰ੍ਹਾਂ ਕਹਿੰਦੇ ਗੁਰੂ ਜੀ ਦੇ ਸਿੱਖਾਂ ਦਾ ਜਿਹੜਾ ਨਾ ਮਨ, ਉਹ ਪ੍ਰੇਮ ਵਿੱਚ ਫਿਰ ਪ੍ਰਬੀਨ ਜਿਹੜਾ ਨਾ ਉਹ ਹੋ ਜਾਂਦਾ ਹੈ, ਪ੍ਰੇਮ ਵਿੱਚ ਸਨਿਗਧ ਹੋ ਜਾਂਦਾ ਹੈ, ਪ੍ਰੇਮ ਦੇ ਨਾਲ ਨਿਹਾਲ ਹੋ ਜਾਂਦਾ ਹੈ। ਗੁਰਸਿੱਖਾਂ ਦਾ ਮਨ ਪ੍ਰੇਮ ਰੂਪੀ ਜਲ ਨੂੰ ਪਾ ਕਰਕੇ ਮਨ ਰੂਪੀ ਮੱਛ ਜਿਹੜਾ ਹੈ ਉਹ ਬੜਾ ਖੁਸ਼ ਹੁੰਦਾ ਏ। ਜਰਿਓ ਜਵਾਸਾ ਜਰਿਓ ਨਾ ਜਲ ਕੋ। ਪਰ ਜਦੋਂ ਮੀਂਹ ਪੈਂਦਾ ਨਾ, ਬਰਖਾ ਪੈਂਦੀ ਹੈ, ਇੱਕ ਜਵਾਹਾਂ ਘਾਹ ਹੁੰਦਾ ਹੈ ਉਹ ਸੜ ਜਾਂਦਾ ਹੈ। ਬਾਕੀ ਸਭ ਪ੍ਰਕਿਰਤੀ ਹਰਿਆਵਲਤਾ ਵਿੱਚ ਆ ਜਾਂਦੀ ਹੈ, ਬਨਸਪਤੀ ਹਰੀ ਹੋ ਜਾਂਦੀ, ਪਰ ਇੱਕ ਜਵਾਹਾਂ ਜਿਹੜਾ ਨਾ ਉਹ ਬਰਖਾ ਦੇ ਜਲ ਨੂੰ ਪਾ ਕੇ ਸੜ ਜਾਂਦਾ ਏ। ਸੁਨ ਨਿੰਦਕ ਜਸ ਗੁਰੂ ਬਿਮਲ ਕੋ। ਕਹਿੰਦੇ ਗੁਰੂ ਜੀ ਦਾ ਜਸ ਤਾਂ ਬਿਮਲ ਵੈ, ਕਵੀਰਾਜ ਕਹਿੰਦੇ ਉਜਲ ਵੈ। ਮਹਾਰਾਜ ਦੀ ਬਾਣੀ ਤਾਂ ਉਜਲ ਵੈ, ਪਰ ਜਿਹੜੇ ਸੁਣਨ ਵਾਲੇ ਹਨ ਨਾ, ਜਵਾਹੇ ਦੀ ਤਿਆਂ ਨਿਆਈ ਨਿੰਦਕ ਲੋਕ ਜੋ ਹਨ, ਹਰਿਆਵਲ ਸਗਰੇ ਜਗ ਹੋਈ। ਉਹਨਾਂ ਦਾ ਮਨ ਸੜ ਜਾਂਦਾ। ਬਾਕੀ ਸਾਰੇ ਜਗਤ ਦੇ ਜੀਆਂ ਦੇ ਮਨ ਨੂੰ ਹਰਿਆਂ ਕਰ ਦਿੰਦੀ ਹੈ ਸਤਿਗੁਰੂ ਜੀ ਦੀ ਬਾਣੀ। ਪਰ ਜਿਹੜੇ ਨਾਸਤਿਕਵਨ, ਜਿਹੜੇ ਨਿੰਦਕਵਨ, ਗੁਰੂ ਜੀ ਦੀ ਨਿੰਦਾ ਕਰਦੇ ਹੈ, ਉਹਨਾਂ ਦਾ ਮਨ ਸੜ ਜਾਂਦਾ ਸਤਿਗੁਰੂ ਜੀ ਦਾ ਜਸ ਸੁਣ ਕਰਕੇ। ਗੁਰ ਸਿੱਖੀ ਜਿਮ ਸਭ ਥਲ ਜੋਈ। ਜਿਵੇਂ ਗੁਰੂ ਮਹਾਰਾਜ ਦੀ ਸਿੱਖੀ ਸਭ ਥਾਵਾਂ ਤੇ ਫੈਲ ਗਈ ਹੈ ਨਾ, ਕਹਿੰਦੇ ਉਹ ਬਰਖਾ ਪੈਣ ਨਾਲ ਜਿਵੇਂ ਸਰ ਸਬਜ਼ ਹੋ ਜਾਂਦੀ ਹੈ ਧਰਤੀ,
ਇਵੇਂ ਸਤਿਗੁਰੂ ਜੀ ਦੀ ਸਿੱਖੀ ਫਿਰ ਫੈਲਦੀ ਹੈ ਸੰਸਾਰ ਦੇ ਅੰਦਰ। ਸਰਤਾ ਕੋ ਪ੍ਰਵਾਹ ਬਹੁ ਬਾਡਾ, ਫਿਰ ਮੀਂਹ ਦੇ ਪੈਣ ਨਾਲ ਨਦੀਆਂ ਦੇ ਪ੍ਰਵਾਹ ਬਹੁਤ ਜ਼ਿਆਦਾ ਵੱਧ ਜਾਂਦੇ ਐ। ਇਉਂ ਗੁਰਸਿੱਖਾਂ ਦੇ ਅੰਦਰ ਮਹਾਰਾਜ ਦੇ ਉਪਦੇਸ਼ ਦੀ ਬਰਖਾ ਨੂੰ ਪਾ ਕੇ ਪ੍ਰੇਮ ਦਾ ਪ੍ਰਵਾਹ ਹੀ ਬਹੁਤ ਜ਼ਿਆਦਾ ਵੱਧ ਜਾਂਦਾ ਏ। ਜੁਗ ਕੰਠਨ ਤੇ ਜਲ ਕਹੋ ਕਾਢਾ, ਤੇ ਦੋਵੇਂ ਕੰਢਿਆਂ ਤੋਂ ਜਲ ਬਾਹਰ ਆਉਣ ਲੱਗ ਪੈਂਦਾ ਹੈ ਨਾ। ਫਿਰ ਜਦੋਂ ਜਲ ਵੱਧ ਜਾਵੇ ਨਦੀ ਦੇ ਅੰਦਰ, ਜਿਮ ਭਗਤਨ ਕੇ ਪ੍ਰੇਮ ਪ੍ਰਵਾਹੂ, ਕਹਿੰਦੇ ਮੈਂ ਫਿਰ ਭਗਤਾਂ ਦੇ ਅੰਦਰ ਪ੍ਰੇਮ ਦਾ ਪ੍ਰਵਾਹ ਹੁੰਦਾ ਏ। ਰਸ ਕੋ ਲੈਬੇ ਵਧੇ ਉਮਾਹੂ, ਰਸ ਨੂੰ ਲੈਂਦੇ ਹਾਂ ਉਹਨਾਂ ਦੇ ਮਨ ਦੇ ਅੰਦਰ ਬਹੁਤਾ ਹੀ ਉਮਾਹ ਵੱਧ ਜਾਂਦਾ ਏ। ਪਾਵਸ ਪਾਏ ਬੀਜ ਬਹੁ ਉਪਜੈ, ਤੇ ਬਰਖਾ ਪਾ ਕੇ ਜਦੋਂ ਬਹੁਤੇ ਬੀਜ ਫਿਰ ਉਪਜਦੇ ਆ ਧਰਤੀ ਦੇ ਅੰਦਰ, ਜਿਮ ਸਿੱਖੀ ਤੇ ਗੁਣ ਗਨ ਨਿਪਜੈ। ਇਹ ਫਿਰ ਮਹਾਰਾਜ ਦਾ ਉਪਦੇਸ਼ ਪਾ ਕਰਕੇ ਨਾ ਸਿੱਖੀ ਦਾ ਬੀਜ ਪ੍ਰਫੁੱਲਤ ਹੁੰਦਾ ਹੈ ਤੇ ਬਹੁਤੇ ਗੁਣ ਸਿੱਖਾਂ ਦੇ ਅੰਦਰ ਜਿਹੜੇ ਉਪਜ ਪੈਂਦੇ ਆ। ਸਤਿਗੁਰ ਸਲਤਾ ਕੇ ਤਟ ਜਾਏ, ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਕਹਿੰਦੇ ਆ, ਕਿਉਂਕਿ ਕਥਾ ਦਾ ਵਰਣਨ ਕਰਦੇ ਆ ਨਾ। ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਦੋਂ ਇਉਂ ਨਦੀ ਦੇ ਕੰਢੇ ਤੇ ਮਹਾਰਾਜ ਗਏ ਹਨ, ਕਿਉਂਕਿ ਪਾਵਸ ਬਰਖਾ ਦੀ ਰੁੱਤ ਦਾ ਜ਼ਿਕਰ ਕਰਦੇ ਆ, ਕਥਾ ਦਾ ਪ੍ਰਸੰਗ, ਤੇ ਇਸ ਪ੍ਰਕਾਰ ਵੰਗੀ ਮਾਤਰ ਇੱਥੇ ਪੇਸ਼ ਕੀਤਾ ਏ। ਬੈਠ ਬਿਲੋਕੇ ਜਲ ਸਮੁਦਾਏ, ਮਹਾਰਾਜ ਬੈਠ ਕੇ ਵੇਖਦੇ ਆ ਫਿਰ ਜਦੋਂ ਬਰਖਾ ਦੀ ਰੁੱਤ ਵਿੱਚ ਜਲ ਚੜ ਆਉਂਦਾ ਦਰਿਆਵਾਂ ਦਾ, ਵੱਡੇ ਵੇਗ ਤੇ ਬਹੇ ਪ੍ਰਵਾਹੂ, ਬੜੇ ਵੇਗ ਨਾਲ ਪ੍ਰਵਾਹ ਵਗਦਾ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਿਆਸ ਦਰਿਆ ਦਾ ਜਲ ਕਦੇ ਕਦੇ ਕੰਢੇ ਸੈਰ ਕਰਿਆ ਕਰਦੇ ਮਹਾਰਾਜ ਜੀ, ਤੇ ਵੇਖਿਆ ਕਰਦੇ। ਤੇ ਜਦੋਂ ਬਰਖਾ ਦੀ ਰੁੱਤ ਸੀ ਤੇ ਇਹ ਦਰਿਆ ਦਾ ਜਲ ਜਿਹੜਾ ਦੋਹਾਂ ਕੰਢਿਆਂ ਤੋਂ ਉਛਲ ਕੇ ਚੱਲਦਾ ਏ। ਕਾਸ਼ਟ ਬਹੇ ਜਾਹੇ ਗਨ ਮਾਹੂ, ਬਹੁਤੀਆਂ ਲੱਕੜਾਂ ਵਿੱਚ ਵਹੀਆਂ ਹੀ ਜਾਂਦੀਆਂ ਹਨ। ਨੀਰ ਨਵੀਨ ਮਲੀਨ ਸੋ ਪੀਨ, ਤੇ ਬਹੁਤਾ ਜ਼ਿਆਦਾ ਜਿਹੜਾ ਮੈਲਾ ਸੀਗਾ ਜਲ, ਉਹਨੂੰ ਸਾਰੇ ਨੂੰ ਸਾਫ਼ ਕਰ ਦਿੱਤਾ। ਪਿੱਛੋਂ ਹੜ੍ਹਦੇ ਆਏ ਜਲ ਨੇ, ਬੜਾ ਨਵੀਨ ਜਲ ਵੀ ਆ ਰਿਹਾ ਏ। ਤਰ ਜੁਤ ਤਟ ਕੋ ਢਾਹਨ ਕੀਨ, ਤੇ ਇਸ ਪ੍ਰਕਾਰ ਰੁੱਖਾਂ ਨੂੰ ਵੀ ਉਹ ਪ੍ਰਵਾਹ ਢਾਈ ਜਾਂਦਾ ਹੈ ਤੇ ਕੰਢੇ ਵੀ ਜਿਹੜੇ ਆ ਉਹ ਗਿਰਦੇ ਜਾਂਦੇ ਆ। ਸਹਿਤ ਅਨੇਕ ਵਿਕਾਰ ਅਸੇਖੂ, ਹੁਣ ਦੱਸਦੇ ਇੱਥੇ ਕਿ ਉਹ ਪ੍ਰਵਾਹ ਅਸਲ 'ਚ ਕਿਹੜਾ ਹੈ। ਕਹਿੰਦੇ ਪ੍ਰੇਮ ਦਾ ਪ੍ਰਵਾਹ ਜਿਹੜਾ ਚੱਲਦਾ ਹੈ ਨਾ ਗੁਰਸਿੱਖਾਂ ਦੇ ਅੰਦਰ, ਪ੍ਰੇਮ ਦਾ ਪ੍ਰਵਾਹ ਚੱਲਦਾ ਹੋਇਆ ਕਹਿੰਦੇ ਨੇ ਕਿਹੜੇ ਕੰਢੇ ਢਾ ਦਿੰਦਾ, ਦੱਸਦੇ ਹਨ। ਅਤਿ ਗਿਆਨ ਜਿਮ ਰਾਗ ਰੋ ਦਵੈਖੂ, ਕਹਿੰਦੇ ਗਿਆਨ ਜਿਹੜਾ ਨਾ ਰਾਗ ਤੇ ਦਵੈਖ ਨੂੰ ਜਿਵੇਂ ਨਾਸ਼ ਕਰ ਦੇਣਾ, ਇਵੇਂ ਕਹਿੰਦੇ ਸਿੱਖਾਂ ਦੇ ਅੰਦਰ ਗਿਆਨ ਦਾ ਪ੍ਰਵਾਹ ਹੀ ਚੱਲ ਪੈਂਦਾ ਹੈ। ਤੇ ਰਾਗ ਤੇ ਦਵੈਸ਼ ਜਿਹੜੇ ਦੋ ਕੰਢੇ ਆ ਨਾ, ਇਹ ਫਿਰ ਢੱਠ ਹੀ ਜਾਂਦੇ ਆ। ਨਾ ਉਹਨਾਂ ਦਾ ਕਿਸੇ ਨਾਲ ਵੈਰ ਰਹਿੰਦਾ ਹੈ, ਨਾ ਕਿਸੇ ਨਾਲ ਅਕਾਰਨ ਮੋਹ ਰਹਿੰਦਾ ਹੈ। ਇਸ ਪ੍ਰਕਾਰ ਉਹਨਾਂ ਦੇ ਅੰਦਰੋਂ ਇਹ ਮੋਹ ਤੇ ਵੈਰ ਵਿਰੋਧ ਜਿਹੜਾ ਸਭ ਨਾਸ਼ ਹੋ ਜਾਂਦਾ ਹੈ। ਇਹ ਕਵੀਰਾਜ ਜੀ ਨੇ ਇਸ ਪ੍ਰਕਾਰ ਰੁੱਤਾਂ ਦਾ ਜਿਹੜਾ ਨਾ ਉਹ ਵੀ ਪ੍ਰਕਰਨ ਇੱਥੇ ਵਰਣਨ ਕੀਤਾ। ਕੇਵਲ ਬਰਖਾ ਦੀ ਰੁੱਤ ਦਾ ਪ੍ਰਕਰਨ ਆਪਾਂ ਜਿਹੜਾ ਹੈ ਉਹ ਸਰਵਣ ਕੀਤਾ ਹੈ। ਫਿਰ ਕਵੀਰਾਜ ਜੀ ਜਿੱਥੇ ਝਰਨਿਆਂ ਦਾ ਜ਼ਿਕਰ ਕਰਦੇ ਹੈ, ਜਿੱਥੇ ਨਗਰਾਂ ਦੀ ਸ਼ੋਭਾ ਵਰਣਨ ਕਰਦੇ ਹੈ, ਜਦੋਂ ਸ਼੍ਰੀ ਆਨੰਦਪੁਰ ਸਾਹਿਬ ਦੀ ਸ਼ੋਭਾ ਵਰਣਨ ਕਰਦੇ ਹੈ, ਕਵੀਰਾਜ ਬਾਗਾਂ ਦੇ ਅੰਦਰ ਬੋਲਦੀਆਂ ਹੋਈਆਂ ਕੋਇਲਾਂ ਤੱਕ ਦਾ ਜ਼ਿਕਰ ਕਰਦੇ ਹੈ। ਬੂਰ ਪਿਆ ਹੋਇਆ ਅੰਬਾਂ ਨੂੰ ਕਿਹੋ ਜੀ ਹਵਾ ਰੁਮਕਦੀ ਹੈ, ਕਿਹੋ ਜੀਆਂ ਅਟਾਰੀਆਂ ਹਨ, ਕਿਵੇਂ ਸਤਿਗੁਰੂ ਜੀ ਮਹਿਲਾਂ ਤੋਂ ਬਾਹਰ ਆਉਂਦੇ ਹੈ। ਐਸੀ ਨਗਰ ਦੀ ਸ਼ੋਭਾ ਦਾ ਵਰਣਨ ਕਰਦੇ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਸਰੋਤੇ ਦੇ ਅੱਖਾਂ ਦੇ ਸਾਹਮਣੇ ਜਿਹੜਾ ਉਹ ਦਿਸਣ ਲੱਗ ਪੈਂਦਾ ਹੈ। ਫਿਰ ਜਦੋਂ ਸ਼੍ਰੀ ਹੇਮਕੁੰਟ ਸਾਹਿਬ ਦਾ ਵਰਣਨ ਕਰਦੇ ਹੈ, ਵਗਦੇ ਹੋਏ ਝਰਨਿਆਂ ਦਾ ਜਲ ਵਰਣਨ ਕਰਦੇ ਹੈ, ਪਸ਼ੂ ਪੰਛੀਆਂ ਦਾ, ਪਹਾੜਾਂ ਦਾ ਸਾਰਾ ਦ੍ਰਿਸ਼ ਹੀ ਖਿੱਚ ਦਿੰਦੇ ਆ ਕਵੀਰਾਜ। ਇਸ ਪ੍ਰਕਾਰ ਇਹ ਕਵੀਰਾਜ ਜੀ ਜਿੱਥੇ ਧਿਆਨ ਦੇ ਵਿੱਚ ਵੀ ਪਰਪੱਕ ਹੋ ਕਰਕੇ ਵੇਖਦੇ ਹੈ, ਨਾਲ ਕਵੀਰਾਜ ਜੀ ਨੇ ਸਾਰੇ ਸਰੋਤ ਦੱਸੇ ਹੈ। ਕੁਝ ਕੁ ਜਿਹੜੇ ਪ੍ਰਕਰਨ ਹਨ ਉਹਨਾਂ ਨੂੰ ਆਪਾਂ ਵੰਨਗੀ ਮਾਤਰ ਸਰਵਣ ਕੀਤਾ ਹੈ। ਅੱਜ ਇੱਥੇ ਆਪਾਂ ਸਮਾਪਤੀ ਕਰਾਂਗੇ। ਕਵੀਰਾਜ ਜੀ ਜਿਵੇਂ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਆਰੰਭਤਾ ਕਰਦੇ ਹੈ, ਕੱਲ ਨੂੰ ਆਪਾਂ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੀ ਸਤਿਗੁਰੂ ਜੀ ਕਿਰਪਾ ਕਰਨ ਆਰੰਭਤਾ ਕਰਾਂਗੇ। ਮਹਾਰਾਜ ਸਾਹਿਬ ਜੀ ਆਪ ਸ਼ੀਸ਼ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਸਤਿਗੁਰੂ ਜੀ ਕਥਾ ਕਰਵਾ ਲੈਣ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਜਸ ਦੀ ਕਥਾ ਕਵੀਰਾਜ ਜੀ ਨੇ ਜ਼ਿਕਰ ਕੀਤਾ ਹੈ ਕਿ ਕਿੰਨਾ ਕਿੰਨਾ ਗ੍ਰੰਥਾਂ ਤੋਂ ਅਸੀਂ ਸਰੋਤ ਲੈ ਕਰਕੇ ਤੇ ਫਿਰ ਇਹ ਕਥਾ ਰਚੀ ਹੈ। ਕਿਵੇਂ ਕਵੀਰਾਜ ਜੀ ਅੰਤਰਾਤਮੇ ਧਿਆਨ ਜੋੜ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਸ ਕੀਤਾ ਹੈ, ਉਹ ਸਾਰੀਆਂ ਵੰਨਗੀਆਂ ਮਾਤਰ ਆਪਾਂ ਸਰਵਣ ਕੀਤਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਤਿਗੁਰੂ ਜੀ ਦੀ ਰਹਿਮਤ ਸਦਕਾ
ਕੱਲ੍ਹ ਤੋਂ ਫਿਰ ਆਪਾਂ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਤਿਹਾਸ ਜਿਵੇਂ ਆਰੰਭ ਹੋਵੇਗਾ। ਪਹਿਲਾਂ ਮੰਗਲਾਂ ਦੀ ਕਥਾ ਆਵੇਗੀ, 10 ਪਾਤਸ਼ਾਹੀਆਂ ਦੇ ਮੰਗਲ ਆਉਣਗੇ। ਕਵਿਰਾਜ ਜੀ ਜਿਹੜਾ ਹੈ ਪਹਿਲਾਂ ਆਪਣੇ ਇਸ਼ਟ ਦੇਵ ਦਾ ਮੰਗਲ ਕਰਨਗੇ। ਇਹ ਜਿਵੇਂ ਕੱਲ੍ਹ ਸਾਰਾ ਜ਼ਿਕਰ ਆਵੇਗਾ, ਮੰਗਲਾਂ ਦੀ ਕਥਾ ਨੂੰ ਵੀ ਕੁਝ ਸਮਾਂ ਲੱਗੇਗਾ ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ ਜਿਹੜੀ ਹੈ ਉਹ ਆਰੰਭ ਹੋਵੇਗੀ, ਜਿਸ ਕਥਾ ਨੂੰ ਸੁਣ ਕਰਕੇ ਸਿੱਖਾਂ ਨੂੰ ਸਿੱਖੀ ਪ੍ਰਾਪਤ ਹੁੰਦੀ ਹੈ, ਗੁਰੂ ਜੀ ਦੇ ਚਰਨਾਂ ਦਾ ਪਿਆਰ ਪ੍ਰਾਪਤ ਹੁੰਦਾ ਹੈ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸਹਿਤ ਅਨੇਕ ਵਿਕਾਰ ਅਸੇਖੂ, ਹਤਿ ਗਿਆਨ ਜਿਮ ਰਾਗ ਰੋਧ ਵੈਖੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਇ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।